ਅੰਦਰ ਜਿਹੜੀ ਪੈਸ਼ਨ ਹੈ ਨਾ, ਜੀ ਅੰਦਰ ਜਿਹੜੀ ਲਗਨ ਹੈ ਨਾ, ਜੀ ਅੰਦਰ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਵਾਸ ਹੈਗਾ ਨਾ, ਜੀ ਔਰ ਜਿਹੜੇ ਤੁਸੀਂ ਅਗਰ ਤੁਸੀਂ ਧਿਆਨ ਨਾਲ ਦੇਖੋ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਆਸ਼ੀਰਵਾਦ ਹੈਗਾ, ਜੀ ਜਿਹੜਾ ਉਹਨਾਂ ਦਾ ਡੀਐਨਏ ਔਰ ਬਲੱਡ ਹੈਗਾ, ਜੀ ਘਟੀਆ ਸੋਚ ਨਹੀਂ ਕਰ ਸਕਦਾ ਹੈਗਾ। Anybody who is Sikh, anybody who put a turban, anybody who believes in Guru Nanak Dev Ji, Guru Gobind Singh Ji, he's got to rise from small little thing. ਮਤ ਹੋਣੀ ਚਾਹੀਦੀ ਹੈ ਕਿਆ। ਔਰ ਸਾਡੇ ਐਕਸ਼ਨ ਵਿੱਚ ਸਾਨੂੰ ਹਰ ਵਕਤ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੇਖਦੇ ਰਹਿੰਦੇ ਹੈਗੇ ਨੇ। ਔਰ ਇਹ ਜ਼ਰੂਰੀ ਹੈਗਾ ਕਿ ਸਾਡੀ ਹਰੇਕ ਸੋਚ, ਸਾਡਾ ਹਰੇਕ ਕਰਮ ਉਸ ਲੈਵਲ ਦਾ ਹੋਏ ਕਿ ਸਾਡੇ ਗੁਰੂ ਸਾਹਿਬ ਖੁਸ਼ ਹੋਣ ਕਿ ਇਹ ਦੇਖੋ ਮੇਰਾ ਬੱਚਾ ਕੀ ਕਰਨ ਡਿਆ ਹੈਗਾ। ਪਾਕਿਸਤਾਨ ਕਿੰਨੀ ਵੀ ਕੋਸ਼ਿਸ਼ ਕਰ ਲੇ, ਇਹ ਜਿਹੜੀ ਸਿੱਖ ਸੋਚ ਹੈਗੀ ਹੈ ਨਾ, ਇਹ 500 ਸਾਲ ਤੋਂ ਜ਼ਿਆਦਾ ਪੁਰਾਣੀ ਹੈਗੀ ਹੈ। ਔਰ ਇਹ ਸੋਚ ਵਿੱਚ ਜਿੰਨੀ ਪਵਿੱਤਰਤਾ ਹੈਗੀ ਆ, ਜਿੰਨੀ ਜਿੰਨਾ ਖਾਲਸਾਪਨ ਹੈਗਾ ਇਸ ਸੋਚ ਵਿੱਚ, ਇਹਨੂੰ ਕੋਈ 1947 ਵਿੱਚ ਮਤਲਬ ਜਿਹੜਾ ਨया ਜਨਮ ਹੋਇਆ, ਜਿਹਨਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਜਨਮ ਦਿੱਤਾ ਹੈਗਾ, ਉਹਦਾ ਕੋਈ ਮੁਕਾਬਲਾ ਹੈਗਾ। ਉਹਨਾਂ ਨੇ ਇੱਕ ਸਰਵੇ ਆਫ ਇੰਡੀਆ ਦਾ ਮੈਪ ਇਸ਼ੂ ਕੀਤਾ ਜਿਹਦੇ ਵਿੱਚ ਆਪਣੀ ਰੈੱਡ ਲਾਈਨ ਬਿਲਕੁਲ ਕਲੀਅਰ ਦਿਖਾਈਆਂ ਹੈ ਕਿ ਅਕਸਾਈ ਚਿਨ ਸਾਡਾ ਹੈਗਾ, ਪੀਓਕੇ ਸਾਡਾ ਹੈਗਾ, ਗਿਲਗਿਟ ਬਾਲਟਿਸਤਾਨ ਸਾਡਾ ਹੈਗਾ। ਇੰਨਾ ਬਿਲਕੁਲ ਸਪਸ਼ਟ ਤਰੀਕੇ ਨੇ ਦੱਸਿਆ ਹੈਗਾ ਪੂਰੇ ਉਹਨਾਂ ਨੂੰ। ਔਰ ਜਿਹੜਾ ਉਹਨਾਂ ਨੂੰ ਸਬਕ ਸਿਖਾਇਆ 15 ਜੂਨ ਦੀ ਰਾਤ ਨੂੰ, ਉਹ ਚਾਈਨਾ ਵਾਲੇ ਪੀਐਲਏ ਅਗਲੇ 100 ਸਾਲ ਭੁੱਲਣਗੇ ਨਹੀਂ। ਚਾਈਨੀਜ਼ ਨੇ 29 ਅਗਸਤ ਨੂੰ ਰਾਤ ਦੇ 11 ਵਜੇ ਕੋਸ਼ਿਸ਼ ਕੀਤੀ ਆਉਣ ਦੀ, ਲੇਕਿਨ ਭਾਰਤੀ ਸੈਨਾ ਅਲਰਟ ਸੀਗੀ, ਇੰਟੈਲੀਜੈਂਸ ਸੀਗੀ, ਉਹਨਾਂ ਨੇ ਪ੍ਰੀਐਮਪਟਿਵ ਮੂਵ ਕੀਤਾ ਔਰ ਜਿੰਨੀਆਂ ਹਾਈਟ ਸੀ ਉਸ ਇਲਾਕੇ ਵਿੱਚ ਸਾਰੀਆਂ ਆਕੂਪਾਈ ਕਰ ਲਈਆਂ। ਹੁਣ ਸਥਿਤੀ ਬਿਲਕੁਲ ਚੇਂਜ ਹੋ ਗਈ ਹੈ। ਹੁਣ ਦੇਖੋ ਕਿੱਥੇ 62 ਸੀਗਾ ਔਰ ਕਿੱਥੇ ਭਾਰਤ ਹੁਣ 2020 ਵਿੱਚ ਹੈਗਾ। ਉਹਨਾਂ ਦੀ ਪੋਪੂਲੇਸ਼ਨ ਜਿਹੜੇ ਉਈਗਰ ਹੈਗੇ ਨੇ 25 ਮਿਲੀਅਨ ਹੈਗੀ ਹੈ, ਐਂਡ ਉਹਦੇ ਵਿੱਚ 3 ਮਿਲੀਅਨ ਆਰ ਇਨ ਇੰਟਰਨਮੈਂਟ ਕੈਂਪਸ। ਔਰ ਜਿਹੜਾ ਚਾਈਨਾ ਹੈਗਾ, ਇਹ ਕਹਿੰਦਾ ਹੈਗਾ ਕਿ ਅਸੀਂ ਡੀ ਰੈਡੀਕਲੇਸ਼ਨ ਕਰ ਰਹੇ ਹੈਗੇ ਆ, ਅਸੀਂ ਟ੍ਰੇਨਿੰਗ ਕੈਂਪ ਕਰ ਰਹੇ ਹੈਗੇ, ਜੌਬ ਟ੍ਰੇਨਿੰਗ ਸੈਂਟਰ ਬਣਾਏ ਹੈਗੇ, ਅਸੀਂ ਇੰਡੋਕਟ੍ਰੀਨੇਸ਼ਨ ਕਰ ਰਹੇ ਹੈਗੇ। ਇਹ ਤਾਂ ਆਫੀਸ਼ੀਅਲ ਵਰਜ਼ਨ ਹੈਗਾ, ਲੇਕਿਨ ਅਸਲ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਅਤਿਆਚਾਰ ਕਰ ਰਹੇ ਹੈਗੇ ਇੰਟਰਨ ਕੈਂਪ ਵਿੱਚ, ਉਹ ਉਹਨਾਂ ਦੀ ਨਸਲ ਹੀ ਬਦਲਣਾ ਚਾਹੁੰਦੇ ਹੈਗੇ। ਪਾਕਿਸਤਾਨ ਦੀ ਜਿਹੜੀ ਸੋਚ ਸੀਗੀ ਇੰਨੀ ਘਟੀਆ ਸੀਗੀ, ਉਹਨਾਂ ਨੇ ਜਿਹੜਾ ਰੂਪ ਹੈਗਾ ਨਾ, ਗੁਰੂਆਂ ਦਾ ਰੂਪ ਸਾਡੇ ਵਿੱਚ ਹੈਗਾ, ਉਹਨਾਂ ਨੂੰ ਦੇਖਣ ਦੀ ਤਾਕਤ ਨਹੀਂ ਹੈਗੀ ਉਹਨਾਂ ਵਿੱਚ, ਨਾ ਹੀ ਸੋਚ ਹੈਗੀ ਆ। ਇਸ ਕਰਕੇ ਉਹਨਾਂ ਨੇ ਗਲਤ ਸੋਚਿਆ। ਔਰ ਤੁਸੀਂ ਵੱਡੀ ਗੱਲ ਇਹ ਹੈਗੀ ਕਿ ਸਿੱਖ ਸਮਾਜ ਨੇ ਕਿਸ ਤਰ੍ਹਾਂ ਉਹਨਾਂ ਨੇ ਪੂਰਾ ਉਹਨਾਂ ਦੀ ਸੋਚ ਦਾ ਇੱਕਦਮ ਬਿਲਕੁਲ ਤੋੜ ਦਿੱਤੀ। ਦੋਸਤੋ, ਸਾਡਾ ਦੀ ਖਾਲਸਾ ਟੂਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹੈਗੇ ਹਾਂ ਫਾਰਮਰ ਡਿਪਟੀ ਚੀਫ ਆਫ ਆਰਮੀ ਸਟਾਫ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਰਿਟਾਇਰਡ, ਅਤੇ ਉਹਨਾਂ ਦੇ ਨਾਲ ਅਸੀਂ ਆਰਮੀ ਦੇ ਰਿਲੇਟਡ, ਆਰਮੀ ਆਫਿਸਰ ਦੇ ਜੀਵਨ ਬਾਰੇ, ਫੌਜ ਬਾਰੇ, ਭਾਰਤੀ ਫੌਜ ਬਾਰੇ ਬਹੁਤ ਕੁਛ ਖੁੱਲ੍ਹੀਆਂ ਗੱਲਾਂ ਕਰਾਂਗੇ ਹੈਗੇ, ਬਿਲਕੁਲ ਓਪਨਲੀ ਗੱਲਾਂ ਕਰਾਂਗੇ ਹੈਗੇ। ਇਸ ਕਰਕੇ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਨਵਾਈਟ ਕਰ ਰਹੇ ਹੈਗੇ ਹਾਂ ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈਗੀ, ਇਹ ਸੁਭਾਗ ਦੀ ਗੱਲ ਹੈਗੀ ਕਿ ਅੱਜ ਮੌਕਾ ਮਿਲਿਆ ਹੈਗਾ ਕਿ ਤੁਹਾਡੇ ਚੈਨਲ ਦੇ ਉੱਤੇ ਤੁਹਾਡੇ ਨਾਲ ਵਾਰਤਾਲਾਪ ਕਰੋ। ਐਂਡ ਮੈਨੂੰ ਤਾਂ ਬਹੁਤ ਹੀ ਸੋਹਣਾ ਲੱਗਦਾ ਹੈਗਾ ਜਿਹੜਾ ਤੁਸੀਂ ਟਾਈਟਲ ਦਿੱਤਾ ਹੈਗਾ ਮਾਈ ਟੇਕ। ਮਾਈ ਟੇਕ ਦਾ ਮਤਲਬ ਹੋਇਆ ਕਿ ਜੋ ਤੁਹਾਡੇ ਦਿਲ ਵਿੱਚ ਹੈਗਾ ਉਹ ਕਹੋ। ਬਿਲਕੁਲ ਜੀ, ਬਿਲਕੁਲ ਓਪਨਲੀ ਹੋਏਗਾ। ਅਸੀਂ ਇਹਦੇ ਵਿੱਚ ਕੋਈ ਫਾਰਮੈਲਿਟੀ ਨਹੀਂ, ਕਿਉਂਕਿ ਅਸੀਂ ਕੋਈ ਪ੍ਰੋਫੈਸ਼ਨਲ ਜਰਨਲਿਸਟ ਨਹੀਂ ਹੈਗੇ। ਵੀ ਜੋ ਅਸੀਂ ਦੇਖਦੇ ਹਾਂ, ਜੋ ਸੁਣਦੇ ਹੈਗੇ ਹਾਂ ਬਾਹਰ ਬੈਠ ਕੇ, ਸਪੈਸ਼ਲੀ ਬੀਇੰਗ ਏ NRI, ਮੈਨੂੰ ਇੱਥੇ 30 ਸਾਲ ਹੋ ਗਏ ਅਮਰੀਕਾ ਦੀ ਧਰਤੀ ਤੇ ਰਹਿੰਦੇ ਹੈਗੇ, ਵੀ ਲੋਕਾਂ ਦੇ ਨਾਲ ਕੀ ਗੱਲਾਂ ਹੁੰਦੀਆਂ ਨੇ, ਕੀ ਲੋਕਾਂ ਦਾ ਨੈਰੇਟਿਵ ਹੈਗਾ ਜਾਂ ਪਰਸਪੈਕਟਿਵ ਹੈਗਾ, ਉਹਦੇ ਹਿਸਾਬ ਨਾਲ ਕੁਝ ਗੱਲਾਂ ਪੁੱਛਾਂਗੇ ਹੈਗੇ। ਇਸ ਤੋਂ ਪਹਿਲਾਂ ਆਪਾਂ ਉਸ ਡੀਟੇਲ ਦੇ ਵਿੱਚ ਜਾਈਏ ਕਿ ਗੁਰਮੀਤ ਸਿੰਘ ਜੀ, ਤੁਸੀਂ ਆਪਣੇ ਬਾਰੇ ਥੋੜ੍ਹੀ ਜਿਹੀ ਇੰਟਰੋਡਕਸ਼ਨ ਸ਼ੇਅਰ ਕਰੋਗੇ ਹੈਗੇ ਬਰੀਫਲੀ। ਐਕਚੁਅਲੀ ਜ਼ਿੰਦਗੀ ਵਿੱਚ ਆਪਣਾ ਇੰਟਰੋਡਕਸ਼ਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਲੇਕਿਨ ਤੁਸੀਂ ਹੁਕਮ ਦਿੱਤਾ ਹੈਗਾ ਤਾਂ ਪੱਕਾ ਕਰੂੰਗਾ। ਦੇਖੋ ਜੀ, ਮੇਰਾ ਜਨਮ ਹੋਇਆ ਹੈਗਾ ਅੰਮ੍ਰਿਤਸਰ ਦੇ ਇੱਕ ਬਹੁਤ ਛੋਟੇ ਪਿੰਡ ਵਿੱਚ, ਮਹਿਤੇ ਚੌਂਕ ਦੇ ਲਾਗੇ ਪਿੰਡ ਹੈਗਾ। ਉਸ ਤੋਂ ਬਾਅਦ ਮੈਂ ਪੜ੍ਹਾਈ ਕੀਤੀ ਹੈਗੀ ਸੈਨਿਕ ਸਕੂਲ ਕਪੂਰਥਲੇ, ਔਰ ਉਸ ਤੋਂ ਬਾਅਦ ਮੈਂ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਗਿਆ ਸੀਗਾ, ਔਰ ਫਿਰ ਮੇਰਾ ਕਮਿਸ਼ਨ ਹੋਇਆ ਅਸਾਮ ਰੈਜੀਮੈਂਟ ਇੰਡੀਅਨ ਆਰਮੀ ਵਿੱਚ। ਔਰ ਮੈਂ ਜ਼ਿੰਦਗੀ ਦੇ ਤਕਰੀਬਨ 40 ਸਾਲ ਇੰਡੀਅਨ ਆਰਮੀ ਵਿੱਚ ਬਿਤਾਏ ਹੈਗੇ ਨੇ।
ਔਰ ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਹੈਗੀ ਹੈ। ਔਰ ਜਿਹੜਾ ਮੇਰਾ ਕੰਮ ਕਰਨ ਦਾ ਆਧਾਰ ਹੈਗਾ ਉਹ ਇਸ ਤਰ੍ਹਾਂ ਰਿਹਾ ਹੈਗਾ ਕਿ ਜਦੋਂ ਮੈਂ ਸੈਨਿਕ ਸਕੂਲ ਵਿੱਚ ਗਿਆ ਸੀਗਾ ਤਾਂ ਮੈਂ ਆਪਣੇ ਆਪ ਨੂੰ ਆਖਿਆ ਸੀਗਾ ਕਿ ਗੁਰਮੀਤ ਆਪਣੇ ਦਿਲ ਵਿੱਚ, ਆਪਣੇ ਇਨਸਾਈਡ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਸਾਓ, ਉਹਨਾਂ ਦੇ ਮੂਲ ਮੰਤਰ ਦੇ ਉੱਤੇ ਹਰ ਵਕਤ ਸੋਚਦੇ ਰਹੋ ਔਰ ਆਪਣਾ ਜੋ ਕਰਮ ਹੈਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮਾਰਗ ਦਰਸ਼ਨ ਕੀਤਾ ਹੈਗਾ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਜੀ ਨੇ, ਉਹਦੇ ਤੋਂ ਚਲੋ ਹਰ ਵਕਤ ਜ਼ਿੰਦਗੀ ਵਿੱਚ ਇੱਕ ਆਪਣਾ ਸੈਂਟੈਂਸ ਦਿਮਾਗ ਵਿੱਚ ਬਣਾ ਕੇ ਰੱਖੋ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਮੈਂ ਤਾਂ ਐਸਾ ਕਹੂੰਗਾ ਕਿ ਪੂਰਾ ਜ਼ਿੰਦਗੀ ਨਿਸ਼ਚੈ ਕਰ ਆਪਣੀ ਜੀਤ ਕਰੋ ਔਰ ਮੂਲ ਮੰਤਰ ਦੇ ਨਾਲ ਬਤਾਈ ਹੈਗੀ ਆ। ਔਰ ਆਖਿਰ ਵਿੱਚ ਜਦੋਂ ਮੈਂ ਰਿਟਾਇਰ ਹੋਇਆ ਮੈਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੇ 4 ਅਵਾਰਡ ਮਿਲੇ, PVSM, UYSM, AVSM ਔਰ VSM। ਜਿਹੜਾ UYSM ਹੁੰਦਾ ਹੈ ਉਹ ਹੁੰਦਾ ਯੁੱਧ ਉੱਤਮ ਸੇਵਾ ਮੈਡਲ। ਇਹ ਚਾਰੋਂ ਅਵਾਰਡ ਭਾਰਤ ਵਿੱਚ ਬਹੁਤ ਹੀ ਉੱਚੇ ਗਿਣੇ ਜਾਂਦੇ ਹੈਗੇ ਆ ਔਰ 2 ਵਾਰ ਚੀਫ ਆਰਮੀ ਸਟਾਫ ਦਾ ਕਮੈਂਡੇਸ਼ਨ ਪ੍ਰਾਪਤ ਕੀਤਾ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਮੈਂ ਇੱਕ ਇਨਫੈਂਟਰੀ ਆਫੀਸਰ ਹੈਗਾ, ਪੈਦਲ ਸੈਨਾ ਦਾ ਬੰਦਾ ਹੈਗਾ ਔਰ 8-9 ਟੈਨਿਓਰ ਕੀਤੀਆਂ ਹੈ ਕਾਊਂਟਰ ਟੈਰਰਿਜ਼ਮ, ਕਾਊਂਟਰ ਇੰਸਰਜੈਂਸੀ ਦੀਆਂ ਔਰ ਬਾਰਡਰ ਵਿੱਚ ਬਹੁਤ ਜ਼ਿਆਦਾ ਨੌਕਰੀ ਕੀਤੀ ਹੈਗੀ ਹੈ ਔਰ ਕਸ਼ਮੀਰ ਵਿੱਚ 10 ਸਾਲ ਮੈਂ ਬਤਾਏ ਹੈਗੇ ਆ ਔਰ ਕਾਊਂਟਰ ਟੈਰਰਿਜ਼ਮ ਦੇ ਐਰੇਨਾ ਵਿੱਚ ਉੱਥੇ ਮੈਂ ਬ੍ਰਿਗੇਡ ਕਮਾਂਡਰ ਸੀਗਾ ਬਾਰਾਮੁੱਲਾ, ਫਿਰ ਮੈਂ PGS ਸੀਗਾ ਸ਼੍ਰੀਨਗਰ, ਉਸ ਤੋਂ ਬਾਅਦ ਮੈਂ ਐਜ਼ ਅ ਮੇਜਰ ਜਨਰਲ ਕਾਊਂਟਰ ਇੰਸਰਜੈਂਸੀ ਫੋਰਸ ਦਾ DOC ਸੀਗਾ ਇਨ ਕਿਸ਼ਤਵਾੜ, ਡੋਡਾ ਐਂਡ ਰਾਮਬਨ ਐਂਡ ਆਫਟਰ ਦੈਟ ਮੈਂ ਕੋਰ ਕਮਾਂਡਰ ਸੀ ਸ਼੍ਰੀਨਗਰ ਦਾ। ਔਰ ਇਹ ਸਾਰੇ ਗੱਲਾਂ ਹੈਗੀਆਂ ਵਾਹਿਗੁਰੂ ਦੀ ਬਲੇਸਿੰਗ ਦੇ ਨਾਲ। ਇਹ ਸੀ ਜ਼ਿੰਦਗੀ। ਹਾਂਜੀ ਹਾਂਜੀ, ਹਾਂ, ਨਹੀਂ ਤੁਸੀਂ ਬਹੁਤ ਸੋਹਣੀ ਇੰਟਰੋਡਕਸ਼ਨ ਦਿੱਤੀ ਹੈਗੀ, ਥੈਂਕ ਯੂ ਵੈਰੀ ਮਚ। ਕਿ ਇਹਦੇ ਨਾਲ ਵੀ ਜਿਸ ਤਰ੍ਹਾਂ ਤੁਸੀਂ ਕਰਿਆ ਵੀ ਤੁਹਾਡਾ ਜਿਹੜਾ ਲਾਸਟ ਪਾਰਟ ਜਿਹੜਾ ਹੈਗਾ ਪਿਛਲੇ 10-15 ਸਾਲ ਤੋਂ ਕਸ਼ਮੀਰ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੈਗਾ। ਜਦੋਂ ਕਸ਼ਮੀਰ ਦੇ ਵਿੱਚ ਹੈਗੇ ਫਿਰ ਤੁਹਾਡਾ ਪਾਕਿਸਤਾਨ ਨਾਲ ਵੀ ਵਾਹ ਵਾਸਤਾ ਪੈਂਦਾ ਹੈਗਾ, ਮਿਲੀਟੈਂਟਸ ਦੇ ਨਾਲ, ਤੇ ਚਾਈਨਾ ਦੇ ਨਾਲ ਵੀ ਪੈਂਦਾ ਹੈਗਾ। ਇੱਕ ਇਹ ਗੱਲ ਹਿਸਟਰੀ ਦੇ ਵਿੱਚ ਵੀ ਆਉਂਦੀ ਹੈਗੀ, ਪਿਛਲੇ ਸਾਲਾਂ ਦੇ ਪਿਛਲੇ ਜਿਹੜੇ 2 ਵਾਰਜ਼ ਹੋਈਆਂ ਨੇ ਚਾਈਨਾ ਦੇ ਨਾਲ ਭਾਰਤ ਦੀਆਂ ਹੈਗੀਆਂ, ਉਸ ਟਾਈਮ ਤੇ ਜਦੋਂ ਨਹਿਰੂ ਪ੍ਰਾਈਮ ਮਿਨਿਸਟਰ ਹੈਗੇ ਸੀ ਉਦੋਂ ਜਿਹੜੀ ਸਿਚੁਏਸ਼ਨ ਹੈਗੀ ਸੀ ਕਿ ਉਹ ਡਿਫਰੈਂਟ ਹੈਗੀ ਸੀ, ਕਿਉਂਕਿ ਆਪਾਂ ਨੂੰ ਜੋ ਹੋਣਾ ਚਾਹੀਦਾ ਹੈਗਾ ਸੀ ਵਾਰ ਦੇ ਵਿੱਚ, ਜੋ ਇਹਨਾਂ ਦੀ ਐਬਿਲਿਟੀ ਹੈਗੀ ਸੀ ਜਾਂ ਪ੍ਰੋਗਰੈਸ ਹੈਗੀ ਸੀ ਇੰਡੀਅਨ ਆਰਮੀ ਦੀ ਉਸ ਟਾਈਮ ਤੇ ਅਪ ਟੂ ਦਾ ਪਾਰ ਸ਼ਾਇਦ ਨਹੀਂ ਹੈਗੀ ਸੀ, ਜਾਂ ਪ੍ਰੈਪਰੇਸ਼ਨ ਨਹੀਂ ਹੈਗੀ ਸੀ, ਜਾਂ ਕੁਝ ਪੋਲੀਟੀਕਲ ਰੀਜ਼ਨ ਹੈਗੇ ਸੀ ਵੀ ਹਿੰਦੀ ਚੀਨੀ ਭਾਈ ਉਦੋਂ ਵੀ ਉਹ ਇੱਕ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਹੈਗਾ। ਉਦੋਂ ਤੇ ਅੱਜ ਦੇ ਵਿੱਚ ਤੁਸੀਂ ਕੀ ਦੇਖਦੇ ਹੈਗੇ ਹੋ ਜੀ ਚਾਈਨਾ, ਜਦੋਂ ਆਪਾਂ ਚਾਈਨਾ ਦੀ ਗੱਲ ਕਰਦੇ? ਸੁਖੀ ਜੀ ਤੁਸੀਂ ਇਹ ਬਹੁਤ ਸੋਹਣਾ ਸਵਾਲ ਕੀਤਾ ਹੈਗਾ ਕਿ ਜੋ ਭਾਰਤ ਦੀ ਜਿਹੜੀ ਰਾਸ਼ਟਰ ਸੁਰੱਖਿਆ ਹੈਗੀ ਹੈ ਇਹਦੇ ਬਾਰੇ ਵਿੱਚ, ਔਰ ਤੁਹਾਡਾ ਪ੍ਰਸ਼ਨ ਇੰਨਾ ਸੋਹਣਾ ਹੈਗਾ ਕਿ ਇਹਦੇ ਵਿੱਚ ਪੂਰਾ ਹੀ ਭਾਰਤ ਪਹਿਲੇ ਕੀ ਸੀਗਾ ਹੁਣ ਕੀ ਹੈਗਾ ਇਹਦੇ ਵਿੱਚ ਹੀ ਸਮਾ ਜਾਂਦਾ ਹੈਗਾ। ਦੇਖੋ ਵੱਡੀ ਗੱਲ ਇਹ ਹੈ ਕਿ ਜਦੋਂ 1962 ਦੀ ਲੜਾਈ ਹੋਈ ਸੀਗੀ ਤੇ ਬੜੀਆਂ ਗਲਤੀਆਂ ਕੀਤੀਆਂ ਸੀ ਭਾਰਤ ਨੇ ਹਾਇਰ ਲੈਵਲ ਦੇ ਉੱਤੇ। ਹਾਇਰ ਲੈਵਲ ਮਤਲਬ ਸਟ੍ਰੈਟੇਜੀ ਲੈਵਲ ਦੇ ਉੱਤੇ, ਪੋਲੀਟੀਕਲ ਲੈਵਲ ਦੇ ਉੱਤੇ, ਡਿਪਲੋਮੈਟਿਕ ਲੈਵਲ ਦੇ ਉੱਤੇ, ਔਰ ਉਹਦਾ ਜਿਹੜਾ ਨਤੀਜਾ ਸੀ ਉਹ ਚੰਗਾ ਨਹੀਂ ਸੀਗਾ ਭਾਰਤ ਵਾਸਤੇ ਔਰ ਕਾਫੀ ਰਿਵਰਸਸ ਵੀ ਹੋਏ ਸੀ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ 1962 ਦੀ ਲੜਾਈ ਵਿੱਚ ਵੀ ਜਵਾਨਾਂ ਨੇ ਬਹੁਤ ਤਗੜਾ ਕੰਮ ਕੀਤਾ ਸੀਗਾ। ਅਗਰ ਤੁਸੀਂ ਦੇਖੋ ਈਸਟ ਲਦਾਖ ਵਿੱਚ ਜਗ੍ਹਾ ਹੈਗੀ ਰਿਦਾਂਗਲਾ, 18 ਨਵੰਬਰ 1962 ਦੀ ਗੱਲ ਹੈਗੀ ਹੈ, ਕਮਾਊ ਰੈਜੀਮੈਂਟ 13 ਕਮਾਊ, ਉਸ ਦਿਨ ਚਾਈਨਾ ਵਾਲਿਆਂ ਨੇ 5000 ਤੋਂ 6000 ਚਾਈਨੀਜ਼ ਨੇ ਅਟੈਕ ਕੀਤਾ ਆਪਣੇ ਤੋਪਖਾਨੇ ਦੇ ਨਾਲ, ਤੇ ਇਹ 120 ਭਾਰਤੀ ਸੈਨਿਕ ਸੀਗੇ, ਉਹਦੇ ਵਿੱਚੋਂ 114 ਨੇ ਆਪਣੇ ਪ੍ਰਾਣਾਂ ਦੀ ਵੀਰਗਤੀ ਦਿੱਤੀ, ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਔਰ ਉਹਨਾਂ ਨੇ ਚਾਈਨਾ ਦੇ 1300 ਬੰਦਿਆਂ ਨੂੰ ਮਾਰਿਆ। ਮਤਲਬ ਦੇਖੋ ਕਿੱਥੇ 114 ਔਰ ਕਿੱਥੇ 1300। ਔਰ ਇੱਕ ਜਿਹੜੀ ਸੈਨਿਕ ਦੀ ਵੀਰ ਗਾਥਾ ਹੁੰਦੀ ਹੈ ਉਹਦੇ ਵਿੱਚ ਇੱਕ ਉਦਾਹਰਣ ਹੈਗਾ ਹੈ ਇੱਕ ਮਿਲਟਰੀ ਹਿਸਟਰੀ ਵਿੱਚ ਕਿ ਲਾਸਟ ਰਾਊਂਡ ਇਹ ਸੀਗਾ 1962। ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਬੁਮਲਾ ਇਲਾਕਾ ਹੈਗਾ ਉਹਦੇ ਵਿੱਚ ਜਿਹੜੇ ਫਸਟ ਸਿੱਖ ਰੈਜੀਮੈਂਟ ਸੀਗੀ ਉਹਨਾਂ ਨੇ ਬਹੁਤ ਹੀ ਤਗੜਾ ਕੰਮ ਕੀਤਾ ਸੀਗਾ। ਜਿਹੜੇ ਸਿੱਖ ਵੀਰ ਯੋਧਾ ਹੋਏ ਹੈਗੇ ਨੇ ਹਿਸਟਰੀ ਵਿੱਚ, ਦੇਖੋ ਤੁਹਾਨੂੰ ਯਾਦ ਹੈ ਸਾਰਾਗੜੀ ਦੀ ਕਹਾਣੀ, ਉਹ 8 ਸਤੰਬਰ 1897 ਦੀ ਗੱਲ, ਉਹ ਹਿੰਦੂ ਕੁਸ਼ ਦੇ ਪਹਾੜ, ਦੇਖੋ 12 ਸਤੰਬਰ ਦੇ ਦਿਨ 12000 ਕਬੀਲਿਆਂ ਨੇ ਹਮਲਾ ਕੀਤਾ ਸਾਰਾਗੜੀ ਦੇ ਉੱਤੇ, 21 ਸਿੱਖ ਸਰਦਾਰ, ਇਹ
ਇੱਕ ਲਈ ਬਹੁਤ ਹੀ ਗਰਵ ਦੀ ਗੱਲ ਹੈਗੀ ਹੈ, ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਸਾਡੇ ਇਤਿਹਾਸ ਇਹੋ ਜਿਹਾ ਰਿਹਾ ਹੈਗਾ। ਹਵਲਦਾਰ ਈਸ਼ਰ ਸਿੰਘ ਤੋਂ ਲੈ ਕੇ ਸਿਪਾਹੀ ਨੰਦ ਸਿੰਘ 21 ਸੀਗੇ ਸਿੱਖ ਵੀਰ ਯੋਧਾ। ਉਹਨਾਂ ਨੇ ਉਸ ਦਿਨ ਉਹ ਕਮਾਲ ਕੀਤਾ ਜਿਹੜਾ ਦੁਨੀਆ ਨੇ ਪਹਿਲੇ ਕਦੀ ਦੇਖਿਆ ਨਹੀਂ ਸੀਗਾ, ਕਦੀ ਦੇਖਣਗੇ ਨਹੀਂ। ਉਹਨਾਂ ਨੇ ਉਸ ਦਿਨ ਉਹਨਾਂ ਨੇ 2 ਦਿਨ ਲੜਾਈ ਲੜੀ, 21 ਦੇ 21 ਸ਼ਹੀਦ ਹੋਏ, ਲਾਸਟ ਮੈਨ ਲਾਸਟ ਰਾਉਂਡ। ਔਰ ਦੇਖੋ ਇਹ ਗੱਲ ਇਹ ਹੈਗੀ ਕਿ ਉਹਨਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਦੇ ਕਰਦੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਉਹਨਾਂ ਨੂੰ ਪਤਾ ਕੀ ਹੈ, ਜਿਹੜੇ ਅੰਗਰੇਜ਼ ਸਰਕਾਰ ਨੇ ਉਸ ਵੇਲੇ 21 ਆਰਡਰ ਆਫ ਮੈਰਿਟ ਦਿੱਤੇ ਸੀਗੇ, ਜਿਹੜਾ ਵਿਕਟੋਰੀਆ ਕ੍ਰਾਸ ਔਰ ਪਰਮਵੀਰ ਚੱਕਰ ਦੇ ਬਰਾਬਰ ਹੈਗਾ। ਇਹ ਪੁਰਾਣੀ ਗੱਲ ਹੈਗੀ ਹੈ। ਹੁਣ ਮੈਂ ਤੁਹਾਨੂੰ ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ, 62 ਤੋਂ ਬਾਅਦ ਜਿਹੜਾ ਭਾਰਤ ਵਿੱਚ ਬਦਲਾਵ ਆਇਆ ਉਹ ਬਿਲਕੁਲ ਹੀ ਅਲੱਗ ਤਰੀਕੇ ਦਾ ਹੈਗਾ। 62 ਵਿੱਚ ਤੁਸੀਂ 5 ਸਾਲ ਪਾ ਦੋ 1967 ਔਰ ਨਥੁਲਾ ਇੱਕ ਜਗ੍ਹਾ ਹੈਗੀ ਸਿੱਕਿਮ ਵਿੱਚ ਔਰ ਚੋਲਾ, ਇੱਥੇ ਇੱਕ ਲੜਾਈ ਜੀ ਹੋਈ, ਮਤਲਬ ਸ਼ਾਰਟ ਸੀਗਾ, ਲੇਕਿਨ 88 ਭਾਰਤ ਦੇ ਐਂਡ 400 ਚਾਈਨਾ ਦੇ ਸੋਲਜਰ ਮਰੇ। ਤੁਸੀਂ ਸਮਝ ਸਕਦੇ ਹੋ, ਇੱਕ ਪਾਸੇ 88 ਦੂਜੇ ਪਾਸੇ 400 ਦਾ ਕੀ ਮਤਲਬ ਹੁੰਦਾ ਹੈ। ਉਸ ਤੋਂ ਬਾਅਦ 1971 ਵਿੱਚ ਦੇਖਿਆ ਗਿਆ ਭਾਰਤ ਨੇ ਕੀ ਕਮਾਲ ਕੀਤਾ ਸੀਗਾ। ਇੱਕ ਪੁਰਾਣਾ ਜਿਹੜਾ ਪਾਕਿਸਤਾਨ ਸੀ ਉਹਦੇ ਵਿੱਚੋਂ ਇੱਕ ਹਿੱਸਾ ਹੀ ਕੱਟ ਦਿੱਤਾ, ਇੱਕ ਨਵੀਂ ਨੇਸ਼ਨ ਨੂੰ ਜਨਮ ਦਿੱਤਾ, ਬੰਗਲਾਦੇਸ਼ ਨੂੰ। ਇਸ ਤੋਂ ਵੱਡੀ ਹਿਸਟਰੀ ਕੀ ਹੋ ਸਕਦੀ ਹੈਗੀ। ਹੁਣ ਗੱਲ ਆਂਦੀ ਹੈ 2017 ਵਿੱਚ 2017 ਵਿੱਚ ਡੋਕਲਾਮ ਵਿੱਚ 73 ਡੇਜ਼ ਸਟੈਂਡ ਅਪ ਹੋਇਆ ਬਿਟਵੀਨ ਇੰਡੀਆ ਐਂਡ ਚਾਈਨਾ। ਇਹ ਜਿਹੜੀ ਜਗ੍ਹਾ ਹੈ ਡੋਕਲਾਮ, ਦਿਸ ਇਜ਼ ਨੀਅਰ ਟਰਾਈ ਜੰਕਸ਼ਨ ਆਫ ਭੂਟਾਨ, ਭਾਰਤ ਔਰ ਚੀਨ ਦੇ। ਔਰ ਆਫਟਰ 73 ਡੇਜ਼ ਸਟੈਂਡ ਅਪ ਫਿਰ ਡਿਸਐਂਗੇਜਮੈਂਟ ਹੋਇਆ। ਲੇਕਿਨ ਦੇਖੋ ਵੱਡੀ ਗੱਲ ਇਹ ਹੈਗੀ ਹੈ ਕਿ ਪੂਰਾ ਇਸ ਸਾਲ ਦਸੰਬਰ 2019 ਦੇ ਬਾਅਦ ਵਿੱਚ ਇੱਕ ਤਾਂ ਕੋਵਿਡ ਸ਼ੁਰੂ ਹੋਇਆ ਵੂਹਾਨ ਚਾਈਨਾ ਤੋਂ। ਉਸ ਤੋਂ ਬਾਅਦ ਚਾਈਨਾ ਨੇ ਕਿੰਨਾ ਵੱਡਾ ਧੋਖਾ ਦਿੱਤਾ ਹੈਗਾ, ਉਹਨੇ ਆਪਣੀ ਐਕਟੀਵਿਟੀਜ਼ ਈਸਟ ਲਦਾਖ ਵਿੱਚ ਸ਼ੁਰੂ ਕੀਤੀਆਂ। 15 ਜੂਨ ਦੀ ਰਾਤ ਈਸਟ ਲਦਾਖ LAC ਦੇ ਉੱਤੇ ਗਲਵਾਨ ਜਗ੍ਹਾ ਵਿੱਚ ਚਾਈਨਾ ਨੇ ਉਸ ਰਾਤ ਨੂੰ ਇੱਕ ਧੋਖਾ, ਇੱਕ ਟ੍ਰੈਜਰੀ ਕੀਤੀ, ਕੋਸ਼ਿਸ਼ ਕੀਤੀ LAC ਦਾ ਸਟੇਟਸ ਕੋ ਚੇਂਜ ਕਰਨ ਦੀ। ਲੇਕਿਨ ਜਿਹੜੇ ਭਾਰਤ ਦੇ ਜਵਾਨ ਸੀ ਨਾ, ਡਟੇ ਰਹੇ। ਉਹਨਾਂ ਨੇ 20 ਜਵਾਨਾਂ ਨੇ ਇਨਕਲੂਡਿੰਗ ਉਹਨਾਂ ਦੇ ਕਮਾਂਡਿੰਗ ਅਫਸਰ ਸਾਹਿਬ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। 16 ਸਿੱਖ ਰੈਜੀਮੈਂਟ ਸੀਗੀ, 16 ਬਿਹਾਰ ਰੈਜੀਮੈਂਟ। ਔਰ ਜਿਹੜੇ ਬਿਹਾਰ ਬੰਦੇ ਹੈਗੇ ਨਾ, ਇਹ ਕਿੱਥੋਂ ਆਉਂਦੇ ਨੇ? ਇਹ ਬਿਹਾਰ ਪਟਨਾ ਸਾਹਿਬ ਦੇ ਆਸੇ-ਪਾਸੇ ਦੇ ਆਉਂਦੇ ਹੈਗੇ ਆ, ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਨਮ ਲਿੱਤਾ ਸੀਗਾ, ਉਸ ਭੂਮੀ ਵਿੱਚ ਉੱਥੋਂ ਆਉਂਦੇ ਹੈਗੇ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ, ਉੱਥੇ ਜਗ੍ਹਾ ਵਿੱਚ ਇੱਕ 3 ਫੀਲਡ ਰੈਜੀਮੈਂਟ ਤੋਪਖਾਨੇ ਵਾਲੇ ਔਰ 81 ਫੀਲਡ ਰੈਜੀਮੈਂਟ ਜਿਹੜੇ ਤੋਪਖਾਨੇ ਵਾਲੇ, ਜਿਹੜੇ ਸਿੱਖ ਟਰੁੱਪ ਸੀਗੇ, ਬਸ ਉਹ ਵੀ ਚੜ ਗਏ। ਔਰ ਉਹਨਾਂ ਨੇ ਇਹੋ ਜਿਹਾ ਕਮਾਲ ਕੀਤਾ, ਬਸ ਉੱਥੇ ਮਤਲਬ ਉਹਨਾਂ ਨੇ ਜੋ ਉਸ ਰਾਤ ਨੂੰ ਕਮਾਲ ਕੀਤਾ, ਚਾਈਨਾ ਨੇ ਤੇ ਨਹੀਂ ਦੱਸਿਆ ਹੈਗਾ ਕਿਸੇ ਨੂੰ, ਉਹ ਝੂਠ ਬੋਲਦੇ ਹੈਗੇ ਨੇ। ਲੇਕਿਨ ਹੁਣ ਉਹਨਾਂ ਦੀ ਜਿਹੜੀ ਫੋਟੋ ਆ ਰਹੀ ਹੈ ਕਿ ਉਹਨਾਂ ਤੋਂ ਪਤਾ ਲੱਗਦਾ ਕਿ ਉਸ ਰਾਤ ਨੂੰ 100 ਤੋਂ ਵੱਧ ਚਾਈਨੀਜ਼ ਨੂੰ ਮਾਰਿਆ। ਦੇਖੋ ਫਾਇਰਿੰਗ ਨਹੀਂ ਹੋਈ, ਹੱਥਾਂ ਨਾਲ ਹੀ ਮਾਰ ਦਿੱਤਾ ਉਹਨਾਂ ਨੂੰ, ਉਹਨਾਂ ਦੀ ਗਰਦਨਾਂ ਤੋੜਤੀਆਂ, ਉਹਨਾਂ ਦੀ ਰੀੜ ਦੀ ਹੱਡੀ ਤੋੜਤੀ। ਜਿਹੜੀ ਅੱਜ ਦੀ ਸਥਿਤੀ ਹੈ ਭਾਰਤ ਦੀ, ਉਹ ਬਿਲਕੁਲ ਅਲੱਗ ਹੈਗੀ। ਦੇਖੋ ਜਿਹੜਾ ਭਾਰਤ ਦੇ ਇੰਡੀਅਨ ਆਰਮੀ, 에ਅਰ ਫੋਰਸ, ਨੇਵੀ ਹੈਗੇ ਨੇ, ਦੇ ਆਰ ਅਲਰਟ, ਪ੍ਰੀਪੇਅਰਡ ਐਂਡ ਰੈਡੀ। ਜਿਹੜਾ ਭਾਰਤ ਦੀ ਸਰਕਾਰ ਹੈਗੀ ਹੈ ਇਸ ਵੇਲੇ, ਉਹਨਾਂ ਦਾ ਜਿਹੜਾ ਰੁਖ ਹੈਗਾ ਅਲੱਗ ਹੈਗਾ। ਉਹ ਹਾਰਡ ਡਿਸੀਜਨ ਕਰ ਰਹੇ ਹੈਗੇ ਨੇ, ਰਿਜ਼ੋਲਵ ਦੇ ਨਾਲ ਕਰਦੇ ਹੈਗੇ ਆ, ਔਰ ਨੈਸ਼ਨਲ ਵਿਲ ਨੂੰ ਐਕਸਪ੍ਰੈਸ ਕਰਦੇ ਹੈਗੇ ਆ। ਇੰਨੇ ਵੱਡੇ ਕਦਮ ਲਿੱਤੇ ਹੈਗੇ। ਬਾਲਾਕੋਟ ਵਿੱਚ 에ਅਰ ਸਟ੍ਰਾਈਕ ਕੀਤੀ ਉਹਨਾਂ ਨੇ ਪੁਰਾਣਾ ਜੰਮੂ ਕਸ਼ਮੀਰ ਨੂੰ ਤੋੜ ਕੇ 2 ਯੂਨੀਅਨ ਟੈਰੀਟਰੀ ਬਣਾਤੀ। ਉਹਨਾਂ ਨੇ ਇੱਕ ਸਰਵੇ ਆਫ ਇੰਡੀਆ ਦਾ ਮੈਪ ਇਸ਼ੂ ਕੀਤਾ, ਜਿਹਦੇ ਵਿੱਚ ਆਪਣੀ ਰੈੱਡ ਲਾਈਨ ਬਿਲਕੁਲ ਕਲੀਅਰ ਦਿਖਾਈਆਂ ਹੈ ਕਿ ਅਕਸਾਈਚਿਨ ਸਾਡਾ ਹੈਗਾ, POK ਸਾਡਾ ਹੈਗਾ, ਗਿਲਗਿਟ ਬਾਲਟਿਸਤਾਨ ਸਾਡਾ ਹੈਗਾ। ਇੰਨਾ ਬਿਲਕੁਲ ਸਪਸ਼ਟ ਤਰੀਕੇ ਨੇ ਦੱਸਿਆ ਹੈਗਾ ਪੂਰੇ ਉਹਨਾਂ ਨੂੰ। ਔਰ ਜਿਹੜਾ ਉਹਨਾਂ ਨੂੰ ਸਬਕ ਸਿਖਾਇਆ 15 ਜੂਨ ਦੀ ਰਾਤ ਨੂੰ, ਉਹ ਚਾਈਨਾ ਵਾਲੇ PLA ਅਗਲੇ 100 ਸਾਲ ਭੁੱਲਣਗੇ ਨਹੀਂ। ਉਹਨਾਂ ਦਾ ਜਿਹੜਾ ਝੂਠ ਫਰੇਮ ਪੂਰਾ ਇੱਕਦਮ ਉਹਨਾਂ ਦਾ ਪੂਰੀ ਦੁਨੀਆ ਦੇ ਸਾਹਮਣੇ ਖੜਾ ਕਰਤਾ ਹੈਗਾ ਵੀ ਇਹਨਾਂ ਦੀ ਕੀ ਔਕਾਤ ਹੈਗੀ ਆ, ਕਿਸ ਟਾਈਪ ਦੇ ਸੋਲਜਰ ਹੈਗੇ ਨੇ। ਫਿਰ ਦੁਬਾਰਾ 29 ਅਗਸਤ ਨੂੰ ਐਸੇ ਸਾਲ ਉਹਨਾਂ ਨੇ ਕੋਸ਼ਿਸ਼ ਕੀਤੀ LAC ਸਟੇਟਸ ਕੋ ਚੇਂਜ ਕਰਨ ਦੀ। ਜਿਹੜੇ ਇੱਕ ਲੇਕ ਹੈ ਪੰਗੈਂਗਸੋ ਲੇਕ ਲਦਾਖ ਵਿੱਚ,
ਉਹਦਾ 2/3 ਹਿੱਸਾ ਚਾਈਨਾ ਵੱਲ ਹੈਗਾ, 1/3 ਸਾਡੀ ਵੱਲ ਹੈਗਾ, 45 ਕਿਲੋਮੀਟਰ ਦਾ। ਉਹ ਲੇਕ ਦੇ ਸਾਊਥ ਵਿੱਚ ਚਾਈਨੀਜ਼ ਨੇ 29 ਅਗਸਤ ਨੂੰ ਰਾਤ ਦੇ 11 ਵਜੇ ਕੋਸ਼ਿਸ਼ ਕੀਤੀ ਆਉਣ ਦੀ, ਲੇਕਿਨ ਭਾਰਤੀ ਸੈਨਾ ਅਲਰਟ ਸੀਗੀ, ਇੰਟੈਲੀਜੈਂਸ ਸੀਗੀ, ਉਹਨਾਂ ਨੇ ਪ੍ਰੀਐਮਪਟਿਵ ਮੂਵ ਕੀਤਾ ਔਰ ਜਿੰਨੀਆਂ ਹਾਈਟ ਸੀ ਉਸ ਇਲਾਕੇ ਵਿੱਚ ਸਾਰੀਆਂ ਆਕੂਪਾਈ ਕਰ ਲਈਆਂ। ਹੁਣ ਸਥਿਤੀ ਬਿਲਕੁਲ ਚੇਂਜ ਹੋ ਗਈ ਹੈ। ਹੁਣ ਦੇਖੋ ਕਿੱਥੇ 62 ਸੀਗਾ ਔਰ ਕਿੱਥੇ ਭਾਰਤ ਹੁਣ 2020 ਵਿੱਚ ਹੈਗਾ। ਅੱਜ ਦੇ ਦਿਨ ਇੰਡੀਅਨ ਆਰਮੀ ਦਾ ਜਿਹੜਾ ਮਾਊਂਟੇਨ ਵਾਰਫੇਅਰ, ਹਾਈ ਐਲਟੀਟਿਊਡ ਵਾਰਫੇਅਰ, ਵਿੰਟਰ ਵਾਰਫੇਅਰ ਔਰ ਜਿਹੜਾ ਲੜਾਈ ਦਾ ਐਕਸਪੀਰੀਅੰਸ ਹੈਗਾ ਬਹੁਤ ਹੀ ਉੱਚਾ ਹੈਗਾ, ਬਹੁਤ ਹਾਈ ਸਟੈਂਡਰਡ ਹੈਗਾ। ਔਰ ਦੂਜੀ ਵੱਲ ਦੇਖੋ ਚਾਈਨਾ ਦੀ ਮੀਡੀਆ ਵਾਰ ਕਰਦਾ ਰਹਿੰਦਾ, ਝੂਠ ਬੋਲਦਾ ਰਹਿੰਦਾ, ਸਾਈਕੋਲੋਜੀਕਲ ਵਾਰ, ਪ੍ਰੋਪੇਗੈਂਡਾ ਵਾਰ, ਲੀਗਲ ਵਾਰ ਕਰਦਾ ਰਹਿੰਦਾ ਹੈਗਾ। ਔਰ ਉਹਨਾਂ ਦਾ ਤਾਂ ਕੰਬੈਟ ਐਕਸਪੀਰੀਅੰਸ ਹੀ ਨਹੀਂ ਹੈਗਾ। ਪਿਛਲੀ ਵਾਰ ਜਦੋਂ ਲੜਾਈ ਲੜੀ ਸੀ ਉਹਨਾਂ ਨੇ 1979 ਵਿੱਚ ਲੜੀ ਸੀਗੀ। ਤੇ ਦੋਨਾਂ ਦਾ ਜਿਹੜਾ 62 ਦੀ ਤੁਸੀਂ ਗੱਲ ਕੀਤੀ ਔਰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਹੈਗੀ ਉਸ ਤੋਂ ਬਾਅਦ 67, 86 ਫਿਰ ਸੁੰਦਰੋਂਗਚੂ, 1971, 2017 ਔਰ ਜਿਹੜੀ ਅੱਜ ਦੀ ਗੱਲ ਹੈਗੀ ਆ, ਸਥਿਤੀ ਪੂਰਨ ਰੂਪ ਵਿੱਚ ਬਦਲ ਗਈ ਹੈਗੀ ਹੈ। ਔਰ ਇਹਦੇ ਹਰੇਕ ਸਟੈਪ ਵਿੱਚ ਪੂਰੇ ਭਾਰਤ ਦਾ ਔਰ ਉਹਦੇ ਵਿੱਚ ਜਿਹੜਾ ਸਿੱਖ ਸੋਲਜਰ ਹੈਗਾ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਹੈ। ਜੀ ਜੀ, ਨਹੀਂ ਬਹੁਤ ਅੱਛਾ, ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਡਿਟੇਲ ਦੇ ਵਿੱਚ ਸਮਝਾਇਆ ਹੈਗਾ ਜੀ। ਪਰ ਇਹਦੇ ਵਿੱਚ ਇੱਕ ਤੁਸੀਂ ਕਾਫੀ ਗੱਲਾਂ ਦੇ ਵਿੱਚ ਇੱਕ ਗੱਲ ਮੈਨੂੰ ਬੜੀ ਟੱਚਿੰਗ ਲੱਗੀ ਹੈਗੀ ਵੀ ਤੁਸੀਂ ਵਿੰਟਰ ਵਾਰਫੇਅਰ ਦੀ ਗੱਲ ਕਰੀ ਹੈਗੀ ਹੈ। ਇੱਕ ਪਾਸੇ ਜਿਹੜੇ ਹੈਗੇ ਨੇ ਆਪਣੇ ਡਿਫੈਂਸ ਮਿਨਿਸਟਰ ਹੈਗੇ ਨੇ ਜਾਂ ਚਾਈਨਾ ਦੇ ਡਿਫੈਂਸ ਮਿਨਿਸਟਰ ਹੈਗੇ ਨੇ, ਉਹਨਾਂ ਦੀ ਗੱਲਬਾਤ ਚੱਲ ਰਹੀ ਹੈਗੀ ਹੈ ਤੇ ਡਿਪਲੋਮੈਟਿਕ ਕੋਈ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਉੱਥੇ ਵੀ ਤਿਆਰੀਆਂ ਦੋਨੋਂ ਮੁਲਕਾਂ ਦੀਆਂ ਚੱਲ ਰਹੀਆਂ ਹੈਗੀਆਂ ਨੇ। ਅਮਰੀਕਾ ਦੇ ਵਿੱਚ ਰਹਿ ਕੇ ਕੁਝ ਲੋਕਾਂ ਦੇ ਨਾਲ ਸਾਡੀ ਡਿਸਕਸ਼ਨ ਹੁੰਦੀ ਹੈਗੀ ਆ, ਉਹ ਕਹਿੰਦੇ ਹੈਗੇ ਨੇ ਵੀ ਚਾਈਨਾ ਇੱਕ ਬਹੁਤ ਵੱਡੀ ਗਲਤੀ ਕਰ ਰਿਹਾ, ਵੀ ਚਾਈਨਾ ਇਸ ਟ੍ਰੈਪ ਦੇ ਵਿੱਚ ਵੀ ਫਸ ਸਕਦਾ ਹੈਗਾ ਜਿਸ ਟ੍ਰੈਪ ਦੇ ਵਿੱਚ ਨਾਜ਼ੀ ਆਰਮੀ ਜਾਂ ਜਰਮਨੀ ਦੇ ਹਿਟਲਰ ਦੀ ਆਰਮੀ ਫਸੀ ਹੈਗੀ ਸੀ ਜਦੋਂ ਉਹਨੇ ਰਸ਼ੀਆ ਤੇ ਅਟੈਕ ਕਰਿਆ ਹੈਗਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵਿੰਟਰ ਆ ਰਹੀ ਹੈਗੀ ਹੈ ਕਿ ਇਹ ਇਹਨਾਂ ਦੀ ਸਟ੍ਰੈਟੇਜੀ ਤਾਂ ਨਹੀਂ ਹੈਗੀ ਇੰਡੀਆ ਦੀ ਵੀ ਹਾਂ ਜਦੋਂ ਵਿੰਟਰ ਆ ਗਈ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਹੀ ਟ੍ਰੈਪ ਹੋ ਜਾਣਾ, ਉਹਦੇ ਵਿੱਚ ਬਹੁਤ ਮੁਸ਼ਕਲ ਹੋਏਗਾ। ਮੈਂ ਚਾਹੁੰਦਾ ਨਹੀਂ ਹੈਗਾ ਵੀ ਤੁਸੀਂ ਕੁਝ ਜ਼ਿਆਦਾ ਡੀਟੇਲ ਉਹ ਕਰੋ, ਜਿੰਨਾ ਕਿ ਤੁਸੀਂ ਦੱਸ ਸਕਦੇ ਹੈਗੇ ਤੁਸੀਂ ਇਹ ਸਟ੍ਰੈਟੇਜੀ ਤੇ ਥੋੜਾ ਜਿਹਾ ਚਾਨਣ ਪਾ ਸਕਦੇ ਹੋ। ਇਹ ਤੁਹਾਡਾ ਸਵਾਲ ਬਹੁਤ ਸੋਹਣਾ ਹੈਗਾ। ਦੇਖੋ ਜੀ ਇਸ ਤਰ੍ਹਾਂ ਹੈਗਾ ਕਿ ਭਾਰਤ ਦੀ ਜਿਹੜੀ ਮਿਲਟਰੀ ਕੈਪੇਬਿਲਿਟੀ, ਕੈਪੈਸਿਟੀ ਔਰ ਸਕਿੱਲ ਹੈਗੀ ਹੈ ਉਹਦੇ ਵਿੱਚ ਮਾਊਂਟੇਨ ਵਾਰਫੇਅਰ, ਹਾਈ ਐਲਟੀਟਿਊਡ ਵਾਰਫੇਅਰ ਔਰ ਵਿੰਟਰ ਵਾਰਫੇਅਰ ਵਿੱਚ ਬਹੁਤ ਹੀ ਉਹਨਾਂ ਦੀ ਕਾਬਲੀਅਤ ਹੈਗੀ ਹੈ। ਕਿਉਂਕਿ ਅਸੀਂ ਤੇ 1947 ਤੋਂ ਬਾਅਦ ਮਤਲਬ ਇੰਡੀਅਨ ਆਰਮੀ ਸਦਾ ਹੀ ਬਿਜ਼ੀ ਰਹੀ ਹੈਗੀ ਆ। ਔਰ ਦੇਖੋ ਮੈਂ ਇੱਕ ਭਾਰਤੀ ਸੈਨਾ ਦਾ ਇੱਕ ਅੰਸ਼ ਰਿਹਾ ਹਾਂ ਔਰ 40 ਸਾਲ ਦੀ ਨੌਕਰੀ ਵਿੱਚ ਇੰਡੀਆ ਚਾਈਨਾ ਬਾਰਡਰ, ਇੰਡੀਆ ਪਾਕਿਸਤਾਨ ਬਾਰਡਰ, ਕਸ਼ਮੀਰ ਵਿੱਚ ਪੂਰੀ ਜ਼ਿੰਦਗੀ ਇਹੀ ਕੰਮ ਕੀਤਾ ਹੈਗਾ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਮੈਨੂੰ ਵਾਹਿਗੁਰੂ ਨੇ ਮੌਕਾ ਦਿੱਤਾ, ਇੰਡੀਅਨ ਆਰਮੀ ਨੇ ਮੌਕਾ ਦਿੱਤਾ। ਮੈਂ ਚੀਨ 7 ਵਾਰ ਗਿਆ ਹੈਗਾ ਐਜ਼ ਅ ਪਾਰਟ ਆਫ ਐਕਸਪਰਟ ਗਰੁੱਪ, ਜੁਆਇੰਟ ਵਰਕਿੰਗ ਗਰੁੱਪ, ਐਨੂਅਲ ਡਾਇਲੌਗ ਬਿਟਵੀਨ ਇੰਡੀਆ ਚਾਈਨਾ ਬਾਰਡਰ ਇਸ਼ੂ ਦੇ ਉੱਤੇ। ਔਰ ਮੈंने ਇੱਕ 2012 ਵਿੱਚ ਇੱਕ ਮਿਲਟਰੀ ਡੈਲੀਗੇਸ਼ਨ ਲੀਡ ਕੀਤਾ ਸੀਗਾ ਸ਼ੰਘਾਈ, ਬੀजिंग ਐਂਡ ਉਰਮਚੀ ਜਿਹੜਾ ਸ਼ਿਨजियांग ਵਿੱਚ ਹੈਗਾ। ਤੇ ਇੰਡੀਆ ਚਾਈਨਾ ਬਾਰਡਰ ਦੇ ਉੱਤੇ ਵੀ ਮੈਂ 8 ਸਾਲ ਨੌਕਰੀ ਕੀਤੀ ਹੈਗੀ। ਸੋ ਆਈ ਹੈਵ ਦ ਫਰਸਟ ਹੈਂਡ ਨੌਲੇਜ ਆਫ ਦ ਐਂਟਾਇਰ ਪ੍ਰੋਬਲਮ ਐਂਡ ਇਨਫੈਕਟ ਦੇਖੋ ਜਿਹੜਾ ਤੁਸੀਂ ਬੜਾ ਸੋਹਣਾ ਆਖਿਆ ਹੈਗਾ ਐਂਡ ਇਟ ਇਜ਼ ਐਬਸੋਲੂਟਲੀ ਡਾਟ ਟੂ ਦਿਸ ਮੋਮੈਂਟ ਕਿ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਹੈਗੇ ਨੇ, ਜਿਹੜੇ ਚੀਨ ਦੇ ਰੱਖਿਆ ਮੰਤਰੀ ਹੈਗੇ ਜਨਰਲ ਵਾਈ ਫੈਂਘੇ, ਉਹਨਾਂ ਦੇ ਨਾਲ ਜਿਹੜੀ ਗੱਲ ਹੋਈ ਹੈ ਮਾਸਕੋ ਵਿੱਚ ਔਨ ਦਾ ਸਾਈਡਲਾਈਨਸ ਆਫ SCO। ਦੇਖੋ ਇਸ ਤਰ੍ਹਾਂ ਹੈਗਾ ਜਿਹੜੀ ਲੜਾਈ ਹੁੰਦੀ ਨਾ ਉਹ ਸਿਰਫ ਮਿਲਟਰੀ ਦੀ ਲੜਾਈ ਨਹੀਂ ਹੈਗੀ ਹੈ। ਇਹ ਲੜਾਈ ਕੀ ਪੂਰੇ ਐਲੀਮੈਂਟਸ ਆਫ ਪਾਵਰ ਦੀ, ਪੂਰੇ ਐਲੀਮੈਂਟਸ ਆਫ ਵਾਰ ਦੀ। ਇਹਦੇ ਵਿੱਚ ਡਿਪਲੋਮੇਸੀ ਵੀ ਹੁੰਦੀ ਹੈਗੀ ਹੈ, ਇਹਦੇ ਵਿੱਚ ਇਨਫੋਰਮੇਸ਼ਨ ਵਾਰ ਵੀ ਹੈਗਾ, ਇਹਦੇ ਵਿੱਚ ਮੀਡੀਆ ਵੀ ਹੈਗਾ, ਇਹਦੇ ਵਿੱਚ ਪੋਲਿਟਿਕਸ ਵੀ ਹੈ, ਇਹਦੇ ਵਿੱਚ ਪਬਲਿਕ ਵੀ ਹੈ ਔਰ ਇਹਦੇ ਵਿੱਚ ਟੈਕਨੋਲੋਜੀ ਵੀ ਹੈ ਔਰ ਇਹਦੇ ਵਿੱਚ ਇਕਨੋਮੀ ਵੀ ਹੈ। ਸੋ ਇਟ ਇਜ਼ ਦ ਸਮ ਅਪ ਆਫ ਇਹ ਸਾਰੀ ਗੱਲਾਂ ਦਾ। ਤੇ ਲੜਾਈ ਆਪਣੀ ਜਗ੍ਹਾ ਤੇ ਹੈਗੀ ਹੈ, ਡਿਪਲੋਮੇਸੀ ਆਪਣੀ ਜਗ੍ਹਾ ਤੇ ਹੈਗੀ ਹੈ। ਔਰ ਇੱਕ ਗੱਲ ਹੈਗੀ ਹੈ, ਦੇਖੋ ਹੁਣ ਜਿਹੜਾ ਈਸਟ ਲਦਾਖ ਵਿੱਚ ਜਿਹੜੀ ਇਸ ਵੇਲੇ ਦੀ ਸਿਚੁਏਸ਼ਨ ਹੈਗੀ ਹੈ ਉਹਦੇ ਵਿੱਚ ਤਣਾਅ ਵੀ ਹੈਗਾ, ਉਹਦੇ ਵਿੱਚ ਵੀ ਹੋ ਰਹੀਆਂ ਹੈਗੀਆਂ, ਉਹਦੇ ਵਿੱਚ ਪ੍ਰੈਪਰੇਸ਼ਨ ਵੀ ਹੋ ਰਹੀਆਂ ਹੈਗੀਆਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ 15 ਜੂਨ ਦੀ ਹੋਈ ਗੱਲ, ਉਸ ਤੋਂ ਪਹਿਲੇ ਤੋਂ ਐਕਚੁਅਲੀ 6 ਜੂਨ ਤੋਂ ਸ਼ੁਰੂ ਹੋਈ। 5 ਜਿਹੜੇ ਮੀਟਿੰਗ ਹੋਈਆਂ ਐਟ ਮਿਲਟਰੀ ਲੈਵਲ ਐਟ ਦਾ ਕੋਰ ਕਮਾਂਡਰ, ਲੈਫਟੀਨੈਂਟ ਜਨਰਲ ਲੈਵਲ। ਔਰ ਜਿਹੜੇ ਕਮਾਂਡਰ ਸਾਹਿਬ ਹੈਗੇ ਨਾ
ਜਿਹੜੇ ਲਦਾਖ ਵਿੱਚ ਬੈਠੇ ਹੈਗੇ ਨੇ ਬਹੁਤ ਹੀ ਪ੍ਰੋਫੈਸ਼ਨਲ ਆਫੀਸਰ ਹੈਗੇ ਨੇ, ਸਿੱਖ ਆਫੀਸਰ ਹੈਗੇ ਨੇ। ਹੀ ਇਜ਼ ਫਰਮ ਮਰਾਠਾ ਲਾਈ ਰੈਜੀਮੈਂਟ ਔਰ ਉਹ ਮੇਰੇ ਨਾਲ ਵੀ ਰਹੇ ਹੈਗੇ ਪਹਿਲੇ, ਐਂਡ ਆਈ ਐਮ ਪ੍ਰਾਊਡ ਹੀ ਇਜ਼ ਅ ਵੈਰੀ ਫਾਈਨ ਕੰਬੈਟ ਸੋਲਜਰ ਐਂਡ ਅ ਲੀਡਰ। ਔਰ ਉਸ ਤੋਂ ਹੁਣ ਜਿਹੜੀ 29 ਅਗਸਤ ਨੂੰ ਜਿਹੜੀ ਚਾਈਨਾ ਨੇ ਨਾਪਾਕ ਕੋਸ਼ਿਸ਼ ਕੀਤੀ ਸੀਗੀ, ਉਸ ਤੋਂ ਬਾਅਦ ਵੀ 5 ਮੀਟਿੰਗ ਹੋ ਗਈ ਹੈਗੀਆਂ ਬ੍ਰਿਗੇਡ ਕਮਾਂਡਰ ਲੈਵਲ ਦੇ ਉੱਤੇ। ਲੇਕਿਨ ਉਹ ਆਪਣਾ ਚੱਲਦਾ ਰਹੂਗਾ, ਮਿਲਟਰੀ ਪ੍ਰੋਫੈਸ਼ਨ ਆਪਣਾ ਚੱਲਦਾ ਰਹੂਗਾ। ਇਹ ਹਰੇਕ ਜਿਹੜਾ ਲੈਵਲ ਹੈਗਾ that will keep going at their pace। ਹੁਣ ਅਗਲੇ ਆਉਣ ਵਾਲੇ ਦਿਨ ਵਿੱਚ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਸਾਹਿਬ ਹੈਗੇ ਨੇ ਔਰ ਜਿਹੜੇ ਚਾਈਨਾ ਦੇ ਵਾਂਗ ਹੀ ਉਹਨਾਂ ਦੇ ਫੋਰਨ ਮਿਨਿਸਟਰ ਹੈਗੇ, ਉਹ ਵੀ ਮਿਲਣਗੇ ਮਾਸਕੋ। ਇਨਫੈਕਟ ਜਿਹੜਾ SCO ਦੀ ਮੀਟਿੰਗਸ ਹੋ ਰਹੀਆਂ ਹੈਗੀਆਂ ਉਹਦੇ ਸਾਈਡਲਾਈਨ ਤੇ they are also likely to meet। So these things will keep going on, you know, this is part of the process। ਵੈਰੀ ਗੁੱਡ, ਵੈਰੀ ਗੁੱਡ। ਅੱਛਾ, ਤੁਸੀਂ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕਰਿਆ ਹੈਗਾ। ਅਗਲੇ ਮੇਰੇ 2 ਕੁਐਸਚਨ ਹੈਗੇ ਨੇ, ਪਰ ਮੈਂ ਇੱਕ ਦੇ ਵਿੱਚ ਕੰਬਾਈਨ ਕਰਾਂਗਾ ਹੈਗਾ। ਇੱਕ ਤਾਂ ਜਿਹੜੇ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਜਿਹੜੀਆਂ ਮਿਸਲਾਂ ਹੈਗੀਆਂ ਸੀਗੀਆਂ, ਉਹਨਾਂ ਦਾ ਕਿਸ ਤਰ੍ਹਾਂ ਕੋਈ ਕੰਟਰੀਬਿਊਸ਼ਨ ਹੈਗਾ ਸੀ ਕਸ਼ਮੀਰ ਸਾਈਡ ਤੇ, ਕਿੱਥੇ ਆਪਣਾ ਰਾਜ ਰਿਹਾ ਹੈ, ਕਿੱਥੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈਗੀ। ਔਰ ਦੂਜੀ ਇਹਦੇ ਨਾਲ ਹੈਗਾ ਅੱਜ ਕੱਲ੍ਹ ਤੁਹਾਡਾ, ਤੁਸੀਂ 40 ਸਾਲ ਦਾ ਐਕਸਪੀਰੀਅੰਸ ਹੈਗਾ, ਤੁਸੀਂ ਦੇਸ਼ ਦੇ ਲਈ ਬਹੁਤ ਜ਼ਿਆਦਾ ਸੇਵਾ ਕਰੀ ਹੈਗੀ ਹੈ। ਤੁਹਾਡੇ ਵਰਗੇ ਹੋਰ ਬਹਾਦਰ ਆਰਮੀ ਆਫੀਸਰ ਹੈਗੇ ਨੇ, ਸਿੱਖ ਰੈਜੀਮੈਂਟ ਦੇ ਵਿੱਚੋਂ ਹੈਗੇ ਨੇ, ਜਾਂ ਭਾਰਤੀ ਫੌਜ ਦੇ ਵਿੱਚੋਂ ਕੋਈ ਪੰਜਾਬੀ ਹੈਗੇ ਨੇ, ਸਿੱਖ ਹੈਗੇ ਨੇ। ਕਈ ਵਾਰੀ ਇਹ ਹੁੰਦਾ ਹੈਗਾ, ਇਹ ਕੁਐਸਚਨ ਰੇਜ਼ ਹੁੰਦਾ ਹੈਗਾ, ਲੋਕੀ ਪ੍ਰੋਪੋਗੈਂਡਾ ਕਰਦੇ ਹੈਗੇ ਨੇ, ਤੁਹਾਨੂੰ ਡਿਊ ਰਿਸਪੈਕਟ ਜਿਹੜੀ ਹੈਗੀ ਹੈ ਆਰਮੀ ਦੇ ਵਿੱਚ ਐਜ ਏ ਸਿੱਖ ਆਫੀਸਰ ਮਿਲਦੀ ਹੈਗੀ ਹੈ? ਤੁਸੀਂ ਕਦੇ ਅੱਜ ਤੱਕ ਫੀਲ ਕਰਿਆ ਹੈਗਾ ਵੀ ਨਹੀਂ ਮੈਂ ਸਿੱਖ ਹੈਗਾ ਇਸ ਕਰਕੇ ਮੇਰੇ ਨਾਲ ਇਦਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਹੋਈ ਹੈਗੀ ਹੈ? ਕਦੇ ਵੀ ਤੁਹਾਡੇ ਕੋਈ ਮਨ ਦੇ ਵਿੱਚ ਆਈ ਹੈਗੀ, ਫੀਲ ਹੋਈ ਹੈਗੀ ਹੈ? ਇਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਹੈਗਾ। ਦੇਖੋ ਜੀ, ਪਹਿਲੇ ਤੁਸੀਂ ਬੜਾ ਨਾਜ਼ੁਕ ਜਿਹਾ ਸਵਾਲ ਕੀਤਾ ਹੈਗਾ ਔਰ ਬਹੁਤ ਸੋਹਣਾ ਸਵਾਲ ਹੈਗਾ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈ ਕਿ ਭਾਰਤ ਵਿੱਚ ਸਿੱਖਾਂ ਦੇ ਵਾਸਤੇ ਬਹੁਤ ਇੱਜ਼ਤ ਹੈਗੀ ਹੈ। ਔਰ ਜਿਸ ਬੰਦੇ ਨੇ ਪਗੜੀ ਪਾਈ ਹੋਈ ਹੈ ਨਾ, ਜਿਸਨੇ ਵਾਹਿਗੁਰੂ ਤੇ ਵਿਸ਼ਵਾਸ ਰੱਖਿਆ ਹੈਗਾ ਜੀ, ਬੰਦਾ ਇਹੋ ਜਿਹਾ ਹੈਗਾ, ਉਹਦੀ ਕ੍ਰੈਡੀਬਿਲਿਟੀ ਔਰ ਡਿਪੈਂਡੇਬਿਲਿਟੀ ਇਹੋ ਜਿਹੇ ਲੈਵਲ ਦੀ ਹੈਗੀ ਆ ਕਿ ਸਾਰੇ ਉਹਦੇ ਉੱਤੇ ਡਿਪੈਂਡ ਕਰਦੇ ਹੈਗੇ ਆ, ਉਹਦੀ ਕ੍ਰੈਡੀਬਿਲਿਟੀ ਨੂੰ ਸਲਾਮ ਕਰਦੇ ਹੈਗੇ। ਅੱਛਾ, ਇਹ ਵਾਹਿਗੁਰੂ ਦੀ ਬਲੇਸਿੰਗ ਹੈਗੀ ਕਿ ਜਦੋਂ ਬੰਦਾ ਪਗੜੀ ਪਾ ਲੈਂਦਾ ਹੈਗਾ, ਜਦੋਂ ਬੰਦਾ ਆਪਣੇ ਯੂਨੀਫਾਰਮ ਪਾ ਲੈਂਦਾ ਹੈਗਾ, ਔਰ ਜਦੋਂ ਉਹਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਬਲੇਸਿੰਗਸ ਹੈਗੀਆਂ, ਔਰ ਉੱਤੋਂ ਦੀ ਉਹ ਇੱਕਦਮ ਦਿਖਦਾ ਹੀ ਐਵੇਂ ਹੈਗਾ ਕਿ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਹੈਗਾ। ਕਿਉਂਕਿ ਜਦੋਂ ਵੀ ਮੈਂ ਆਪਣੇ ਸ਼ੀਸ਼ੇ ਵਿੱਚ ਦੇਖਦਾ ਹੈਗਾ ਆਪਣੇ ਆਪ ਨੂੰ, ਔਰ ਮੈਂ ਠੋਡੀ ਨੂੰ ਮਾੜਾ ਜਿਹਾ ਇੱਕ ਅੱਧਾ ਇੰਚ ਉੱਤੇ ਕਰਕੇ ਐਵੇਂ ਕਰਕੇ ਜਦੋਂ ਦੇਖਦਾ ਹੈਗਾ ਇੱਕਦਮ, ਤੇ ਮੈਨੂੰ ਲੱਗਦਾ ਹੈਗਾ ਕਿ ਮੇਰੇ ਅੰਦਰ ਹੀ DNA ਹੈਗਾ, ਬਲੱਡ ਹੈਗਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ। ਔਰ ਜਦੋਂ ਮੈਂ ਇਹ ਸੋਚਦਾ ਹੈਗਾ ਤਾਂ ਮੈਨੂੰ ਅੰਦਰੋਂ ਜਿਹੜਾ ਇੱਕ ਨਿਡਰ, ਇੱਕ ਫੀਅਰਲੈਸ, ਇੱਕ ਸੱਚਾਈ ਔਰ ਇੱਕ ਜਨੂਨ ਜਿਹਾ ਆਉਂਦਾ ਹੈਗਾ। ਔਰ ਇਹ ਭਾਰਤ ਦੇ ਹਰੇਕ ਇਨਸਾਨ ਇਸ ਚੀਜ਼ ਦੀ ਇੱਜ਼ਤ ਕਰਦੇ ਹੈ। ਔਰ ਦੇਖੋ ਮੈਂ ਹੈ ਮਤਲਬ ਐਜ਼ ਅ ਬੋਰਨ ਇਨ ਅੰਮ੍ਰਿਤਸਰ ਐਂਡ ਅ ਸਿੱਖ, ਲੇਕਿਨ ਮੇਰਾ ਜਿਹੜਾ ਰੈਜੀਮੈਂਟ ਹੈਗੀ ਅਸਾਮ ਰੈਜੀਮੈਂਟ ਹੈਗੀ ਆ। ਔਰ ਜਿਹੜਾ ਸਿਸਟਮ ਹੈਗਾ ਨਾ ਉਹ ਇਸ ਤਰ੍ਹਾਂ ਹੈਗਾ ਕਿ ਸਾਡੇ ਸਿੱਖਾਂ ਦਾ ਸਿੱਖ ਰੈਜੀਮੈਂਟ ਹੈਗੀ ਹੈ ਜੀ, ਹੈਗੀ ਹੈ ਸਿੱਖ ਲਾਈਟ ਇਨਫੈਂਟਰੀ, ਪੰਜਾਬ ਰੈਜੀਮੈਂਟ ਵਿੱਚ ਹੈਗੇ। ਲੇਕਿਨ ਇਹ ਇਸ ਤਰ੍ਹਾਂ ਨਹੀਂ ਹੈਗਾ, ਇਹ ਧਰਮ ਜਾਂ ਜਾਤੀ ਨੂੰ ਨਹੀਂ ਦੇਖਦੇ ਆ ਭਾਰਤ ਦੀ ਸੈਨਾ। ਅੱਛਾ, ਸੈਨਾ ਵਿੱਚ ਸਿੱਖ ਜਿਹੜੇ ਹੈਗੇ ਹਰੇਕ ਰੈਜੀਮੈਂਟ ਵਿੱਚ ਹੈਗੇ, ਚਾਹੇ ਉਹ ਟੈਂਕ ਵਾਲੇ ਵਿੱਚ ਹੈਗੇ ਆ, ਚਾਹੇ ਉਹ ਆਰਟੀ ਵਾਲੇ ਵਿੱਚ ਹੈਗੇ ਆ, ਚਾਹੇ ਉਹ 에ਅਰ ਡਿਫੈਂਸ ਵਿੱਚ ਹੈਗੇ ਆ, ਚਾਹੇ ਉਹ 에ਅਰ ਫੋਰਸ ਵਿੱਚ ਹੈਗੇ ਆ, ਚਾਹੇ ਉਹ ਨੇਵੀ ਵਿੱਚ ਹੈਗੇ। ਇੰਡੀਅਨ ਆਰਮਡ ਫੋਰਸਿਸ ਦਾ ਇੱਕ ਵੀ ਅੰਸ਼ ਨਹੀਂ ਹੋਊਗਾ ਜਿਹਦੇ ਵਿੱਚ ਭਾਰਤ ਮਤਲਬ ਸਿੱਖ ਸੋਲਜਰ ਨਹੀਂ ਹੈਗੇ। ਔਰ ਦੂਜੀ ਗੱਲ ਇਹ ਹੈਗੀ ਹੈ, ਮੈਂ ਆਪਣੀ ਪੂਰੀ ਜ਼ਿੰਦਗੀ ਕਦੀ ਇਹ ਮਤਭੇਦ ਨਾ ਦੇਖਿਆ ਹੈਗਾ, ਨਾ ਇਸ ਦਾ ਹਿੱਸਾ ਰਿਹਾ ਹੈਗਾ। ਮੈਂ ਤੁਹਾਨੂੰ ਇੱਕ ਬੜੀ ਸੋਹਣੀ ਗੱਲ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ ਅਫਸਰ ਬਣੇ ਸੀਗੇ ਤਾਂ ਹੀ ਦਿਮਾਗ ਵਿੱਚ ਬਿਲਕੁਲ ਕਲੀਅਰ ਹੋ ਗਿਆ ਸੀਗਾ ਕਿ ਦੇਖੋ ਜਿਹੜੀ ਭਾਰਤ ਦੀ ਕਨਸਟੀਟਿਊਸ਼ਨ ਹੈਗੀ ਹੈ, ਸੰਵਿਧਾਨ ਹੈਗਾ, ਇਹ ਸਾਡੇ ਵਾਸਤੇ ਪੋਇਸ ਹੈਗਾ, ਇਹਦੀ ਅਸੀਂ ਕਸਮ ਖਾਨੇ ਹੈਗੇ ਆ ਜਦੋਂ ਕਮਿਸ਼ਨ ਹੁੰਦੀ ਹੈਗੀ। ਦੂਜੀ ਸਾਨੂੰ ਡੈਮੋਕ੍ਰੇਸੀ ਵਿੱਚ ਪੂਰਾ ਫੇਥ ਹੈਗਾ ਜੀ। ਤੀਜੀ ਗੱਲ ਇਹ ਹੈਗੀ ਕਿ ਅਸੀਂ ਪ੍ਰੋਫੈਸ਼ਨਲਿਜ਼ਮ ਵਿੱਚ ਕਰਦੇ ਹੈਗੇ ਬਿਲੀਵ, ਕਿਉਂਕਿ ਇਹੀ ਵਾਹਿਗੁਰੂ ਨੇ ਆਖਿਆ ਹੈ ਕਿ ਆਪਣਾ ਕੰਮ ਇੱਕਦਮ ਉੱਚੇ ਤਰੀਕੇ ਨਾਲ ਕਰੋ। ਉਸ ਤੋਂ ਬਾਅਦ ਇੰਡੀਅਨ ਆਰਮੀ ਵਿੱਚ ਆ ਕੇ ਬੰਦਾ ਆਪਣੇ ਆਪ ਹੀ ਆਪੋਲੀਟੀਕਲ ਹੋ ਜਾਂਦਾ, ਸਾਨੂੰ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਮਤਲਬ ਹੀ ਨਹੀਂ ਹੈਗਾ। ਔਰ ਪੰਜਵੀਂ ਗੱਲ ਇਹ ਹੈਗੀ ਇਟਸ ਅ ਪਿਓਰ ਸੈਕੂਲਰ। ਦੇਖੋ ਅਸੀਂ ਕਦੀ ਦੇਖਿਆ ਹੀ ਨਹੀਂ ਹੈਗਾ ਕਿ ਬੰਦਾ ਕਿਹੜੇ ਧਰਮ ਦਾ, ਕਿੱਥੋਂ ਆਇਆ, ਕੀ ਹੈਗਾ। ਸਾਨੂੰ ਇੱਕੋ ਹੀ ਧਰਮ ਹੈਗਾ
ਉਹ ਹੈਗਾ ਧਰਮ, ਰਾਸ਼ਟਰ ਦਾ ਧਰਮ ਵਾਹ, ਔਰ ਕਰਮਾਂ ਦਾ ਧਰਮ। ਅੱਛਾ ਔਰ ਦੇਖੋ ਗੱਲ ਇਹ ਹੈਗੀ, ਜਦੋਂ ਖਾਲਸਾ ਦਾ ਜਨਮ ਹੋਇਆ ਤੇ ਜੀ, ਜਿਹੜੇ ਪੰਜ ਪਿਆਰੇ ਸੀਗੇ ਸਾਡੇ ਪਿਆਰੇ, ਹਾਂਜੀ, ਨਾ ਉਹ ਪੰਜਾਬ ਦੇ ਨਹੀਂ ਸੀਗੇ, ਨਹੀਂ ਸੀ ਉਹ ਕੋਈ ਹੈਲੋ ਥਾਟ ਵਾਲੇ ਨਹੀਂ ਸੀਗੇ, ਜੀ, ਉਹ ਪੂਰੇ ਭਾਰਤ ਨੇ ਇਕੱਠੇ ਕੀਤੇ ਸੀਗੇ। ਠੀਕ ਔਰ ਹੈ, ਅੱਗੇ ਵੱਡੀ ਗੱਲ ਮੈਂ ਤੁਹਾਨੂੰ ਕੀ ਦੱਸਣਾ ਚਾਹਦਾ ਹਾਂ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਪਦੇਸ਼ ਹੈਗਾ, ਜੀ, that is a udesh of universalism. very That good, is a message of compassion for the entire humanity. ਜੀ, That's a message of oneness. ਤੁਸੀਂ ਜੀ। ਯਕੀਨ ਕੀਤਾ ਹੋਊਗਾ ਜਿਹੜਾ ਮੂਲ ਮੰਤਰ ਹੈਗਾ ਇਹ ਸ਼ੁਰੂ ਹੀ ਕਿੱਥੋਂ ਹੁੰਦਾ ਹੈਗਾ? ਏਕਮ ਤੋਂ, oneness, ਹਾਂਜੀ, oneness of the ਰਾਸ਼ਟਰ। ਔਰ ਜਦੋਂ ਵੱਡੀ ਗੱਲ ਇਹ ਹੈਗੀ, ਜੋ ਗੁਰੂ ਨਾਨਕ ਦੇਵ ਜੀ ਨੇ 21 ਸਾਲ 4 ਉਦਾਸੀਆਂ ਕੀਤੀਆਂ, 30,000 ਕਿਲੋਮੀਟਰ ਉਹ ਪੈਦਲ ਉਸ ਜ਼ਮਾਨੇ ਵਿੱਚ ਗਏ ਜਦੋਂ ਨਾ ਹਵਾਈ ਜਹਾਜ਼ ਸੀ, ਨਾ ਰੇਲ ਗੱਡੀ ਸੀ, ਨਾ ਕਾਰਾਂ ਸੀ, ਨਾ ਸਕੂਟਰ ਸੀਗਾ। ਉਹ ਪੈਦਲ 30,000 21 ਈਅਰ ਐਂਡ ਚਾਰੋਂ ਡਾਇਰੈਕਸ਼ਨ ਵਿੱਚ ਗਏ। ਉਹ ਹਾਂਜੀ, ਤਿੱਬਤ ਤੱਕ ਗਏ, ਹਾਂਜੀ, ਉਹ ਸਾਊਦੀ ਅਰੇਬੀਆ ਤੱਕ ਗਏ, ਉਹ ਸ਼੍ਰੀਲੰਕਾ ਤੱਕ ਗਏ, ਉਹ ਹਾਂਜੀ। ਪੂਰੇ ਭਾਰਤ ਵਿੱਚ ਗਏ। ਹਾਂਜੀ, ਕਿਉਂ? ਕਿਉਂਕਿ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜਾ ਸੈਂਟਰਲਿਟੀ ਸੀਗੀ, that ਹਾਂਜੀ। was universalism। ਔਰ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਉਹ ਪਹੁੰਚੇ ਕੋਨਾਰਕ, ਜਿਹੜਾ ਹਾਂਜੀ। ਸਨ ਟੈਂਪਲ ਹੈਗਾ, ਉੱਥੇ ਉਹਨਾਂ ਨੇ ਆਰਤੀ ਕੀਤੀ। ਅੱਛਾ ਔਰ ਜੀ, ਉਹ ਆਰਤੀ ਦੇ ਸ਼ਬਦ ਹੈਗੇ, ਅਗਰ ਤੁਸੀਂ ਬਹੁਤ ਬਰੀਕੀ ਨਾਲ ਦੇਖੋਗੇ, ਉਹ ਸ਼ਬਦ ਹੀ ਇੰਨੇ ਪਿਆਰੇ ਹੈਗੇ। ਉਹ ਪੂਰੇ ਬ੍ਰਹਮਾਂਡ, ਉਹ ਅੱਛਾ ਪੂਰੇ ਜੀ। ਤਾਰੇ, ਉਹ ਪੂਰੇ ਪੂਰੇ ਸੰਸਾਰ ਦੇ ਬਾਰੇ ਗੱਲ ਕਰਦੇ। ਉਹਨਾਂ ਦਾ ਲੈਵਲ ਹੀ ਉੱਚਾ ਸੀਗਾ। ਜੀ, ਜਦੋਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਲੈਵਲ ਹੈਗਾ ਹੈ, ਏਕਮ ਤੋਂ ਸ਼ੁਰੂ ਹੋ ਕੇ, ਜੋ ਕਾਸਮਿਕ ਸੈਂਟਰ ਤੋਂ ਸ਼ੁਰੂ ਹੋ ਕੇ ਇੰਨਾ ਵੱਡਾ ਲੈਵਲ ਸੀਗਾ। ਅਸੀਂ ਜੋ ਉਹਨਾਂ ਦੇ ਚੇਲੇ ਹੈਗੇ ਆ, ਹਾਊ ਕੈਨ ਜੀ। ਵੀ ਥਿੰਕ ਸ਼ੈਲੋ, ਵੀ ਗੋਟ ਟੂ ਥਿੰਕ ਬਿਗ। ਔਰ ਮੈਂ ਇੱਕ ਚੀਜ਼ ਤੁਹਾਨੂੰ ਬਹੁਤ ਕਲੀਅਰਲੀ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਮੇਰੇ ਅਸੂਲ ਰਹੇ ਹੈਗੇ ਨੇ ਜ਼ਿੰਦਗੀ ਵਿੱਚ, ਹਾਂਜੀ, ਉਹ ਇਸ ਤਰ੍ਹਾਂ ਰਹੇ ਹੈਗੇ ਕਿ ਨੇਸ਼ਨ ਫਸਟ। ਹਾਂਜੀ, ਸਾਡਾ ਜਿਹੜਾ ਰਾਸ਼ਟਰ ਹੈਗਾ ਉਹ ਸਰਵ ਪ੍ਰਥਮ, ਉਹ ਹਾਂਜੀ। ਸਭ ਤੋਂ ਪਹਿਲੇ ਆਂਦਾ ਹੈਗਾ ਰਾਸ਼ਟਰ, ਦੂਜਾ ਹਾਂਜੀ। ਆਂਦਾ ਹੈਗਾ ਸਮਾਜ, ਤੀਜਾ ਆਂਦਾ ਹੈਗਾ ਹਰੇਕ ਭਾਰਤੀ। ਜੀ, This is my thinking, this is the way I've been brought up, ਜੀ, and in fact, I'll be very honest। ਤੁਸੀਂ ਬੜਾ ਕੈਂਡਿਡ ਜਿਹਾ ਪੁੱਛਿਆ ਹੈਗਾ ਗੱਲ ਕਿ ਤੁਹਾਨੂੰ ਕਦੀ ਐਵੇਂ ਲੱਗਿਆ ਕਿ ਤੁਹਾਡੇ ਨਾਲ ਕੋਈ ਮਤਭੇਦ ਕੀਤਾ ਹੋਏ ਜਾਂ ਹਾਂਜੀ। ਤੁਹਾਨੂੰ ਕਦੀ ਲੱਗਿਆ ਹੋਏ? ਮੈਂ ਵਾਹਿਗੁਰੂ ਦੀ ਸਹੁੰ ਖਾ ਕੇ ਕਹਿਣਾ ਹੈਗਾ, ਹਾਂਜੀ, ਮੈਨੂੰ ਕਦੀ ਇਸ ਤਰ੍ਹਾਂ ਦਾ ਇੱਕ ਇਨਸੀਡੈਂਟ ਵੀ ਨਹੀਂ ਹੋਇਆ। ਜੀ, ਮੈਂ ਇਹ ਸੱਚੇ ਦਿਲ ਤੋਂ ਕਹਿ ਰਿਹਾ ਹੈਗਾ। ਔਰ ਵੱਡੀ ਗੱਲ ਇਹ ਹੈਗੀ ਆ ਕਿ ਪੂਰਾ ਇੰਡੀਅਨ ਆਰਮੀ ਰਿਸਪੈਕਟ, if you are capable officer, you are a senior officer and you are a professional, and one has enjoyed that। And ਮੈਂ ਆਪਣੀ ਕਮਾਂਡ ਦੇ ਥੱਲੇ ਹਰੇਕ ਰਿਲੀਜਨ ਦੇ ਬੰਦੇ, ਹਰੇਕ ਜਗ੍ਹਾ ਦੇ ਬੰਦਿਆਂ ਨੂੰ ਕਮਾਂਡ ਕੀਤਾ ਹੈਗਾ। ਜਿਹੜੀ ਅਸਾਮ ਰੈਜੀਮੈਂਟ ਹੈਗੀ ਹੈ, ਉਹਦੇ ਵਿੱਚ ਨਾਰਥ ਈਸਟ ਦੇ ਜ਼ਿਆਦਾ ਸੋਲਜਰਸ ਹੈਗੇ ਨੇ, ਅੱਛਾ ਜੀ, ਜਿਹੜੀ 7 ਸਟੇਟਸ ਹੈਗੇ ਨਾਰਥ, ਉਹਦੇ ਹੀ ਹੈਗੇ ਨੇ। ਔਰ ਜੀ। ਤੁਹਾਨੂੰ ਇਹ ਸੁਣ ਕੇ ਥੋੜਾ ਸਰਪ੍ਰਾਈਜ਼ ਹੋਊਗਾ ਕਿ ਜਿਹੜਾ ਆਫੀਸਰ ਹੁੰਦਾ ਹੈ, ਉਹਦਾ ਜਿਹੜਾ ਧਰਮ ਹੁੰਦਾ ਹੈਗਾ, when he deals with the troops, ਹਾਂਜੀ, is the religion of the boys that he commands। I have read Bible 7 times, ਔਰ ਮੈਂ ਅੱਛਾ। ਚਰਚ ਦੇ ਵਿੱਚ ਕਈ ਵਾਰ ਸਰਮਨ ਕੀਤਾ ਹੈਗਾ, ਕਿਉਂਕਿ my soldiers were Christian, ਅੱਛਾ I ਜੀ, had to take out example out of the Bible to tell them how a good soldier should behave। ਔਰ ਇੱਕ ਅੱਛਾ। ਮੈਂ ਤੁਹਾਨੂੰ ਵੱਡੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਦੇਖੋ, ਜਦੋਂ ਮੈਂ ਆਫਸਰ ਬਣਿਆ ਸੀਗਾ, ਜੀ, ਮੈਂ ਆਪਣੇ ਆਪ ਨੂੰ ਇੱਕ ਡਾਇਰੈਕਸ਼ਨ ਦਿੱਤਾ। ਜੀ, ਮੈਂ ਆਪਣੇ ਆਪ ਨੂੰ, ਆਪਣੇ ਮਤਲਬ ਆਤਮਾ ਨੂੰ ਆਪਣੇ ਤੋਂ ਬਾਹਰ ਕੱਢ ਕੇ ਆਪਣੇ ਆਪ ਨੂੰ ਇੱਕ ਆਦੇਸ਼ ਦਿੱਤਾ ਕਿ ਗੁਰਮੀਤ, Gurmeet, your icon is Guru Gobind Singh Ji Maharaj। ਜੀ, Guru Gobind Singh Ji Maharaj, how will he behave like an officer of Indian Army? ਜੀ, So ਜਿਹੜਾ instruction ਸੀਗੀ ਆਪਣੇ ਆਪ ਨੂੰ, ਉਹ ਇਹ ਸੀਗੀ ਕਿ good officer is the one who is a good soldier, who is a good scholar and a good saint। ਕਿਉਂਕਿ ਜੀ। ਜੋ ਗੁਰੂ ਗੋਬਿੰਦ ਸਿੰਘ ਜੀ ਸੇ ਉਹ ਸੰਤ ਸਿਪਾਹੀ ਸੀਗੇ, ਮੈਂ ਕਹੂੰਗਾ ਇਹ ਸੰਤ ਸਿਪਾਹੀ ਤੋਂ ਵੱਧ ਕੇ ਉਹ ਇੱਕ ਸਕਾਲਰ ਵੀ ਸੀਗੇ। So I told myself ਕਿ as a junior officer, ਹਾਂਜੀ, till that I was not colonel, I was not commanding officer, I said you focus on your soldier quality। ਜੀ, So when I became commanding officer, because जी। मेरे 40 साल में 20 साल
ਕਰਨਲ ਤੋਂ ਪਹਿਲੇ 20 ਸਾਲ ਕਰਨਲ ਤੋਂ ਲੈਫਟੀਨੈਂਟ ਜਨਰਲ ਦਾ ਸਮੇਂ ਸੀਗਾ। तो जी। ਜਿਹੜਾ ਦੂਜਾ ਵਾਲਾ ਸਮੇਂ ਸੀ ਮੇਰਾ ਕਰਨਲ ਤੋਂ ਉੱਤੇ ਵਾਲਾ, ਆਈ ਸੈਡ ਬੀ ਅ ਗੁੱਡ ਸਕਾਲਰ, ਡੂ ਅ ਲੋਟ ਆਫ ਰੀਡਿੰਗ। ਐਵੇਂ ਲੋਕੀ ਸੋਚਦੇ ਕਿ ਜਿਹੜੇ ਫੌਜੀ ਹੁੰਦੇ ਪੜ੍ਹਦੇ ਪੁੜਦੇ ਨਹੀਂ ਹੈਗੇ ਆ, ਲੇਕਿਨ ਆਈ ਮਸਟ that I have done MSc, I have done MPhil twice, and I have done my PhD research scholar thing for 2 years, फौज तो छुट्टी लेके on India-China border, and presently I am doing a PhD with the Madras University on smart power for national security dynamics। ਤੇ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਡਾਇਰੈਕਸ਼ਨ ਹੈਗਾ ਕਿ ਆਪਣੇ ਆਪ ਨੂੰ ਪੜਾਓ ਵੀ, ਗਿਆਨ ਵੀ ਇਕੱਠਾ ਕਰੋ। ਔਰ ਜਿਹੜਾ ਤੀਜਾ ਅੰਸ਼ ਹੈਗਾ ਸੇਂਟ ਦਾ, that doesn't mean ਕਿ ਤੁਸੀਂ ਜੋਗਾ ਪਾ ਲਓ, that doesn't mean you ਬਣ ਜਾਓ। ਉਹਦਾ ਮਤਲਬ ਇਹ ਹੈ ਕਿ your conduct should be as told to you by Guru Nanak Dev Ji, you have to be compassionate। ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸੋਹਣਾ ਆਖਿਆ ਗਿਆ, ਉਹਨਾਂ ਦੀ ਗਿਣਤੀ ਦਾ ਹਿਸਾਬ ਦੇਖੋ। ਉਹਨਾਂ ਨੇ ਇੱਕ ਜਿਹੜਾ ਹੈਗਾ ਉਹ ਆਖਿਆ ਏਕਮ ਓਂਕਾਰ, ਮਤਲਬ ਇੱਕ ਦਾ ਕਰਕੇ ਕਿ ਪੂਰਾ ਜਿਹੜਾ ਕਾਸਮੋਸ ਹੈਗਾ, ਪੂਰਾ ਜਿਹੜੀ ਧਰਤੀ ਹੈਗੀ, ਪੂਰੀ ਜਿਹੜੀ ਹਿਊਮੈਨਿਟੀ ਇੱਕੋ ਹੀ ਹੈਗੀ ਆ, ਏਕ ਨੂਰ ਸੇ ਉਪਜੀਏ। ਔਰ ਜਿਹੜਾ ਗਿਣਤੀ ਚੱਲਦੇ ਚੱਲਦੇ 13 ਤੇ ਆ ਜਾਂਦੀ ਹੈਗੀ, ਉਸ ਤੋਂ ਬਾਅਦ ਕੋਈ ਗਿਣਤੀ ਨਹੀਂ ਹੈਗੀ। ਉਹਨਾਂ ਨੇ ਆਖਿਆ ਸਭ ਕੁਝ ਤੇਰਾ ਹੀ ਹੈਗਾ, that is for compassion of others, this whatever you gain in life, it is not meant for you, you got to give it to others, ਤੇਰਾ yours, that told। ਤੇ ਗਿਣਤੀ 1 ਤੋਂ ਲੈ ਕੇ 13 ਜਦੋਂ ਜਾਂਦੇ ਹੈਗੇ, ਜਦੋਂ 4 ਨੰਬਰ ਆਂਦਾ ਹੈਗਾ ਤਾਂ ਹੋਰ ਨਸ਼ਾ ਜਿਹਾ ਆਂਦਾ ਹੈ ਕਿ ਪੂਰਾ ਦੁਨੀਆ ਵਿੱਚ ਇੱਕੋ ਹੀ ਐਗਜ਼ਾਮਪਲ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੇ ਪਿਤਾ ਜੀ ਦਾ, 9ਵੇਂ ਗੁਰੂ ਸਾਹਿਬ ਦਾ ਔਰ ਆਪਣੇ 4 ਸਾਹਿਬਜ਼ਾਦਿਆਂ ਦਾ ਸੁਪਰੀਮ ਸੈਕਰੀਫਾਈਸ ਦਿੱਤਾ। ਕਦੀ ਹੋ ਸਕਦਾ ਹੈਗਾ ਕੋਈ ਇਹੋ ਜਿਹਾ ਆਤਮਾ ਹੋਏ ਜਿਹੜਾ ਆਪਣੇ ਪਿਤਾ ਦਾ ਔਰ ਆਪਣੇ 4 ਪੁੱਤਰਾਂ ਦਾ ਸੁਪਰੀਮ ਸੈਕਰੀਫਾਈਸ ਦਿੱਤਾ ਹੋਏ? ਕਿਹਦੇ ਵਾਸਤੇ? ਇਹ ਦਿੱਤਾ ਸੀਗਾ ਆਪਣੇ ਰਾਸ਼ਟਰ ਵਾਸਤੇ, ਆਪਣੇ ਸਮਾਜ ਵਾਸਤੇ ਔਰ ਹਰੇਕ ਵਿਅਕਤੀ ਵਾਸਤੇ। ਦੇਖੋ ਸਾਡੇ ਗੁਰੂ ਨੇ, ਮੈਂ ਤੁਹਾਡਾ ਇੱਥੇ ਮੈਂ ਕੁਐਸਚਨ ਤੁਹਾਨੂੰ ਇੱਕ ਹੋਰ ਪੁੱਛਣਾ ਚਾਹੁੰਦਾ ਇਹਦੇ ਵਾਸਤੇ ਵੀ ਤੁਸੀਂ ਬਹੁਤ ਸੋਹਣਾ ਜਿਹੜਾ ਪੁਆਇੰਟ ਰੇਜ਼ ਕਰਿਆ ਹੈਗਾ। ਕਈ ਵਾਰੀ ਆਪਣੀ ਨੈਰੋ ਮਾਈਂਡਡਨੈਸ ਹੁੰਦੀ ਹੈਗੀ ਹੈ, ਆਪਾਂ ਕਹਿੰਦੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਜੀ ਜਿਹੜੀ ਸਿੱਖੀ ਹੈਗੀ ਉਹ ਸਿੱਖਾਂ ਲਈ ਹੈਗੀ ਹੈ, ਸਾਡੀ ਸਿੱਖੀ, ਸਾਡਾ ਧਰਮ। ਤੁਹਾਡੀਆਂ ਗੱਲਾਂ ਤੋਂ ਮੈਨੂੰ ਇੱਕ ਬਹੁਤ ਕੁਝ ਕਲੀਅਰ ਨਜ਼ਰ ਆ ਰਿਹਾ ਹੈਗਾ ਔਰ ਮੈਨੂੰ ਬਹੁਤ ਕੁਝ ਲਰਨ ਕਰਨ ਨੂੰ ਮਿਲ ਰਿਹਾ ਹੈਗਾ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ, ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ, ਸਿੱਖੀ ਦੀ ਫਿਲਾਸਫੀ ਜਿਹੜੀ ਹੈਗੀ ਹੈ ਉਹ ਯੂਨੀਵਰਸਲ ਹੈਗੀ ਹੈ, ਨਾਟ ਓਨਲੀ ਕਿ ਸਿੱਖਾਂ ਵਾਸਤੇ ਹੈਗੀ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ? ਤੁਸੀਂ ਐਗਰੀ ਕਰਦੇ ਹੈਗੇ ਹੋ ਇਹ ਸਿਰਫ ਸਿੱਖਾਂ ਨੂੰ ਨਹੀਂ, ਅਸੀਂ ਚਾਹੁੰਦੇ ਹੈਗੇ ਵੀ ਦੁਨੀਆ ਦੇ ਵਿੱਚ ਫੈਲੇ ਹੈ? ਬਹੁਤ ਸੋਹਣਾ ਸਵਾਲ ਕੀਤਾ ਸੁਖੀ ਜੀ ਤੁਸੀਂ। ਦੇਖੋ ਇਸ ਤਰ੍ਹਾਂ ਹੈਗਾ, ਜਿਹੜਾ ਸਿੱਖ ਧਰਮ ਹੈਗਾ, ਇਹ ਜਿਹੜਾ ਲਫ਼ਜ਼ ਹੈਗਾ ਸਿੱਖ, ਇਨ ਅ ਵੈਰੀ ਪਿਓਰ ਟ੍ਰਾਂਸਲੇਸ਼ਨ ਦਿਸ ਬਿਕਮਸ ਟੂ ਲਰਨ। ਸਾਡਾ ਜਿਹੜਾ ਧਰਮ ਹੈਗਾ ਇਹ ਹੈਗਾ ਕਿ ਲਰਨ ਐਂਡ ਲਰਨ, ਸਿੱਖੋ ਮਤਲਬ ਸਿੱਖਦੇ ਰਹੋ। We have to be a continuum of learning. Achha. Our responsibility, this is what directions of our gurus is, that keep learning. In fact, we are one of those rare religion where we are the youngest religion, and we are one of the rare religion which has embodied our thought. Our Guru Granth Sahib is not a book; it's a living God. मतलब ਉਹ ਦੇਹ ਹੈਗੀ ਹੈ ਪਰਮਾਤਮਾ ਦੀ, ਇਟਸ ਅ ਲਿਵਿੰਗ ਬੀਇੰਗ। ਜਿਹੜਾ ਇੰਡੀਅਨ ਸੁਪਰੀਮ ਕੋਰਟ ਹੈ, that says that it's a living being, it's not a book, it's not like any other collection of thought, it's a living being, it's a ਦੇਹ ਹੈ, ਗੁਰੂਆਂ ਦੀ ਦੇਹ। ਦੇਖੋ ਇੱਕ ਵੱਡੀ ਗੱਲ ਜਿਹੜੀ ਸਾਡੇ ਗੁਰੂਆਂ ਨੇ ਆਖੀ ਹੈਗੀ ਕਿ ਮਨ ਨੀਵਾ ਮਤ ਉੱਚੀ। I think that sums up, usually what happens, people when they meet the Sikhs, they feel यार ये थोड़ा offensive ਜਿਹਾ ਲੱਗ ਰਿਹਾ ਹੈਗਾ, ਇਹ ਥੋੜੀ ਨੇ ਆਪਣੀ ਜਿਹੜੀ ਦਾੜੀ ਹੈ ਟਾਈਟ ਬੰਨੀ ਹੈਗੀ, ਆਪਣੀ ਮੁੱਛਾਂ ਨੂੰ ਤਾਉ ਕਈ ਲੋਕੀ ਕਰਦੇ ਹੈਗੇ ਨੇ। I want to incident, ਮੈਂ ਗਿਆ ਸੀ ਸ਼ੰਘਾਈ, ਉੱਥੇ ਇੱਕ ਮਿਊਜ਼ੀਅਮ ਹੈਗੀ ਹੈ, and I went to that museum. So when I was going around in that place, not museum, I had gone to one mall. So I saw a lady, she was putting on a salwar kameez, और ਉਹਦੇ ਨਾਲ ਇੱਕ ਛੋਟੀ ਜਿਹੀ ਕੁੜੀ ਸੀ, 10-11 ਸਾਲ ਦੀ ਕੁੜੀ। ਉਹ ਦੋਨੋਂ ਮੈਨੂੰ ਇੱਕਦਮ ਦੇਖਦੇ ਹੀ ਜਾਣ,
ਮੈਨੂੰ ਅੱਛਾ। ਲੱਗਿਆ ਵੀ ਮੈਨੂੰ ਕਿਉਂ ਐਵੇਂ ਦੇਖ ਰਹੇ ਹੈਗੇ। ਸੋ ਆਈ ਥॉट ਕਿ ਪਤਾ ਨਹੀਂ ਕੌਣ ਜਨਾਨੀ ਹੈਗੀ ਹੈ, ਸਲਵਾਰ ਹਮ, ਕਮੀਜ਼ ਪਾਈ ਹੈਗੀ ਹੈ। ਹਮ, ਸੋ ਆਈ ਥॉट ਹੋ ਸਕਦਾ ਕਿ ਭਾਰਤ ਦੇ ਹੀ ਹੋਣ। ਸੋ ਆਈ ਹਮ, ਵੈਂਟ ਟੂ them, I said, hello ਜੀ, how are you? And I ਹਮ, put my hand on the head of the small little girl. She was a very ਜੀ cute girl. ਜੀ Then this lady tells me, I said, ਤੁਸੀਂ ਕਿੱਥੋਂ ਦੇ ਜੀ? So she said, ਜੀ ਅਸੀਂ ਪਾਕਿਸਤਾਨ ਤੋਂ ਆਏ ਹੈਗੇ ਆ। ਮੇਰੇ ਅੱਛਾ। ਹਸਬੰਡ ਇੱਥੇ ਪਾਕਿਸਤਾਨ ਐਮਬੈਸੀ ਵਿੱਚ ਕੰਮ ਕਰਦੇ ਹੈਗੇ ਨੇ, ਹਾਂਜੀ ਔਰ ਮੇਰੀ ਕੁੜੀ ਹੈਗੀ ਹੈ। ਔਰ ਮੇਰੀ ਕੁੜੀ ਐਕਚੁਅਲੀ ਤੁਹਾਨੂੰ ਦੇਖ ਕੇ ਘਬਰਾ ਗਈ ਸੀਗੀ, ਕਿਉਂਕਿ ਇਹਨਾਂ ਦੇ ਸਕੂਲ ਵਿੱਚ ਕਹਿੰਦੇ ਹੈਗੇ ਕਿ ਇਹ ਜਿਹੜੇ ਸਰਦਾਰ ਹੈਗੇ ਇਹ ਡਾਕੂ ਹੁੰਦੇ ਹੈਗੇ, ਅੱਛਾ ਇਹ ਜੀ, ਚੋਰ ਕੇ ਹੁੰਦੇ ਆ, ਇਹ ਬਹੁਤ ਖਰਾਬ ਲੋਕੀ ਹੁੰਦੇ ਆ। ਲੇਕਿਨ ਤੁਸੀਂ ਤਾਂ ਬਹੁਤ ਚੰਗੇ ਹੈਗੇ ਹੋ, ਤੁਸੀਂ ਆ ਅੱਛਾ ਕੇ ਆਪਣਾ ਮੇਰੀ ਕੁੜੀ ਦੇ ਉੱਤੇ ਰੱਖਿਆ ਹੈਗਾ। ਤੁਸੀਂ ਅੱਛਾ। ਤੇ when I was talking, she was impressed that I was not as offensive as Pakistani teach in the schools, you know. ਹਾਂਜੀ ਹਾਂਜੀ So then suddenly her husband also came. So I told him, Assalamu alaikum. I met him, I talked to him. ਜੀ And it was something which told me that in Pakistan, ਉਹ ਤੇ ਆਪਣਾ ਅਲੱਗ ਹੀ ਏਜੰਡਾ ਲੈ ਕੇ ਚੱਲ ਰਹੇ ਹੈਗੇ ਕਿ ਸਿੱਖ ਡਾਕੂ ਹੈਗੇ ਨੇ, ਸਿੱਖ ਚੋਰ ਚੁੱਕੇ ਹੈਗੇ ਨੇ। I don't ਹਾਂਜੀ understand the system of ਜੀ Pakistan. ਮੈਂ ਜੀ ਖੁਦ ਪਾਕਿਸਤਾਨ 2 ਵਾਰ ਗਿਆ ਹੈ ਐਜ਼ ਮੇਜਰ ਜਨਰਲ। ਹਾਂਜੀ ਐਂਡ ਹੈਗੇ ਕਈ ਲੋਕੀ, ਲੇਕਿਨ ਕਈ ਅੱਛੇ ਵੀ ਹੈਗੇ ਨੇ। ਇੱਕ ਮੌਕਾ ਮਿਲਿਆ ਸੀ ਮੈਨੂੰ ਆਪਣਾ ਪੰਜਾ ਸਾਹਿਬ ਜਾਣ ਦਾ। ਆਈ ਵੈਂਟ ਜੀ ਟੂ ਗੁਰਦੁਆਰਾ ਸਿੰਘ ਲਾਹੌਰ। ਇਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈਗੀ ਹੈ। ਐਂਡ ਆਈ ਵਾਂਟ ਟੂ ਟੈਲ ਯੂ ਵਨ ਮੋਰ ਇਨਸੀਡੈਂਟ। ਤੁਸੀਂ ਪੁੱਛ ਹੀ ਲਿਆ ਹੈਗਾ ਤਾਂ ਦੇਖੋ, ਮੈਂ ਗਿਆ ਸੀਗਾ ਜਦੋਂ ਸ਼ੰਘਾਈ, ਤਾਂ ਦੈਨ ਆਈ ਵੈਂਟ ਟੂ ਵਨ ਮਿਊਜ਼ੀਅਮ। ਉਸ ਅੱਛਾ ਜੀ, ਵਿੱਚ ਇੱਕ ਬਣਾਏ ਹੋਏ ਸੀਗੇ ਉਹਨਾਂ ਨੇ, ਸਟੈਚੂਸ ਬਣਾਏ ਹੋਏ ਸੀਗੇ। ਇਟ ਵਾਸ ਜੀ ਰਿਲੇਟਿੰਗ ਟੂ ਅ ਕੋਰਟ ਸੀਨ, ਜਿਹਦੇ ਵਿੱਚ ਇੱਕ ਅੰਗਰੇਜ਼ ਜੱਜ ਸੀਗਾ, ਹਾਂਜੀ ਇੱਕ ਚਾਈਨੀਜ਼ ਵਾਸ ਅਕਿਊਜ਼ਡ, ਔਰ ਹਾਂਜੀ ਉਹਦੇ ਨਾਲ ਇੱਕ ਸਰਦਾਰ ਖੜੇ ਸੀਗੇ ਐਜ਼ ਅ ਪੁਲਿਸਮੈਨ। ਅੱਛਾ ਜੀ, So I was very surprised and it ਹਾਂਜੀ was amazing for me ki Sikh statue is there of a soldier, ਹਾਂਜੀ and that too in Shanghai. ਹਾਂਜੀ So then I asked those people, museum ਵਾਲਿਆਂ ਨੂੰ, then I came to know ਕਿ ਜਦੋਂ ਅੰਗਰੇਜ਼ ਲੋਕ ਗਏ ਸੀ ਸ਼ੰਘਾਈ, तो ਜੀ ਆਪਣੇ ਨਾਲ ਜੋ ਮਿਲਟਰੀ ਵਾਲੇ, ਜੋ ਮਿਲਟਰੀ ਪੁਲਿਸ ਸੀ, ਉਹਨਾਂ ਨੂੰ ਲੈ ਕੇ ਗਏ ਸੀ ਉੱਥੇ। ਅੱਛਾ ਜੀ, All of them were 6 feet plus. I mean, ਅੱਛਾ ਜੀ, absolutely six, you know. ਹਾਂਜੀ ਹਾਂਜੀ ਔਰ ਉਹਨਾਂ ਦਾ ਕੰਮ ਇਹ ਸੀ ਕਿ ਜੋ ਵੀ ਟ੍ਰੈਫਿਕ ਵਾਇਲੇਸ਼ਨ ਹੁੰਦਾ ਸੀਗਾ, ਦੇ ਹਾਂਜੀ ਯੂਜ਼ ਟੂ ਪਿਕ ਅਪ ਦ ਚਾਈਨੀਜ਼, ਔਰ ਦੋਨਾਂ ਨੂੰ ਫੜ ਕੇ, ਮਤਲਬ ਜੈਸੇ ਅਕਿਊਜ਼ ਹੈਗੇ, ਦੋਨਾਂ ਨੂੰ ਫੜ ਕੇ ਉਹਨਾਂ ਸਿਰ ਟਕਰਾ ਕੇ ਉਹਨਾਂ ਨੂੰ ਛੱਡ ਦਿੰਦੇ ਸੀਗੇ। ਤਾਂ ਅੱਛਾ ਜੀ, ਹਾਲੀ ਜਿਹੜੇ ਸ਼ੰਘਾਈ ਵਿੱਚ ਬੜੇ ਬਜ਼ੁਰਗ ਹੈਗੇ ਨੇ, ਬੜੇ 올ਡ ਪੀਪਲ ਹੈ, ਦੇ ਰਿਮੈਂਬਰ these 6 soldiers at that time. ਅੱਛਾ So ਜੀ, I was really amazed. So then what happened when I saw this statue? So ਹਾਂਜੀ ਜਿਹੜੇ ਮੇਰੇ ਨਾਲ ਸੀ ਉਹਨਾਂ ਨੂੰ I told them, I said, please take my photograph. ਇੱਕ ਹੁੰਦਾ ਨਾ ਹਾਂਜੀ ਸਾਡੇ ਸਰਦਾਰ ਵਿੱਚ ਕੀ, ਔਰ ਪੰਜਾਬੀਆਂ ਵਿੱਚ ਹੁੰਦਾ ਹੈਗਾ ਕਿ ਜਦੋਂ ਫੋਟੋ ਹੁੰਦੀ ਨਾ, we become conscious, we stand like this. So I also ਬਿਲਕੁਲ stood like, and ਅੱਛਾ the ਜੀ, other person, camera, he had to remove the parallax. So I was very conscious that I got a good pose for myself. I'll show it to my wife when I go back. So I was ਜੀ standing like this. I was not ਅੱਛਾ moving at all. One Chinese girl came. She thought that I am also a statue, you know. ਅੱਛਾ ਅੱਛਾ What she did, she, with her finger, she touched me on my shoulder to ਹਮ, see if I was a statue or not. ਅੱਛਾ ਜੀ, And I got very irritated that I'm conscious about my getting photographed. ਹਾਂਜੀ और ये आके कौन तंग कर रहा, तो I only moved my neck. So it was ਅੱਛਾ ਜੀ, something like on a statue's neck moved, and ਹਾਂਜੀ she was scared, you know. ਹਾਂਜੀ Or ਹਾਂਜੀ I want to tell you that there are areas in China ਹਾਂਜੀ that in their grave they put small statues of Sikhs around their grave. ਜੀ The reason is that they say ਹਾਂਜੀ that these Sikh soldiers are the loyalest in the world. ਹਾਂਜੀ Even they feel that even ਹਾਂਜੀ after death, these Sikh soldiers will protect them. That's why they put the little statues. That is what is the name. देखो जेड़ा being a Sikh, ਹਾਂਜੀ we are the finest human resource that ਬਿਲਕੁਲ Guru and Guru Gobind Singh Ji has produced. ਹਾਂਜੀ And ਸਾਡੇ ਵਿੱਚ ਅੰਦਰ ਹਾਂਜੀ ਸਾਡੇ ਗੁਰੂ ਨਾਨਕ ਦੇਵ ਜੀ ਔਰ ਸਾਰੇ ਹੀ ਗੁਰੂਆਂ ਦਾ ਆਸ਼ੀਰਵਾਦ, ਬਿਲਕੁਲ ਜਿਹੜੇ ਪਹਿਲੇ 4 ਗੁਰੂ ਸੀਗੇ ਜਿਨ੍ਹਾਂ ਨੇ ਸਾਨੂੰ ਪੀਰੀ ਦਾ ਸਬਕ ਦਿੱਤਾ, ਉਸ ਤੋਂ ਬਾਅਦ ਸਾਡੇ ਗੁਰੂਆਂ ਨੇ ਜਿਹੜਾ ਮੀਰੀ ਦਾ ਸਬਕ ਦਿੱਤਾ। ਸਾਡੇ ਹਾਂਜੀ ਵਿੱਚ ਪੀਰੀ ਹੈਗੀ
ਔਰ ਮੇਰੀ ਵੀ ਹੈਗੀ ਹੈ। ਬਿਲਕੁਲ ਉਹ ਜਿਹੜਾ ਬਲੇਸਿੰਗ ਹੈਗੀ ਨਾ, with this type of a thought you can't look shallow, you ਬਿਲਕੁਲ can't my little thing. So therefore there's a requirement, anybody who is Sikh, anybody who put a turban, anybody who believes in Guru Nanak Dev Ji, Guru Gobind Singh Ji, he's got to rise from small little thing. ਮਤ ਹੋਣੀ ਚਾਹੀਦੀ ਹੈਗੀ ਆ। ਔਰ ਸਾਡੇ ਐਕਸ਼ਨ ਵਿੱਚ ਸਾਨੂੰ ਹਰ ਵਕਤ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੇਖਦੇ ਰਹਿੰਦੇ ਹੈਗੇ ਨੇ। ਔਰ ਇਹ ਜ਼ਰੂਰੀ ਹੈਗਾ ਕਿ ਸਾਡੀ ਹਰੇਕ ਸੋਚ, ਸਾਡਾ ਹਰੇਕ ਕਰਮ ਉਸ ਲੈਵਲ ਦਾ ਹੋਏ ਕਿ ਸਾਡੇ ਗੁਰੂ ਸਾਹਿਬ ਖੁਸ਼ ਹੋਣ ਕਿ ਇਹ ਦੇਖੋ ਮੇਰਾ ਬੱਚਾ ਕੀ ਕਰਨ ਡਿਆ ਹੈਗਾ। ਤੁਸੀਂ ਬਹੁਤ ਸੋਹਣੀ ਗੱਲ ਕਰੀ ਹੈਗੀ। ਇਹਦੇ ਨਾਲ ਮੈਂ ਤੁਹਾਨੂੰ ਆਪਣੀ ਸਾਈਡ ਤੋਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਹੈਗਾ ਜੀ। ਪਿਛਲੇ ਹਫਤੇ ਮੈਂ ਇੱਕ ਇੰਟਰਵਿਊ ਕਰੀ ਹੈਗੀ ਸੀ ਰੁਸਾਨ ਅਬਾਸ ਦੀ, ਜਿਹੜੀ ਕਿ ਵਿਗਰ ਮੁਸਲਿਮ ਕਮਿਊਨਿਟੀ ਹੈਗੀ ਹੈ ਚਾਈਨਾ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 2.5-3 ਜਿਹੜੇ ਮਿਲੀਅਨ ਹੈਗੇ ਨੇ ਉਹਨਾਂ ਨੂੰ ਕਨਸੈਂਟ੍ਰੇਸ਼ਨ ਕੈਂਪ ਦੇ ਵਿੱਚ ਪਾਇਆ ਹੈਗਾ। ਉਹਨਾਂ ਦੀ ਲੇਡੀਜ਼ ਦੇ ਨਾਲ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈਗਾ। ਉਹਨਾਂ ਦਾ ਸਪੌਂਟੇਨੀਅਸਲੀ ਉਹਨਾਂ ਨੂੰ ਕਿਸੇ ਦੀ ਅਬੋਰਸ਼ਨ ਕਰੀ ਜਾ ਰਹੀ ਹੈਗੀ, ਉਹਨਾਂ ਦੀ ਪਾਪੂਲੇਸ਼ਨ ਕੰਟਰੋਲ ਕਰੀ ਜਾ ਰਹੀ ਹੈਗੀ, ਉਹਨਾਂ ਤੇ ਬਹੁਤ ਅਤਿਆਚਾਰ ਹੋ ਰਿਹਾ ਹੈਗਾ। ਮੈਂ ਉਹਦੀ ਇੰਟਰਵਿਊ ਕਰੀ, ਕਿਸੇ ਨੇ ਮੈਨੂੰ ਪੁੱਛਿਆ ਹੈਗਾ ਸੀ ਵੀ ਤੁਹਾਨੂੰ ਕੀ ਇਸ ਚੱਕਰ ਦੇ ਵਿੱਚ ਪੈਣ ਦੀ ਜ਼ਰੂਰਤ ਹੈਗੀ ਹੈ। ਮੈਂ ਉਹਨਾਂ ਨੂੰ ਇੱਕੋ ਐਗਜ਼ਾਮਪਲ ਦਿੱਤੀ ਹੈਗੀ ਸੀ, ਮੈਂ ਦੇਖੋ ਜੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਹੈਗਾ। ਅਸੀਂ ਕਦੇ ਵੀ ਨਹੀਂ ਸੋਚਿਆ ਹੈਗਾ ਸੀ ਜੇ ਅਸੀਂ ਉਦੋਂ ਤਲਵਾਰ ਚੁੱਕਾਂਗੇ ਜਦੋਂ ਸਿੱਖ ਕੌਮ ਦੇ ਉੱਤੇ ਕੋਈ ਭੀੜ ਆਏਗੀ। ਉਦੋਂ ਮਜ਼ਾ ਉਦੋਂ ਆਉਂਦਾ ਹੈਗਾ ਵੀ ਜਦੋਂ ਬਗਾਨਿਆਂ ਦੇ ਉੱਤੇ ਆਵੇ ਹੈਗੇ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਹੈਗਾ ਸੀਗਾ, ਉਹ ਸਿੱਖਾਂ ਕਰਕੇ ਤਾਂ ਨਹੀਂ ਦਿੱਤਾ ਹੈਗਾ ਸੀ ਨਾ। ਉਹੀ ਸਪਿਰਿਟ ਮੈਨੂੰ ਨਜ਼ਰ ਆਉਂਦੀ ਹੈਗੀ ਵੀ ਤੁਹਾਡੇ ਵਿੱਚ ਜਦੋਂ ਵੀ ਤੁਸੀਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਤੁਸੀਂ ਨਾਅਰੇ ਲਾਉਣੇ ਹੈਗੇ ਹੋ, ਤੁਸੀਂ ਜਕਾਰਾ ਛੱਡਦੇ ਹੈਗੇ ਹੋ, ਜਾਂ ਬੋਲੇ ਸੋ ਨਿਹਾਰ ਦੇ ਜਕਾਰੇ ਤੁਸੀਂ ਛੱਡਦੇ ਹੈਗੇ ਹੋ, ਉੱਥੋਂ ਪਤਾ ਚੱਲਦਾ ਹੈਗਾ ਵੀ ਤੁਹਾਡੇ ਅੰਦਰ ਜੋ ਜਜ਼ਬਾ ਹੈਗਾ ਉਹ ਕਿੱਥੋਂ ਤੁਸੀਂ ਡਰਾ ਕਰ ਰਹੇ ਹੈਗੇ ਹੋ। ਇਹੀ ਗੱਲ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਸੀ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਤੋਂ ਡਰਾ ਕਰ ਰਹੇ ਹੈਗੇ ਹੋ, ਔਰ ਸਿੱਖ ਫਿਲਾਸਫੀ ਤੋਂ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਹੈ ਉਸ ਤੋਂ ਡਰਾ ਕਰਕੇ ਤੁਸੀਂ ਉਹਨਾਂ ਦਾ ਐਗਜ਼ਾਮਪਲ ਜਿਹੜਾ ਹੈਗਾ ਰੀਅਲ ਲਾਈਫ ਦੇ ਵਿੱਚ ਅੱਗੇ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਸੁਖੀ ਜੀ, ਤੁਹਾਡੀ ਗੱਲ ਬਹੁਤ ਸੋਹਣੀ ਲੱਗੀ ਹੈਗੀ ਹੈ, ਮਨ ਨੂੰ ਛੂ ਗਈ ਹੈਗੀ ਹੈ, ਔਰ ਮੇਰੇ ਵਾਸਤੇ ਬਹੁਤ ਵੱਡਾ ਸਬਕ ਹੈ ਜੋ ਤੁਸੀਂ ਦੱਸਿਆ ਗਿਆ। ਇਨਫੈਕਟ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਕਿ ਵੀ ਸ਼ੁੱਡ ਟੇਕ ਸਾਡੇ ਗੁਰੂਆਂ ਦੀ ਜਿਹੜੀ ਬਲੇਸਿੰਗਸ ਹੈਗੀਆਂ, ਜਿਹੜੀ ਉਹਨਾਂ ਦੇ ਆਦੇਸ਼ ਹੈਗੇ ਨੇ, ਜਿਹੜਾ ਉਹਨਾਂ ਨੇ ਸਾਨੂੰ ਮਾਰਗ ਦਿਖਾਇਆ ਹੈ into everyday practical life. I think that is what is the direction of our guru ਜੀ। ਔਰ ਦੇਖੋ ਜਿਹੜੀ ਤੁਸੀਂ ਉਈਗਰ ਵਾਲੀ ਗੱਲ ਕੀਤੀ ਹੈਗੀ ਹੈ, ਵਾਹਿਗੁਰੂ ਦੀ ਬਲੇਸਿੰਗਸ ਦੇ ਨਾਲ ਹੀ I had gone to ਉਰਮਚੀ ਸਿੰਜਿਆਂਗ ਵਿੱਚ ਹੈ, ਔਰ ਮੈਂ ਗਿਆ ਸੀ 2012 ਵਿੱਚ। ਔਰ ਤੁਹਾਨੂੰ ਯਾਦ ਹੋਊਗਾ ਕਿ 2009 ਵਿੱਚ ਉੱਥੇ ਐਥਨਿਕ ਕਨਫਲਿਕਟ ਵੀ ਹੋਏ ਸੀਗੇ। ਇਨਫੈਕਟ ਜਦੋਂ ਉਹਦੇ 1 ਮਹੀਨੇ ਪਹਿਲੇ ਹੀ ਇੱਕ ਟੈਰਰਿਸਟ ਅਟੈਕ ਵਿੱਚ ਉਹਨਾਂ ਨੇ they had killed that local Uyghurs there। ਔਰ ਉਸ ਤੋਂ ਬਾਅਦ ਵੀ ਯਾਦ ਹੋਊਗਾ ਕਿ 2014 ਵਿੱਚ ਕੁਨਮਿੰਗ ਵਿੱਚ ਇੱਕ ਨਾਈਫ ਸਟੈਬਿੰਗ ਨਾਲ ਵੀ ਉਹਨਾਂ ਨੇ ਮਾਰੇ ਸੀਗੇ, ਔਰ ਇੱਕ ਹੋਰ ਇਨਸੀਡੈਂਟ ਹੋਇਆ ਸੀ ਉਹਨਾਂ ਦੇ। ਦੇਖੋ ਐਸਾ ਹੈਗਾ ਕਿ ਜਿਹੜਾ ਚਾਈਨਾ ਹੈਗਾ ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਬਿਲਕੁਲ ਅਲੱਗ ਹੈਗਾ ਜੀ। ਦੇਖੋ ਹਰੇਕ ਦੇਸ਼ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦਾ ਹੈਗਾ। ਮੈਂ ਚਾਈਨਾ ਵਿੱਚ 2000 ਤੋਂ 2012 ਵਿੱਚ ਮੈਂ 7 ਵਾਰ ਗਿਆ ਹੈਗਾ ਜੀ। I was very happy to see the transformation. I was very happy to see the economic advances. I was very happy to see that there was a very good control of everything. So I used to feel happy that look, they are changing, they are transforming. And ਮੇਰੇ ਦਿਮਾਗ ਵਿੱਚ ਇਹ ਵੀ ਸੀਗਾ ਕਿ ਦੇਖੋ ਇਹ ਸਿਵਲਾਈਜੇਸ਼ਨ ਬਹੁਤ ਪੁਰਾਣੀ ਹੈਗੀ ਹੈ, ਔਰ ਜਿਹੜੀ ਸਿਵਲਾਈਜੇਸ਼ਨ ਹੁੰਦੀ ਹੈ ਉਹਦੇ ਵਿੱਚ ਇੱਕ ਆਪਣਾ ਹੀ ਵਿਜ਼ਡਮ ਔਰ ਡੈਪਥ ਹੁੰਦੀ ਹੈਗੀ ਹੈ। ਸੋ ਦੇ ਆਰ ਪ੍ਰੋਬਬਲੀ ਔਨ ਦ ਰਾਈਟ line because their industry, their manufacturing, their supply lines were coming up well. ਲੇਕਿਨ ਗੱਲ ਹੋਰ ਹੈਗੀ ਸੀਗੀ ਕਿ ਜਿਸ ਪ੍ਰਕਾਰ ਦੇ ਨਾਲ ਚਾਈਨਾ ਪਾਕਿਸਤਾਨ ਦੀ ਮਦਦ ਕਰਦਾ ਹੈਗਾ ਟੈਰਰਿਜ਼ਮ ਤੇ, ਮਾਫ ਕਰਨਾ ਜੀ, ਤਾਂ ਜਦੋਂ ਵੀ ਮੈਂ ਗੱਲ ਕਰਦਾ ਸੀ ਚਾਈਨੀਜ਼ ਦੇ ਨਾਲ, ਆਈ ਟੂ ਟੈਲ them that look, ਇਹ ਜਿਹੜਾ ਪਾਕਿਸਤਾਨ ਹੈਗਾ ਇਹ ਬਿਲਕੁਲ ਗਲਤ ਰਸਤੇ ਤੇ ਹੈਗਾ, ਇਹ ਪ੍ਰੋਕਸੀ ਟੈਰਰ ਝੂਠ ਪ੍ਰੋਪਾਗੈਂਡਾ ਤੇ ਹੈਗਾ, ਇਹਦੀ ਪਾਕਿਸਤਾਨ ਆਰਮੀ ਔਰ ISI ਇਹਨਾਂ ਨੂੰ ਬਿਲਕੁਲ ਗਲਤ ਰਸਤੇ ਤੇ ਲੈ ਜਾ ਰਹੀ ਹੈਗੀ ਆ ਤੇ ਆਪਣੇ ਦੇਸ਼ ਨੂੰ ਹੀ ਖਰਾਬ ਕਰਦੇ ਜਾ ਰਹੇ ਹੈਗੇ ਆ। So with that background, I had gone to Urumqi. When I went to Urumqi, I interacted with a lot of people also. Although you're not allowed to interact with a lot of people, but still, with whatever was possible, one saw the thing firsthand. I went to army units there in Xinjiang also. ਇਹ ਜਿਹੜੇ ਹੁਣ East Ladakh troops ਆਏ ਆ, I had visited their unit 2012 ਵਿੱਚ।
same unit I had gone and visited them. Then ਹੁਣ ਜਿਹੜੀ ਹਾਲਤ ਹੈਗੀ ਉਈਗਰ ਵਿੱਚ, ਜਿਹੜਾ ਤੁਸੀਂ ਉਦਾਹਰਨ ਦੇ ਰਹੇ ਹੋ, ਬਿਲਕੁਲ ਕਰੈਕਟ ਹੈਗਾ। ਉਹਨਾਂ ਦੀ ਪੋਪੂਲੇਸ਼ਨ ਜਿਹੜੇ ਉਈਗਰ ਹੈਗੇ ਨੇ 25 ਮਿਲੀਅਨ ਹੈਗੀ ਹੈ, ਐਂਡ ਉਹਦੇ ਵਿੱਚ 3 ਮਿਲੀਅਨ ਆਰ ਇਨ ਇੰਟਰਨਮੈਂਟ ਕੈਂਪਸ। ਔਰ ਜਿਹੜਾ ਚਾਈਨਾ ਹੈਗਾ ਇਹ ਕਹਿੰਦਾ ਹੈਗਾ ਕਿ ਅਸੀਂ ਮਤਲਬ ਡੀ ਰੈਡੀਕਲੇਸ਼ਨ ਕਰ ਰਹੇ ਹੈਗੇ ਆ, ਅਸੀਂ ਟ੍ਰੇਨਿੰਗ ਕੈਂਪ ਕਰ ਰਹੇ ਹੈਗੇ, ਜੌਬ ਟ੍ਰੇਨਿੰਗ ਸੈਂਟਰ ਬਣਾਏ ਹੈਗੇ, ਅਸੀਂ ਇੰਡੋਕਟ੍ਰੀਨੇਸ਼ਨ ਕਰ ਰਹੇ ਹੈਗੇ। ਇਹ ਤਾਂ ਆਫੀਸ਼ੀਅਲ ਵਰਜ਼ਨ ਹੈਗਾ, ਲੇਕਿਨ ਅਸਲ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਅਤਿਆਚਾਰ ਕਰ ਰਹੇ ਹੈਗੇ ਇੰਟਰਨ ਕੈਂਪ ਵਿੱਚ। ਉਹ ਉਹਨਾਂ ਦੀ ਨਸਲ ਹੀ ਬਦਲਣਾ ਚਾਹੁੰਦੇ ਹੈਗੇ, ਉਹਨਾਂ ਦਾ ਖੂਨ, ਉਹਨਾਂ ਦਾ ਸੋਚ, ਉਹਨਾਂ ਦਾ ਵਿਚਾਰ, ਉਹਨਾਂ ਦਾ ਧਰਮ, ਉਹਨਾਂ ਦੀ ਕਲਚਰ, ਉਹਨਾਂ ਦੀ ਲੈਂਗੁਏਜ, ਹਰੇਕ ਚੀਜ਼ ਨੂੰ ਬਦਲਣਾ ਚਾਹੁੰਦੇ ਨੇ। ਉਹ ਉੱਥੇ ਸਿਨੋਸਾਈਜੇਸ਼ਨ, ਮਤਲਬ ਕਿ ਸਿਰਫ ਜਿਹੜਾ ਚਾਈਨਾ ਦਾ ਹੈਗਾ, ਹਾਨ ਦਾ ਹੈਗਾ ਕਲਚਰ ਕਰੈਕਟਰਿਸਟਿਕ ਉਹੀ ਰਹੇ, ਹੋਰ ਕੁਝ ਨਹੀਂ। ਦੇਖੋ ਜਿਹੜਾ ਚਾਈਨਾ ਵਿੱਚ ਜਿਹੜਾ ਧਰਮ ਹੈਗਾ ਉਹ ਸਿਰਫ CCP ਹੈ, ਕਮਿਊਨਿਜ਼ਮ ਹੀ ਧਰਮ ਹੈਗਾ, ਉਹ ਕੋਈ ਧਰਮ ਨਹੀਂ ਹੈਗਾ। ਉਹ ਬਸ ਜਿਹੜਾ CCP ਪੋਲੀਟੀਕਲ ਪਾਰਟੀ, ਕਮਿਊਨਿਸਟ ਪਾਰਟੀ ਹੈਗੀ, ਔਰ PLA, ਇਹਨਾਂ ਦਾ ਹੀ ਰਾਜ ਹੈਗਾ। ਔਰ ਉਹਨਾਂ ਨੇ ਇੰਨਾ ਜ਼ਿਆਦਾ, ਮਤਲਬ ਇੱਕ ਜਿਹੜਾ ਆਪਣੇ ਸਿੱਖ ਹਿਸਟਰੀ ਵਿੱਚ ਆਂਦਾ ਕਿ ਜਿਹੜਾ ਲੈਵਲ ਆਫ ਫੋਰਬੀਅਰੈਂਸ ਹੈਗਾ, ਅਤਿਆਚਾਰ ਦਾ ਲੈਵਲ, ਉਹ ਵੀ ਕ੍ਰਾਸ ਕੀਤਾ ਹੈਗਾ ਉਹਨਾਂ ਨੇ। ਔਰ ਦੇਖੋ ਇਹ ਬਹੁਤ ਹੀ ਦੁੱਖ ਲੱਗਦਾ ਹੈਗਾ ਕਿ ਕਿਸੇ ਇਨਸਾਨ ਦੇ ਉੱਤੇ, ਅਗਰ ਤੁਸੀਂ ਹਿਊਮੈਨਿਟੇਰੀਅਨ ਪੁਆਇੰਟ ਆਫ ਵਿਊ ਤੇ ਦੇਖੋ ਕਿ ਉਹਨਾਂ ਦੇ ਉੱਤੇ ਕਿੰਨਾ ਅਤਿਆਚਾਰ ਕੀਤਾ ਜਾਂਦਾ ਹੈਗਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਕਿ ਦੇਖੋ ਜਦੋਂ ਚਾਈਨਾ ਨੇ ਵਨ ਚਾਈਲਡ ਪਾਲਿਸੀ ਕੀਤਾ ਸੀਗਾ ਇਨ ਅਰਲੀ 90s, ਉਸ ਵੇਲੇ ਉਹਨਾਂ ਨੇ 1 ਮਿਲੀਅਨ ਆਪਣੇ ਹੀ ਪਰਿਵਾਰ ਦੇ ਲੇਡੀਜ਼ ਦਾ ਅਬੋਰਸ਼ਨ ਜਾਂ ਜਿਹੜਾ ਫੋਇਟਸ ਨੂੰ ਉਹਨਾਂ ਨੇ ਮਾਰਿਆ ਸੀਗਾ। ਮਤਲਬ 1 ਮਿਲੀਅਨ ਵਾਲੀ ਜੰਮੇ ਨਹੀਂ ਹੈਗੇ, ਜੰਮੇ ਨਹੀਂ ਹੈਗੇ, ਉਹਨਾਂ ਨੂੰ ਮਤਲਬ ਕੱਢ ਕੇ ਮਾਰਿਆ ਅਬੋਰਸ਼ਨ ਕਰ। ਔਰ ਉਹ ਤਰੀਕੇ ਨਾਲ ਹੁਣ ਇਹ ਇਹਨਾਂ ਦੇ ਉੱਤੇ ਕਰਨ ਦੇ ਹੈਗੇ ਨੇ, ਔਰ ਬਹੁਤ ਦੁੱਖ ਲੱਗਦਾ ਹੈਗਾ। ਦੇਖੋ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈਗੀ ਹੈ, ਬਿਕੋਜ਼ ਜਿਹੜਾ ਸਿੱਖ ਧਰਮ ਹੈਗਾ ਇਹਨੇ ਸਦਾਈ ਇੱਕ ਯੂਨੀਵਰਸਲਿਜ਼ਮ ਸਿਖਾਈ ਹੈਗੀ ਹੈ, ਇੱਕ ਕੰਪੈਸ਼ਨ ਸਿਖਾਈ ਹੈਗੀ ਆ, ਇੱਕ ਪੂਰੇ ਹਿਊਮੈਨਿਟੀ ਨੂੰ ਵਨਨੈਸ ਨਾਲ ਦੇਖਿਆ ਹੈਗਾ, ਪੂਰੇ ਬ੍ਰਹਮਾਂਡ ਨੂੰ ਇੱਕ ਵਨਨੈਸ ਨਾਲ ਦੇਖਿਆ ਹੈਗਾ। ਔਰ ਜਿਹੜੇ ਜਦੋਂ ਮੀਰੀ ਵਾਲਾ ਪੋਰਸ਼ਨ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਖਿਆ ਕਿ ਅਤਿਆਚਾਰ ਨੂੰ ਐਕਸੈਪਟ ਨਹੀਂ ਕਰਨਾ ਹੈਗਾ। ਇੱਕ ਲੈਵਲ ਜਿਹੜਾ ਅਤਿਆਚਾਰ ਦਾ ਹੈ, ਉਸ ਤੋਂ ਬਾਅਦ ਨਾ ਫਿਰ ਬਸ ਹੁਣ ਇਫ ਯੂ ਸੁਖੀ ਜੀ, ਕਦੀ ਤੁਸੀਂ ਮਤਲਬ ਕਾਗਜ਼ ਦੇ ਨਾਲ ਅਗਰ ਆਪਣੇ ਪੇਪਰ ਦੇ ਉੱਤੇ ਵਰਡ ਲਿਖੋ, ਵਰਡ ਮਤਲਬ ਸ਼ਬਦ, WORD ਸ਼ਬਦ, ਇਹ ਸ਼ਬਦ ਹੈਗਾ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹੈਗੇ ਸ਼ਬਦ, ਜਿਹੜੇ ਸਾਡੇ ਗੁਰੂਆਂ ਨੇ ਲਿਖਿਆ ਹੈਗਾ, ਉਹਦੇ ਅੱਗੇ ਤੁਸੀਂ S ਲਗਾ ਦਿਓ ਤੇ ਸਵੋਰਡ ਬਣ ਜਾਂਦਾ ਹੈਗਾ। ਇਹ ਸਵੋਰਡ ਹੈਗੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ, and the sword is just and poised when the level of forbearance has crossed the level of bearing, I think ਜਿਹੜਾ ਚਾਈਨਾ ਹੈਗਾ ਉਹ ਬਹੁਤ ਗਲਤੀਆਂ ਕਰਦਾ ਜਾ ਰਿਹਾ ਹੈਗਾ। ਉਹਨਾਂ ਨੇ ਤਿੱਬਤ ਦੇ ਜਿਹੜੇ ਲਾਮਾ ਹੈਗੇ ਨੇ, ਜਿਹੜੇ ਇੰਨਾ ਇਨੋਸੈਂਟ ਲੋਕੀ ਹੈਗੇ ਨੇ, ਬੁੱਧਿਜ਼ਮ ਫੋਲੋ ਕਰਦੇ, ਉਹਨਾਂ ਦੇ ਉੱਤੇ ਇੰਨਾ ਅਤਿਆਚਾਰ ਕੀਤਾ। ਉਈਗਰ ਤੇ ਕਾਰਨ ਦੇ ਹੈਗੇ, ਮਨਚੂਰੀਆ ਵਿੱਚ ਕੀਤਾ ਹੈਗਾ, ਇਨਰ ਮੰਗੋਲੀਆ ਵਿੱਚ ਕੀਤਾ। ਹੁਣ ਦੇਖੋ ਹਾਂਗਕਾਂਗ ਕਿੰਨਾ ਅਤਿਆਚਾਰ ਕਰ ਰਹੇ ਹੈਗੇ। ਹਾਂਗਕਾਂਗ ਵਿੱਚ ਜਿੰਨੇ ਪ੍ਰੋਟੈਸਟ ਸੀਗੇ ਉਹਨਾਂ ਨੇ ਬਿਲਕੁਲ ਜੈਂਟਲਮੈਨ ਵਾਂਗੂ ਬਿਨਾਂ ਵਾਇਲੈਂਸ ਕਰਨ ਦੇ ਸੀਗੇ, ਇੱਕ ਨਾਨ ਵਾਇਲੈਂਸ ਟਾਈਪ ਪ੍ਰੋਟੈਸਟ ਸੀਗਾ। ਇਹਨਾਂ ਨੇ ਆਪਣੀ ਆਰਮੀ ਲਿਆ ਕੇ ਉਹਨਾਂ ਦੇ ਅਤਿਆਚਾਰ ਸ਼ੁਰੂ ਕਰਤੇ ਹੈਗੇ ਨੇ, ਇਹਨਾਂ ਨੇ ਨੈਸ਼ਨਲ ਸਿਕਿਉਰਿਟੀ ਲਾਅ ਚੇਂਜ ਕਰਤਾ ਹੈਗਾ। ਦੇਖੋ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈਗਾ ਜਿਹੜਾ ਚਾਈਨਾ ਹੈਗਾ ਨਾ, ਉਹਨਾਂ ਦੀ ਗਲਤੀਆਂ ਦਾ ਜਿਹੜਾ ਭੰਡਾਰ ਹੈਗਾ ਉਹ ਬਹੁਤ ਭਾਰੀ ਹੈਗਾ। COVID 2019, there are many theories, but one theory is that it is point of view is that it's a bio weapon terrorism which they wanted to have. I don't know what is the truth on this thing. I don't know about it. एक गल देखो कि ਜਿਹੜਾ ਚਾਈਨਾ ਦੀ ਗਲਤੀਆਂ ਹੈਗੀਆਂ ਇਹ ਵੱਧਦੀਆਂ ਜਾ ਰਹੀਆਂ ਹੈਗੀਆਂ। COVID 2019 ਦੇ ਬਾਅਦ ਉਹਨੇ ਬਹੁਤ ਵੱਡੇ ਬਲੰਡਰ ਸ਼ੁਰੂ ਕਰਤੇ। ਸਭ ਤੋਂ ਵੱਡਾ ਬਲੰਡਰ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਗਲਵਾਨ ਵਿੱਚ ਧੋਖਾ ਦਿੱਤਾ 15 ਜੂਨ। ਦੂਜਾ ਉਹਨਾਂ ਨੇ ਗਲਤੀ ਕੀਤੀ 29 ਅਗਸਤ ਨੂੰ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਤੀਜੀ ਗੱਲ ਉਹਨਾਂ ਨੇ ਆਪਣਾ ਪ੍ਰੋਕਸੀ ਬਣਾਇਆ ਹੈਗਾ ਪਾਕਿਸਤਾਨ ਨਾਲ ਹੁਣ ਕੋਸ਼ਿਸ਼ ਕਰਨ ਦੇ ਨੇਪਾਲ ਦੇ ਨਾਲ। ਔਰ ਇਹ ਨਹੀਂ ਕਿ ਇੱਥੇ ਹੀ ਅਗਰੈਸਿਵ ਪੋਸਚਰ ਹੈਗਾ, ਇੱਥੇ ਹੀ ਉਹਨਾਂ ਦਾ ਪ੍ਰੋਵੋਕੇਸ਼ਨ ਹੈਗਾ। ਦੁਨੀਆ ਵਿੱਚ ਹਰੇਕ ਜਗ੍ਹਾ ਵਿੱਚ ਉਹਨਾਂ ਕੋਲ ਪੈਸੇ ਕੀ ਆਏ, ਉਹਨਾਂ ਨੇ ਇਕਨੋਮੀ ਠੀਕ ਕੀ ਕੀਤਾ ਹੈਗਾ, ਔਰ ਉਸ ਤੋਂ ਬਾਅਦ ਉਹ ਉਸੇ ਪੈਸਿਆਂ ਨਾਲ ਲੋਕਾਂ ਨੂੰ ਮਤਲਬ ਲੁੱਟਣ ਲੱਗ ਗਏ, ਲੋਨ ਡੈਪਟ ਔਰ ਇਕਨੋਮਿਕ ਕੋਲੋਨਾਈਜੇਸ਼ਨ ਕਰਨ ਲੱਗ ਗਏ। ਇਹ ਤੇ ਚਾਈਨਾ ਦੀ ਜਿਹੜੀ
ਆਤੀ ਹੋ ਗਿਆ ਨਾ। ਹਾਂਜੀ ਇਹ ਹਾਂਜੀ ਜਿਹੜਾ ਚਾਈਨਾ ਨੇ ਬਿਲਕੁਲ ਕੀਤਾ ਹੈਗਾ, ਇਹ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਹੈ। ਬਿਲਕੁਲ ਜੀ, ਤੁਸੀਂ ਬਹੁਤ ਬਹੁਤ ਸੋਹਣਾ ਤੁਸੀਂ ਤਰ੍ਹਾਂ ਐਕਸਪਲੇਨ ਕਰਿਆ ਹੈਗਾ। ਪਰ ਇਹ ਹੁੰਦਾ ਵੀ ਪਿੰਡਾਂ ਦੇ ਵਿੱਚ ਇੱਕ ਆਪਣਾ ਹੁੰਦਾ ਵੀ ਕੋਈ ਨਵਾਂ ਨਵਾਂ ਜਿਹੜਾ ਬਦਮਾਸ਼ ਹੁੰਦਾ ਹੈਗਾ ਹੈ, ਉਹ ਬੜੀਆਂ ਗਲਤੀਆਂ ਕਰਦਾ ਹੁੰਦਾ ਹੈਗਾ। ਜਿਹੜਾ ਪੁਰਾਣਾ ਬਦਮਾਸ਼ ਹੁੰਦਾ ਐਟਲੀਸਟ ਕੋਈ ਆਪਣੇ ਗਵਾਂਢੀਆਂ ਨਾਲ ਪੰਗਾ ਨਹੀਂ ਲੈਂਦਾ ਹੁੰਦਾ। ਕਿਤੇ ਚਾਈਨਾ ਦੀ ਉਹੀ ਸਿਚੁਏਸ਼ਨ ਤਾਂ ਨਹੀਂ ਹੈਗੀ ਵੀ ਜਿਹੜੇ ਆਲੇ ਦੁਆਲੇ ਜਿਹੜੇ ਮੁਲਕ ਹੈਗੇ ਨੇ ਉਹਨਾਂ ਦੇ ਨਾਲ ਪੰਗੇ ਲੈ ਰਹੇ, ਸਿਰਫ ਇੰਡੀਆ ਨਾਲ ਨਹੀਂ ਲੈ ਰਹੇ, ਬਾਕੀ ਨਾਲ ਵੀ ਲੈ ਰਹੇ ਹੈਗੇ। ਕੱਲ ਨੂੰ ਕਿਤੇ ਇਹਨਾਂ ਦਾ ਵੀ ਹਾਲ ਜਿਸ ਤਰ੍ਹਾਂ ਰਸ਼ੀਆ ਟੁੱਟਿਆ ਹੈਗਾ ਸੀ, ਫਿਰ ਜਦੋਂ ਟੁੱਟਣ ਲੱਗੇ ਪਤਾ ਨਹੀਂ ਕਿੰਨੇ ਟੁਕੜੇ ਹੋਣਗੇ, ਬਜਾਏ ਕਿ ਇਹ ਲੋਕਾਂ ਦੇ ਹੋਰ ਦੇਸ਼ਾਂ ਦੇ ਟੁਕੜੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ, ਇਨਫੈਕਟ ਤੁਸੀਂ ਬਿਲਕੁਲ ਠੀਕ ਆਖਿਆ ਗਿਆ। ਇਸ ਵੇਲੇ ਚਾਈਨਾ ਦੇ ਵਿੱਚ ਸਭ ਤੋਂ ਵੱਡੀ ਚੈਲੰਜ ਹੈਗੀ ਹੈ ਉਹਨਾਂ ਦੀ ਇੰਟਰਨਲ ਸਟੇਬਿਲਿਟੀ। ਹਾਂਜੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈਗੀ, ਉਹਨਾਂ ਦੇ ਬਹੁਤ ਵੱਡੇ ਚੈਲੰਜ ਹੈਗੇ ਆ। ਹਾਂਜੀ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਹੈਗੇ ਨੇ ਸ਼ੀ ਜਿਨਪਿੰਗ, ਉਹਨਾਂ ਨੇ ਆਪਣੇ ਸਿਰ ਦੇ ਉੱਤੇ 12 ਕੈਪਸ ਪਾਈਆਂ ਹੈਗੀਆਂ, 12 ਹੈਟਸ ਪਾਈਆਂ ਹੈਗੀਆਂ। ਜੀ ਇੱਕ ਬੰਦਾ 12 ਹੈਟ ਔਰ ਆਪਣੇ ਆਪ ਨੂੰ ਕੋਰ ਲੀਡਰ ਕਵੇ, ਹਾਂਜੀ ਔਰ ਇੰਨਾ ਰਿਜਿਡ ਸਿਸਟਮ ਬਣਾਇਆ ਹੈਗਾ। ਉਹਨਾਂ ਨੇ ਇੰਨੇ ਪਰਜ ਕੀਤੇ ਹੈਗੇ ਆ, ਉਹਨਾਂ ਨੇ ਕਿੰਨਿਆਂ ਲੋਕਾਂ ਨੂੰ ਦੇ ਉੱਤੇ ਅਤਿਆਚਾਰ ਔਰ ਐਕਸੈਸਿਸ ਕੀਤੀਆਂ ਹੈਗੀਆਂ। ਉਹਨਾਂ ਹਾਂਜੀ ਦਾ ਜਿਹੜਾ ਸੀਸੀਪੀ ਹੈਗਾ, ਉਹਨਾਂ ਦੀ ਕਮਿਊਨਿਸਟ ਪਾਰਟੀ, ਉਹਨਾਂ ਨੇ ਇੰਨਾ ਟਾਈਟ ਕੰਟਰੋਲ ਕੀਤਾ, ਸਰਵੇਲੈਂਸ ਕੀਤਾ, ਇੰਨਾ ਲੋਕਾਂ ਨੂੰ ਉਹਨਾਂ ਨੇ ਪਰਜ ਕੀਤਾ ਹੈਗਾ। ਉਹਨਾਂ ਦੇ ਜਿਹੜੀ ਪੀਐਲਏ ਹੈਗੀ ਆ, ਉਹ ਤਾਂ ਐਕਚੁਅਲੀ ਕੋਈ ਆਰਮੀ ਨਹੀਂ ਹੈਗੀ ਹੈ, ਉਹ ਤਾਂ ਹਾਂਜੀ ਪੋਲੀਟੀਕਲ ਪਾਰਟੀ ਦੀ ਇੱਕ ਫੋਰਸ ਹੈਗੀ ਆ ਲੋਕਾਂ ਦੇ ਉੱਤੇ ਅਤਿਆਚਾਰ ਕਰਨ ਦੀ। ਤੁਸੀਂ ਦੇਖਿਆ ਸੀ ਕਿ 2008 ਵਿੱਚ ਤਿਆਨਾਮਨ ਸਕੁਅਰ ਵਿੱਚ ਉਹ ਪ੍ਰੋਟੈਸਟਰ ਦੇ ਉੱਤੇ ਟੈਂਕ ਲੈ ਕੇ ਚੜ ਗਏ। ਚੜ ਕੇ ਦੇਖੋ ਮਤਲਬ ਇੱਕ ਜਿਹੜਾ ਇੱਕ ਪਾਸੇ ਪ੍ਰੋਟੈਸਟਰ ਔਰ ਦੂਜੇ ਪਾਸੇ ਫੌਜ ਦੇ ਟੈਂਕ ਲੈ ਕੇ ਚੜ ਦੋ, ਇਹ ਹਾਂਜੀ ਦਿਸ ਹਾਂਜੀ ਇਜ਼ ਐਬਸੋਲੂਟਲੀ ਨਾਟ ਅਸੈਪਟੇਬਲ, ਇਹ ਬਿਲਕੁਲ ਜਿਹੜਾ ਔਰ ਜਿਹੜੇ ਮੈਂ 5 ਨਾਂ ਲਿੱਤੇ ਸੀਗੇ, ਆਫ ਟਿਬੇਟ, ਹਾਂਜੀ ਸਿੰਜਿਆ, ਹਾਂਜੀ ਇਨਰ ਮੰਗੋਲੀਆ ਐਂਡ ਮਨਚੂਰੀਆ ਐਂਡ ਹਾਂਗਕਾਂਗ, ਹਾਂਜੀ ਇਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਬੁਰੀ ਤਰ੍ਹਾਂ ਹੁਣ। ਹਾਂਜੀ ਔਰ ਜਿਹੜਾ ਚਾਈਨਾ ਦੀ ਲੀਡਰਸ਼ਿਪ ਹੈ, ਇਹਦੇ ਵਿੱਚ ਵੀ ਹੋ ਗਿਆ ਵਿਰੋਧ। ਹੁਣ ਜੀ ਜਿਹੜੇ ਚਾਈਨਾ ਦੇ ਪੁਰਾਣੇ ਹੈਗੇ, ਜਿਹੜੇ ਸਮਝਦਾਰ ਲੋਕ, ਉਹਨਾਂ ਨੇ ਬਿਲਕੁਲ ਹੀ ਆਪਣੀ ਆਵਾਜ਼ ਉਠਾਣੀ ਸ਼ੁਰੂ ਕਰਤੀ ਹੈਗੀ ਹੈ। ਜੀ ਔਰ ਜੀ ਦੇਖੋ ਜਿਹੜੇ ਚਾਈਨਾ ਵਾਲੇ ਹੈਗੇ, ਉਹ ਬਹੁਤ ਦੁਖੀ ਹੈਗੇ ਨੇ। ਹਾਂਜੀ ਕਿ ਲੋਕ ਤਾਂ ਬੜੇ ਚੰਗੇ ਨੇ, ਲੋਕਾਂ, ਮੈਂ ਤਾਂ ਕਹੂੰਗਾ ਜਿਹੜੇ ਚਾਈਨੀ ਲੋਕ ਹੈਗੇ ਉਹ ਚੰਗੇ ਨੇ, ਲੇਕਿਨ ਇਹਨਾਂ ਬਿਲਕੁਲ ਦਾ ਸਿਸਟਮ ਹੈਗਾ, ਇਹਨਾਂ ਦਾ ਪੀਐਲਏ, ਉਹਦੇ ਵਿੱਚ ਹੀ ਖਰਾਬੀ ਹੈਗੀ ਹੈ। ਔਰ ਹੁਣ ਹਾਂਜੀ ਟਾਈਮ ਆ ਜਾਊਗਾ, ਦੇਖੋ ਇੰਪਲੋਜਨ ਹੋਊਗਾ ਹਾਂਜੀ ਔਰ ਬਦਲਾਵ ਕਰਨਾ ਬਹੁਤ ਜ਼ਰੂਰੀ ਹੋ ਜਾਊਗਾ। ਨਹੀਂ ਪਤਾ ਚੱਲ ਜੂਗਾ। ਨਾਲੇ ਦੇਖੋ ਤੁਸੀਂ ਅਮਰੀਕਾ ਦੇ ਵਿੱਚ ਰਹਿ ਕੇ, ਅਗਰ ਤੁਸੀਂ ਅਮਰੀਕਨ ਪੁਆਇੰਟ ਆਫ View ਨਾਲ ਦੇਖੋ, ਯੂਰਪੀਅਨ ਕੰਟਰੀ ਜਿਹੜੇ ਹੈਗੇ ਨੇ ਸਾਰੇ ਇੱਕ ਜਗ੍ਹਾ ਤੇ ਇੱਕ ਫਰੰਟ ਤੇ ਇਕੱਠੇ ਹੋ ਰਹੇ ਹੈਗੇ ਨੇ ਵੀ ਇਸ ਚੀਜ਼ ਨੂੰ, ਜਿਹੜਾ ਕੱਲ ਨੂੰ ਜਿਹੜਾ ਚਾਈਨਾ ਹੈਗਾ ਉਹ ਸਿਰਫ ਇੰਡੀਆ ਲਈ ਥ੍ਰੈਟ ਨਹੀਂ ਹੋਏਗਾ, ਉਹ ਤਾਂ ਸਾਰੀ ਦੁਨੀਆ ਲਈ ਥ੍ਰੈਟ ਹੋਏਗਾ। ਜਿਹੜੇ ਹਿਸਾਬ ਨਾਲ ਇਹਦੇ ਨਾਲ ਹੀ ਮੈਂ ਦੂਸਰਾ ਕੁਐਸਚਨ ਐਡ ਕੇ ਤੁਹਾਨੂੰ ਪੁੱਛ ਲੈਣਾ ਹੈਗਾ ਜੀ, ਜੋ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈਗਾ ਵੀ ਪਾਕਿਸਤਾਨ ਚਾਈਨਾ ਇਕਨੋਮਿਕ ਕੋਰੀਡੋਰ ਜਿਹੜਾ $50 ਬਿਲੀਅਨ ਉਹ ਉੱਥੇ ਇਨਵੈਸਟ ਕਰ ਰਹੇ ਹੈਗੇ ਨੇ, ਉਹਦੇ ਵਿੱਚ ਮੇਰਾ ਕੁਐਸਚਨ ਇਹ ਰੇਜ਼ ਹੁੰਦਾ ਹੈਗਾ ਸੀਗਾ ਕਿ ਦੇਖੋ ਇੰਡੀਅਨ ਆਰਮੀ ਦੇ ਵਿੱਚ ਕਦੇ ਬਹੁਤ ਜ਼ਿਆਦਾ ਕੋਈ ਕਰਪਸ਼ਨ ਦੀ ਗੱਲ ਨਹੀਂ ਆਉਂਦੀ ਹੈਗੀ, ਪਰ ਜਦੋਂ ਕਿ ਪਾਕਿਸਤਾਨ ਦੀ ਆਰਮੀ ਦੇ ਵਿੱਚ ਕਰਪਸ਼ਨ ਦੀ ਬਹੁਤ ਜ਼ਿਆਦਾ ਗੱਲ ਹੁੰਦੀ ਹੈ। ਇਸ ਕਰਕੇ ਜਿਹੜੇ ਇਕਨੋਮਿਕ ਕੋਰੀਡੋਰ ਦੇ ਜਿਹੜੇ ਹੁਣ ਚੇਅਰਮੈਨ ਹੈਗੇ ਸੀ ਮਿਸਟਰ ਵਸੀਮ ਬਾਜਵਾ ਹੈਗੇ ਸੀ, ਉਹਨਾਂ ਨੂੰ ਰਿਜ਼ਾਈਨ ਵੀ ਕਰਨਾ ਪਿਆ ਹੈਗਾ ਸੀ ਪਿਛਲੇ ਹਫ਼ਤੇ। ਤੁਸੀਂ ਕੀ ਦੇਖਦੇ ਹੈਗੇ ਹੋ ਵੀ ਚਾਈਨਾ ਦੀ ਜਿਹੜੀ ਐਡੀ ਵੱਡੀ ਇਨਵੈਸਟਮੈਂਟ ਕਿਉਂ ਹੋ ਰਹੀ ਹੈਗੀ ਹੈ? ਕੀ ਕਿਤੇ ਜਿਹੜਾ ਪਾਕਿਸਤਾਨ ਹੈਗੇ ਜਾਂ ਪਾਕਿਸਤਾਨੀ ਜਿਹੜੀ ਡੀਪ ਸਟੇਟ ਹੈਗੀ ਹੈ, ਉਹ ਪਾਕਿਸਤਾਨ ਦੀ ਪਾਪੂਲੇਸ਼ਨ ਨੂੰ ਉਹਦੇ ਟਰੈਪ ਦੇ ਵਿੱਚ ਤਾਂ ਨਹੀਂ ਪਾ ਰਹੀ ਹੈਗੀ ਵੀ ਕੱਲ ਨੂੰ ਕਿਤੇ ਇਹਨਾਂ ਨੇ ਲੁੱਟ ਕੇ ਪੈਸਾ ਕਰਾ ਕੇ ਇਹਨਾਂ ਨੇ ਬਾਅਦ ਦੇ ਵਿੱਚ ਕਿਤੇ ਲੰਡਨ 'ਚ ਸੈਟਲ ਹੋ ਜਾਣਾ, ਕਿਤੇ ਅਮਰੀਕਾ ਸੈਟਲ ਹੋ ਜਾਣਾ ਹੈਗਾ, ਬਾਅਦ ਵਿੱਚ ਜਿਹੜਾ ਖਮਿਆਜ਼ਾ ਹੈਗਾ ਉਹਨਾਂ ਦੀ ਕਮਿਊਨਿਟੀ ਨੂੰ, ਉਹਨਾਂ ਦੇ ਲੋਕਾਂ ਨੂੰ, ਪਾਕਿਸਤਾਨ ਦੀ ਜਿਹੜੀ ਆਵਾਮ ਹੈਗੀ ਹੈ ਉਹਨਾਂ ਨੂੰ ਭਰਨਾ ਪਏਗਾ ਹੈਗਾ। ਦੇਖੋ ਜੀ, ਇਸ ਤਰ੍ਹਾਂ ਹੈਗਾ, ਮੇਰਾ ਜਨਮ ਤਾਂ ਅੰਮ੍ਰਿਤਸਰ ਹੈ ਔਰ ਹੈ ਤਾਂ ਗਵਾਂਢੀ ਪਾਕਿस्तान, लेकिन पाकिस्तान आर्मी, आईएसआई और टेररिस्ट ग्रुप ने अपने देश ਨੂੰ ਲੁੱਟ ਲਿਆ ਹੈਗਾ, ਆਪਣੇ ਦੇਸ਼ ਨੂੰ ਨਸ਼ਟ ਕਰ ਦਿੱਤਾ ਹੈਗਾ, ਆਪਣੇ ਹੀ ਆਵਾਮ ਨੂੰ ਗਰੀਬੀ ਵਿੱਚ ਲਿਆਤਾ ਹੈਗਾ। ਇਹ ਜਿਹੜਾ ਪਾਕਿस्तान ਆਰਮੀ, ਆਈਐਸਆਈ ਔਰ टेररिस्ट ग्रुप ਨੇ ਜਿਹੜਾ ਪਾਪ ਕੀਤਾ ਹੈਗਾ, ਆਪਣੇ ਲੋਕਾਂ ਦਾ ਬਹੁਤ ਵੱਡਾ ਪਾਪ ਕੀਤਾ ਹੈਗਾ। ਦੇਖੋ ਜਿਹੜੀ ਭਾਰਤ ਦੀ ਰੈੱਡ ਲਾਈਨਸ ਹੈਗੀਆਂ ਉਹ ਇਸ ਤਰ੍ਹਾਂ ਹੈਗੀਆਂ ਕਿ ਪੀਓਕੇ ਸਾਡਾ ਹੈਗਾ ਔਰ ਇਹ ਵਾਪਿਸ ਲਿੱਤਾ ਜਾਊਗਾ। ਦੂਜੀ ਲਾਈਨ ਇਹ ਹੈਗੀ ਕਿ ਜਿਹੜਾ ਗਿਲਗਿਟ ਬਾਲਿਸਤਾਨ ਹੈ ਉਹ ਸਾਡਾ ਹਿੱਸਾ ਹੈਗਾ ਐਂਡ ਇਟ ਵਿਲ ਬੀ ਟੇਕਨ ਬੈਕ। ਤੀਜੀ ਜਿਹੜੀ ਰੈੱਡ ਲਾਈਨ ਹੈ ਕਿ ਅਕਸਾਈ ਚੀਨ ਇਜ਼ ਆਰਸ ਐਂਡ ਇਟ ਵਿਲ ਬੀ ਟੇਕਨ ਬੈਕ। ਔਰ ਜਿਹੜੀ ਚੌਥੀ ਰੈੱਡ ਲਾਈਨ ਹੈਗੀ ਉਹ ਇਹ ਹੈ ਕਿ ਭਾਰਤ ਦਾ, ਅਗਰ ਤੁਸੀਂ ਮੈਪ ਦੇਖੋ ਨਵੰਬਰ 2019 ਦਾ ਜਿਹੜਾ ਲੱਦਾਖ ਦਾ ਜਿਹੜਾ ਇਸ਼ੂ ਕੀਤਾ ਹੈ ਸਰਵੇ ਆਫ ਇੰਡੀਆ ਵਿੱਚ, ਉਹਦੇ ਵਿੱਚ ਭਾਰਤ ਦਾ ਅਫਗਾਨਿਸਤਾਨ ਦੇ ਨਾਲ 136 ਕਿਲੋਮੀਟਰ ਦਾ ਬਾਰਡਰ ਹੈਗਾ। ਚਾਈਨਾ ਔਰ ਪਾਕਿਸਤਾਨ ਦਾ ਬਾਰਡਰ ਹੀ ਨਹੀਂ ਹੈਗਾ। ਅਗਰ ਬਾਰਡਰ ਹੀ ਨਹੀਂ ਹੈਗਾ ਤਾਂ ਫਿਰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਕਿੱਥੋਂ ਆ ਗਿਆ? ਦੇਖੋ
ਜਿਹੜਾ ਪੂਰਾ ਪਲੈਨਿੰਗ ਹੈਗੀ ਆ ਇਹ ਨਾਪਾਕ ਪਲੈਨਿੰਗ ਹੈਗੀ ਆ ਜੀ ਇਹ ਬਿਲਕੁਲ I will say it is a deceit and treachery by both China, PLA and Pakistan Army. Pakistan Army ਨੇ ਤੇ ਲੁੱਟ ਕੇ ਖਾ ਲਿਆ ਪੂਰੇ ਦੇਸ਼ ਨੂੰ। ਔਰ ਦੇਖੋ ਉਹਨਾਂ ਦੇ ਜਿਹੜੇ ਹੁਣ ਉਹਨਾਂ ਨੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਦਾ ਜਿਹੜਾ ਹੈਡ ਹੈਗਾ ਉਹ ਲੈਫਟੀਨੈਂਟ ਜਨਰਲ ਔਰ ਉਹਨੇ ਜਦੋਂ ਉਹ ਮੁਸ਼ਰਫ ਦਾ ਸਟਾਫ ਆਫਿਸਰ ਸੀਗਾ ਸਟਾਫ ਆਫਿਸਰ ਮਤਲਬ ਲੈਫਟੀਨੈਂਟ ਕਰਨਲ ਲੈਵਲ ਤੋਂ ਤਬ ਤਾਂ ਤੋਂ ਹੀ ਕਰਪਸ਼ਨ ਕਰਨ ਡਿਆ ਹੈਗਾ ਔਰ ਪਤਾ ਨਹੀਂ ਕਿੰਨੇ ਕਰੋੜਾਂ ਵਿੱਚ ਪਤਾ ਨਹੀਂ ਕਿੰਨੇ ਉਹਦੇ ਕੰਪਨੀਆਂ ਹੈਗੀਆਂ ਸਮਝ ਨਹੀਂ ਆਉਂਦਾ ਉਹ ਫੌਜੀ ਨੌਕਰੀ ਕਰਨ ਡਿਆ ਕਿ ਕੋਈ ਬਿਜ਼ਨਸ ਕਰਨ ਡਿਆ ਹੈਗਾ। ਇਹ ਪਾਕਿਸਤਾਨ ਵਿੱਚ ਜਿੰਨੇ ਹੈਗੇ ਨੇ ਮਤਲਬ ਉਹਨਾਂ ਦੇ ਲੀਡਰਸ਼ਿਪ ਪਾਕਿਸਤਾਨ ਆਰਮੀ ਦੀ ਸਾਰੇ ਹੀ ਪੈਸੇ ਬਣਾਉਣ ਵਿੱਚ ਲੱਗੇ ਹੈਗੇ ਸਾਰੇ ਦੇਸ਼ ਨੂੰ ਲੁੱਟਣ ਦੇ ਹੈਗੇ। ਇਹਨਾਂ ਨੇ ਤੁਹਾਨੂੰ ਸੁਣ ਕੇ ਥੋੜੀ ਹੈਰਾਨਗੀ ਹੋਊਗੀ ਕਿ ਪਾਕਿਸਤਾਨ ਵਿੱਚ ਇੱਕ ਫੌਜੀ ਫਾਊਂਡੇਸ਼ਨ ਹੈਗੀ ਆ ਉਹ ਆਪਣੀ ਬਿਜ਼ਨਸ ਵਿੱਚ ਚੱਲੇ ਹੈਗੇ ਆ ਉਹ ਆਪਣੀ ਇੰਡਸਟਰੀ ਹੈਗੀ ਆ ਆਪਣੀ ਬੈਂਕ ਬਣਾਇਆ ਹੈਗਾ ਵੀ ਤੁਸੀਂ ਆਪਣੇ ਨੇਸ਼ਨ ਦਾ ਹਿੱਸਾ ਹੈਗੇ ਹੋ ਜਾਂ ਤੁਸੀਂ ਆਪਣੀ ਫੌਜ ਹੈਗੀ ਹੋ ਫੌਜ ਦਾ ਆਪਣਾ ਕੰਮ ਹੈਗਾ ਗਵਰਨੈਂਸ ਅਲੱਗ ਹੈਗੀ ਆ ਔਰ ਪਤਾ ਕੀ ਗੱਲ ਹੈਗੀ ਆ ਕਿ ਹੁਣ ਜਿਹੜਾ ਗਵਰਨੈਂਸ ਹੈਗਾ ਪਾਕਿਸਤਾਨ ਵਿੱਚ ਉਹ ਪ੍ਰੋਕਸੀ ਹੈਗਾ ਹੈ ਕੰਟਰੋਲ ਪੂਰਾ ਪਾਕਿਸਤਾਨ ਆਰਮੀ ਦਾ ਇਹ ਪ੍ਰੋਕਸੀ ਬਾਕੀ ਲੋਕਾਂ ਨੂੰ ਦੱਸਣ ਦੇ ਕਿ ਵੀ ਇਹ ਡੈਮੋਕ੍ਰੇਸੀ ਹੈਗੀ ਆ ਜਾਂ ਗਵਰਨਮੈਂਟ ਹੈਗੀ ਆ। ਦੇਖੋ ਇਹ ਬੜਾ ਦੁੱਖ ਹੁੰਦਾ ਹੈਗਾ ਕਿ ਜਿਹੜੀ ਪਾਕਿਸਤਾਨ ਦੀ ਆਵਾਮ ਹੈਗੀ ਹੈ ਉਹਨਾਂ ਦੇ ਉੱਤੇ ਕਿੰਨਾ ਵੱਡਾ ਧੋਖਾ ਹੈਗਾ ਉਹਨਾਂ ਦੇ ਪਾਕਿਸਤਾਨ ਦੀ ਇਕਨੋਮੀ ਨੂੰ ਜ਼ੀਰੋ ਤੋਂ ਵੀ ਥੱਲੇ ਲਿਆਤਾ ਹੈਗਾ ਪਾਕਿਸਤਾਨ ਦੀ ਡਿਪਲੋਮੈਸੀ ਨੂੰ ਇੱਕਦਮ ਆਈਸੋਲੇਟ ਕਰਤਾ ਹੈਗਾ ਪਾਕਿਸਤਾਨ ਨੂੰ ਜਿਹੜਾ ਇਸਲਾਮਿਕ ਵਰਲਡ ਹੈਗਾ ਉਹਦੇ ਬਿਲਕੁਲ ਅਲੱਗ ਕਰਤਾ ਹੈਗਾ ਪਾਕਿਸਤਾਨ ਨੂੰ ਇੱਕ ਚਾਈਨਾ ਦਾ ਗੁਲਾਮ ਬਣਾਤਾ ਹੈਗਾ ਵੈਸਲ ਬਣਾਤਾ ਹੈਗਾ। ਹੁਣ ਦੇਖੋ ਜਿਹੜੇ ਪਾਕਿਸਤਾਨ ਦੀ ਆਵਾਮ ਤੁਹਾਡੇ ਨਾਲ ਅਮਰੀਕਾ ਵਿੱਚ ਹੈਗੀ ਹੈ ਉਹਨਾਂ ਨੂੰ ਤੁਸੀਂ ਮਿਲਦੇ ਹੈ ਜੀ ਤੁਸੀਂ ਬਾਹਰ ਹੁੰਦੇ ਹੋ ਜਦੋਂ ਉਹਨਾਂ ਨੂੰ ਮਿਲਦੇ ਹੈਗੇ ਉਹਨਾਂ ਨੂੰ ਦੁਆ ਸਲਾਮ ਕਰਦੇ ਹੈਗੇ ਹੋ ਆਪਣੇ ਕੰਮ ਵਿੱਚ ਮਸਤ ਹੈਗੇ ਨੇ ਆਪਣੇ ਟੈਲੈਂਟ ਆਪਣੇ ਪ੍ਰੋਫੈਸ਼ਨਲ ਮਸਤ ਹੈਗੇ ਨੇ ਉਹਨਾਂ ਦੇ ਦਿਲ ਵਿੱਚ ਵੀ ਇੱਕ ਤੁਸੀਂ ਫੀਲ ਕਰਦੇ ਹੋਗੇ ਕਿ ਦੇ ਫੀਲ I'm sorry there was interruption again ਪਰ ਉਹ ਵੀ ਆਪਣੇ ਦਿਲ ਵਿੱਚ ਮਹਿਸੂਸ ਕਰਦੇ ਹੋਣਗੇ। ਹੁਣ ਜਿਹੜਾ ਪਾਕਿਸਤਾਨ ਦਾ ਡਾਇਸਪੋਰਾ ਹੈਗਾ ਉਹ ਵਿਚਾਰਾ ਆਪਣੀ ਹੁਣ ਆਪਣੇ ਆਪ ਨੂੰ ਛੁਪਾਉਂਦਾ ਹੈਗਾ ਆਪਣੇ ਆਪ ਨੂੰ ਝੂਠ ਕਈ ਜਗ੍ਹਾ ਕਹਿੰਦੇ ਹੈਗੇ ਨੇ ਵੀ ਅਸੀਂ ਇੰਡੀਅਨ ਹੈਗੇ ਅਸੀਂ ਪਾਕਿਸਤਾਨੀ ਨਹੀਂ ਹੈਗੇ। I feel sad for them. I'm being honest about it. ਹਾਂਜੀ ਪਰ ਇਹਦੇ ਨਾਲ ਹੀ ਵੀ ਕਿਉਂਕਿ ਆਪਣਾ ਜਿਹੜਾ ਸਮਾਂ ਹੈਗਾ ਬਹੁਤ ਭੱਜਿਆ ਜਾ ਰਿਹਾ ਹੈਗਾ ਜੀ ਇਹਦੇ ਨਾਲ ਇੱਕ ਮੈਂ ਕੁਐਸਚਨ ਪੁੱਛਣਾ ਚਾਹੁੰਦਾ ਵੀ ਦੇਖੋ ਜੋ ਬੰਗਲਾਦੇਸ਼ ਦੇ ਵਿੱਚ ਇਹਨਾਂ ਦੀ ਪਾਕਿਸਤਾਨ ਦੀ ਹਾਰ ਹੋਈ ਹੈਗੀ ਕੁਝ ਹਿਸਟੋਰੀਕਲ ਫੈਕਟ ਵੀ ਹੈਗੇ ਨੇ ਮੈਂ ਤੁਹਾਡੇ ਤੋਂ ਐਜ਼ ਏ ਆਰਮੀ ਆਫਿਸਰ ਕਲੈਰੀਫਾਈ ਕਰਨਾ ਚਾਹੁੰਦਾ ਹੈਗਾ ਸੀਗਾ ਜੇ ਤੁਹਾਡੇ ਕੋਲ ਇਹੋ ਇਨਫੋਰਮੇਸ਼ਨ ਹੋਵੇ ਇਹ ਜਿਹੜਾ ਖਾਲਿਸਤਾਨ ਦਾ ਮੁੱਦਾ ਹੈਗਾ ਵੀ ਇਹ ਸਿਰਫ ਇਹ ਜੋ ਇਹਨਾਂ ਦੀ ਹਾਰ ਹੋਈ ਹੈਗੀ ਹੈ ਉਹਦਾ ਬਦਲਾ ਲੈਣ ਵਾਸਤੇ ਜੋ ਇਹਨਾਂ ਨੇ ਪੰਜਾਬ ਦੇ ਵਿੱਚ ਖਾਲਿਸਤਾਨ ਰੈਡੀਕਲਾਈਜੇਸ਼ਨ ਸ਼ੁਰੂ ਕਰੀ ਹੈਗੀ ਸੀ ਅੱਤਵਾਦ ਇੱਥੇ ਪੈਨੀਟ੍ਰੇਟ ਕਰਵਾਇਆ ਹੈਗਾ ਇਹ ਉਹਦਾ ਹਿੱਸਾ ਹੈਗਾ ਇਹ ਇੱਕ ਡੀਪ ਸਟੇਟ ਦਾ ਇੱਕ ਹਿੱਸਾ ਹੈਗਾ ਸੀ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਜਦੋਂ ਸ਼ੁਰੂ ਹੋਈ ਹੈਗਾ ਜੀ ਪੰਜਾਬ ਦੇ ਵਿੱਚ। ਦੇਖੋ ਜੀ ਪਾਕਿਸਤਾਨ ਦੀ ਨੀਅਤ ਸੋਚ ਪਲੈਨਿੰਗ ਸਟ੍ਰੈਟਜੀ ਪਾਕਿਸਤਾਨ ਆਰਮੀ ਦੀ ਇੰਟੈਂਸ਼ਨ ISA ਦੀ ਇੰਟੈਂਸ਼ਨ ਔਰ ਟੈਰਰਿਸਟ ਜਿਹੜੇ ਗਰੁੱਪ ਹੈਗੇ ਨੇ ਇਹਨਾਂ ਦਾ ਪੂਰਾ ਜਿਹੜਾ ਲਬੋ ਲਬਾਬ ਹੈਗਾ ਨਾ ਉਹ ਪੂਰਾ ਹੀ ਨਾਪਾਕ ਹੈਗਾ ਇਹਨਾਂ ਦੀ ਸੋਚ ਹੀ ਗਲਤ ਹੈਗੀ ਹੈ ਇਹ ਸੋਚ ਦਾ ਮੋੜ ਹੀ ਗਲਤ ਹੈਗਾ ਇਹਨਾਂ ਦਾ ਜਿਹੜੀ ਹੇਟ ਇੰਡੀਆ ਐਂਟੀ ਇੰਡੀਆ ਜਿਹੜੀ ਸੋਚ ਹੈਗੀ ਦੇਖੋ ਪਾਕਿਸਤਾਨ ਨੂੰ ਨਾ ਆਪਣਾ ਇੱਕ ਸਟ੍ਰੈਟੇਜਿਕ ਰਿਵਰਸਲ ਕਰਨਾ ਪਊਗਾ। ਇਹਨਾਂ ਨੇ ਇਹ ਰੁਖ ਫੜਿਆ ਹੈਗਾ ਇੱਕਦਮ 1947 ਤੋਂ ਹੀ ਔਰ 1989 ਤੋਂ ਇਹਨਾਂ ਨੇ ਨਾਲ ਇਹਦੇ ਜੋੜਿਆ ਹੈਗਾ ਪ੍ਰੋਕਸੀ ਵਾਰ ਟੈਰਰਿਜ਼ਮ ਔਰ ਇਹ ਜਿਹਾਦ ਫੰਡਾਮੈਂਟਲਿਜ਼ਮ ਐਕਸਟ੍ਰੀਜ਼ਮ ਜੋੜਿਆ ਹੈਗਾ ਇਹਨਾਂ ਦਾ ਜਿਹੜਾ ਰਸਤਾ ਰਿਹਾ ਹੈਗਾ ਇਹਨਾਂ ਦਾ ਮਿਸ਼ਨ ਰਿਹਾ ਹੈਗਾ ਬਿਲਕੁਲ ਹੀ ਗਲਤ ਰਿਹਾ ਹੈਗਾ। ਇਹਨਾਂ ਦੀ ਨਜ਼ਰ ਸਦਾ ਹੀ ਕਸ਼ਮੀਰ ਦੇ ਉੱਤੇ ਔਰ ਪੰਜਾਬ ਦੇ ਉੱਤੇ ਰਹੀ ਹੈਗੀ ਆ ਲੇਕਿਨ ਜਿਹੜਾ ਦੇਖੋ ਇੱਕ ਵਾਹਿਗੁਰੂ ਦੀ ਬਲੇਸਿੰਗ ਹੈਗੀ ਆ ਜਿਹੜੇ ਪੰਜਾਬ ਵਿੱਚ ਜਿਹੜੇ ਸਰਦਾਰਾਂ ਨੂੰ ਜਿਹੜੀ ਸੋਚ ਦਿੱਤੀ ਹੈਗੀ ਹੈ ਜਿਹੜੇ ਸਿੱਖਾਂ ਨੂੰ ਸੋਚ ਦਿੱਤੀ ਹੈਗੀ ਹੈ ਉਹ ਜਿਹੜਾ ਸਿੱਖਾਂ ਦੀ ਸੋਚ ਹੈਗੀ ਉਹਦਾ ਸਰੋਤ ਉਹਦਾ ਸੋਰਸ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ ਜੀ ਉਹ ਸਦਾ ਹੀ ਆਪਣੇ ਬਾਰੇ ਆਪਣੇ ਪਰਿਵਾਰ ਦੇ ਬਾਰੇ ਆਪਣੇ ਸਮਾਜ ਦੇ ਬਾਰੇ ਆਪਣੇ ਰਾਸ਼ਟਰ ਦੇ ਬਾਰੇ ਆਪਣੀ ਪੂਰੀ
ਹਿਊਮੈਨਿਟੀ ਦੇ ਬਾਰੇ, ਪੂਰੇ ਬ੍ਰਹਮਾਂਡ ਦੇ ਬਾਰੇ ਸੋਚਦੇ ਨੇ। ਉਹਨਾਂ ਨੇ ਕਦੀ ਇਹੋ ਜਿਹਾ ਨੀਚਾ ਸੋਚਿਆ ਹੀ ਨਹੀਂ ਕਿ ਐਵੇਂ ਇਹੋ ਜਿਹੀ ਗੱਲ ਕਰੋ। ਤਾਂ ਦੇਖੋ ਪਾਕਿਸਤਾਨ ਨੇ ਕੋਸ਼ਿਸ਼ ਪੂਰੀ ਕੀਤੀ ਹੈਗੀ ਹੈ। ਪਾਕਿਸਤਾਨ ਦੀ ਜਿਹੜੀ ਸੋਚ ਸੀਗੀ ਇੰਨੀ ਘਟੀਆ ਸੀਗੀ। ਉਹਨਾਂ ਨੇ ਜਿਹੜਾ ਰੂਪ ਹੈਗਾ ਨਾ, ਗੁਰੂਆਂ ਦਾ ਰੂਪ ਸਾਡੇ ਵਿੱਚ ਹੈਗਾ, ਉਹਨਾਂ ਨੂੰ ਦੇਖਣ ਦੀ ਤਾਕਤ ਨਹੀਂ ਹੈਗੀ ਉਹਨਾਂ ਵਿੱਚ, ਨਾ ਹੀ ਸੋਚ ਹੈਗੀ ਆ। ਇਸ ਕਰਕੇ ਉਹਨਾਂ ਨੇ ਗਲਤ ਸੋਚਿਆ। ਔਰ ਤੁਸੀਂ ਵੱਡੀ ਗੱਲ ਇਹ ਹੈਗੀ ਕਿ ਸਿੱਖ ਸਮਾਜ ਨੇ ਕਿਸ ਤਰ੍ਹਾਂ ਉਹਨਾਂ ਨੇ ਪੂਰਾ ਉਹਨਾਂ ਦੀ ਸੋਚ ਦਾ ਇੱਕਦਮ ਬਿਲਕੁਲ ਤੋੜ ਦਿੱਤੀ। ਔਰ ਦੇਖੋ ਇੱਕ ਗੱਲ ਪੱਕੀ ਹੈਗੀ ਹੈ ਕਿ ਪਾਕਿਸਤਾਨ ਕਿੰਨੀ ਵੀ ਕੋਸ਼ਿਸ਼ ਕਰ ਲੇ, ਇਹ ਜਿਹੜੀ ਸਿੱਖ ਸੋਚ ਹੈਗੀ ਹੈ ਨਾ, ਇਹ 500 ਸਾਲ ਤੋਂ ਜ਼ਿਆਦਾ ਪੁਰਾਣੀ ਹੈਗੀ ਹੈ। ਔਰ ਇਹ ਸੋਚ ਵਿੱਚ ਜਿੰਨੀ ਪਵਿੱਤਰਤਾ ਹੈਗੀ ਆ, ਜਿੰਨੀ ਜਿੱਦਾਂ ਖਾਲਸਾਪਨ ਹੈਗਾ ਇਸ ਸੋਚ ਵਿੱਚ, ਇਹਨੂੰ ਕੋਈ 1947 ਵਿੱਚ ਮਤਲਬ ਜਿਹੜਾ ਨया ਜਨਮ ਹੋਇਆ, ਜਿਹਨਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਜਨਮ ਦਿੱਤਾ ਹੈਗਾ, ਉਹਦਾ ਕੋਈ ਮੁਕਾਬਲਾ ਹੈਗਾ? ਨਹੀਂ ਹੈਗਾ। ਇਹ 1947 ਵਿੱਚ ਇਹਨਾਂ ਦਾ ਜਨਮ ਹੋਇਆ ਹੈਗਾ। ਔਰ ਦੇਖੋ ਇੱਕ ਡਿਫਰੈਂਸ ਹੁੰਦਾ ਹੈ ਇੱਕ ਸਿਵਲਾਈਜੇਸ਼ਨ ਵਿੱਚ, ਇੱਕ ਜਿਹੜਾ ਗਰੁੱਪ ਬਣਾਇਆ ਹੈਗਾ। ਪਾਕਿਸਤਾਨ ਇੱਕ ਗਰੁੱਪ ਹੈ ਜਿਹੜਾ ਬਣਿਆ ਹੈ 1947 ਵਿੱਚ, ਔਰ ਭਾਰਤ ਜਿਹੜਾ ਹੈਗਾ ਉਹ ਸਿਵਲਾਈਜੇਸ਼ਨ ਹੈਗਾ। ਗੁਰੂ ਨਾਨਕ ਦੇਵ ਜੀ 21 ਸਾਲ 30,000 ਜਾਂ 40,000 ਕਿਲੋਮੀਟਰ ਚੱਲੇ ਸੀਗੇ। ਔਰ ਉਹਨਾਂ ਦੀ ਜਿਹੜਾ 4 ਉਦਾਸੀਆਂ ਦਾ ਤੁਸੀਂ ਰੂਟ ਦੇਖੋ। ਔਰ ਪਾਕਿਸਤਾਨ ਸਿਖਾ ਕੇ ਇਹਨਾਂ ਨੂੰ ਥੱਕ ਗਏ। ਔਰ ਇਹ ਹੁਣ ਆਪਣੇ ਆਪ ਹੀ ਆਪਣਾ ਹੀ ਇੰਪਲੋਜਨ ਕਰਕੇ, ਆਪਣੇ ਹੀ ਆਵਾਮ ਦਾ ਨਸ਼ਟ ਕਰਕੇ ਇਹਨਾਂ ਦੀ ਗਲਤ ਹੈ। ਔਰ ਮੈਂ ਇਹ ਗੱਲ ਪੱਕੀ ਹੈਗੀ ਆ, ਜਿਹੜਾ ਸਿੱਖ ਗੁਰੂ ਹੈਗਾ, ਜਿਹੜਾ ਪੰਜਾਬ ਦੀ ਸੰਤਾਨ ਹੈਗੀ ਆ, ਔਰ ਜਿਹਦੇ ਵਿੱਚ DNA ਹੈਗਾ ਗੁਰੂਆਂ ਦਾ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ, ਉਹ ਕੰਪੈਸ਼ਨ, यूनिवर्सलिज्म और अपने राष्ट्र वास्ते, राष्ट्र की सुरक्षा वास्ते, राष्ट्र के विकास वास्ते। देखो अज पंजाब बड़े चैलेंजेस हैगे ने, साडा यूथ दा चैलेंज, ड्रग दा चैलेंज, इंडस्ट्री दा चैलेंज, एग्रीकल्चर दा चैलेंज, इंटरनल पॉलिटिक्स दा चैलेंज। यू नो देयर आर मेनी चैलेंजेस। ये साडी सारे सिखां दी जिम्मेवारी हैगी है ऑल ओवर कि वी must do something for Sikhs and for Punjab, one. Secondly, पूरा जड़ा विश्व है, पूरा world looking at us. They are looking at us that how did you fight against fundamentalism and extremism? How did you bring such a beautiful thought? How did Maharana Ranjit Singh created his kingdom at that time? His kingdom included Afghanistan, Pakistan, कश्मीर, तिब्बत, portions of Tibet. तो विशालता कित्थों आई? The entire, for me, Baba Banda Singh Bahadur who was the first Sikh journal, is example of what a journal should be. When I look at the capital of Khalsa in Lod, and the way the military strategy was done out there, these are the things that we should be focusing on. very good ਜੀ। ਨਹੀਂ ਤੁਸੀਂ, ਮੈਂ ਲਾਸਟ ਕੁਐਸਚਨ ਜਿਹੜਾ ਹੈਗਾ ਮੇਰਾ ਉਹ ਹੈਗਾ ਵੀ ਦੇਖੋ ਬਾਹਰ ਕੁਝ ਜਿਹੜੀਆਂ ਤਾਕਤਾਂ ਹੈਗੀਆਂ ਨੇ, ਮੈਂ ਉਹਨਾਂ ਦਾ ਨਾਂ ਵੀ ਲੈਣਾ ਕੋਈ ਮੁਨਾਸਬ ਨਹੀਂ ਸਮਝੂਗਾ ਹੈਗਾ। ਛੋਟੇ ਫ੍ਰਿੰਜ ਐਲੀਮੈਂਟ ਹੈਗੇ ਨੇ, ਛੋਟੇ ਕੁਝ ਤਾਕਤਾਂ ਹੈਗੇ ਨੇ ਜਿਹੜੀਆਂ ਕਿ ਖਾਲਿਸਤਾਨ ਦੀਆਂ ਗੱਲਾਂ ਕਰਦੀਆਂ ਹੈਗੀਆਂ ਨੇ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੀਆਂ ਹੈਗੀਆਂ ਨੇ। ਉਹ ਕਿ ਇਸ ਘਟੀਆ ਹਰਕਤਾਂ ਦੇ ਉੱਤੇ ਵੀ ਉਤਰ ਆਏ ਹੈਗੇ ਸੀ। ਲੇਟਲੀ ਜਦੋਂ ਚਾਈਨਾ ਦੇ ਨਾਲ ਕਨਫਲਿਕਟ ਚੱਲ ਰਿਹਾ ਹੈਗਾ ਸੀਗਾ, ਤੇ ਉਹਦੇ ਵਿੱਚੋਂ ਕੁਝ ਭਾਰਤ ਦੇ ਜਿਹੜੇ ਫੌਜੀ ਸ਼ਹੀਦ ਹੋਏ ਹੈਗੇ ਸੀ 20 ਦੇ ਵਿੱਚੋਂ 4 ਜਿਹੜੇ ਹੈਗੇ ਸੀ ਉਹ ਪੰਜਾਬੀ ਹੈਗੇ ਸੀ, ਪੰਜਾਬ ਵਿੱਚ ਹੈਗੇ ਸੀ। ਨਾਟ ਓਨਲੀ ਪੰਜਾਬੀ, ਉਹ ਸਰਦਾਰ ਹੈਗੇ ਸੀਗੇ। ਉਸ ਟਾਈਮ ਤੇ ਉਹਨਾਂ ਦੁਆਰਾ ਦਿੱਤੇ ਗਏ ਬਿਆਨ ਕਿ ਤੁਸੀਂ ਜਿਹੜੇ ਸਿੱਖ ਫੌਜੀ ਹੈਗੇ ਨੇ, ਅਫਸਰ ਹੈਗੇ ਨੇ, ਉਹ ਭਾਰਤ ਦੀ ਫੌਜ ਨੂੰ ਛੱਡ ਦੇਣ, ਅਸੀਂ ਉਹਨਾਂ ਨੂੰ 5,000 ਰੁਪਈਆ ਵੱਧ ਦੇਵਾਂਗੇ ਹੈਗੇ। ਇਹ ਹਾਸੋਹੀਣੀ ਔਰ ਘਟੀਆ ਜਿਹੜੇ ਬਿਆਨਬਾਜ਼ੀ ਹੈਗੀ ਹੈ, ਤੁਸੀਂ ਇਸ ਮੁਲਕ ਦੇ ਵਿੱਚ ਬੈਠ ਕੇ, ਭਾਰਤ ਦੇ ਵਿੱਚ ਬੈਠ ਕੇ ਕਿਵੇਂ ਦੇਖਦੇ ਹੈਗੇ ਹੋ? ਕੀ ਇਹਨਾਂ ਲੋਕਾਂ ਦੀ ਔਕਾਤ ਹੈਗੀ ਹੈ ਵੀ ਐਡੀ ਵੱਡੀ ਆਰਮੀ ਨੂੰ, ਜਿਨ੍ਹਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਹੋਣ, ਉਹਨਾਂ ਬਾਰੇ ਇਹ ਬਿਆਨਬਾਜ਼ੀ ਵੀ ਕਰਦੇ ਹੈਗੇ ਨੇ? ਉਹ ਥੋੜੀ ਮੋਟੀ ਤੁਹਾਨੂੰ ਐਕਸੈਪਟੇਬਲ ਲੱਗਦੀ ਹੈਗੀ ਹੈ? ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ? ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੈਗੇ ਜਿਹੜੇ ਕਹਿੰਦੇ ਅਸੀਂ 5,000 ਵੱਧ ਦੇਵਾਂਗੇ, ਤੁਸੀਂ ਭਾਰਤੀ ਫੌਜ ਛੱਡ ਦਿਓ ਹੈਗੇ? ਦੇਖੋ ਸੁਖੀ ਜੀ, ਤੁਹਾਡਾ ਜੇ ਸਵਾਲ ਹੈਗਾ ਨਾ, ਹਾਂਜੀ, ਮੈਨੂੰ ਥੋੜਾ ਹਾਸਾ ਵੀ ਆਉਂਦਾ ਹੈਗਾ, ਥੋੜਾ I feel bad also.
and I'm emotional also. ਜੀ देखो, जो सिख हैं, ਜੀ ਜਿਹੜੇ ਇੰਡੀਅਨ ਆਰਮੀ ਵਿੱਚ ਸਿੱਖ ਮੈਨ ਮਤਲਬ ਸੋਲਜਰ ਔਰ ਆਫਸਰਸ ਹੈਗੇ ਨੇ, ਜੀ ਉਹਨਾਂ ਦਾ ਜਿਹੜਾ ਆਈ ਵਾਂਟ ਟੂ ਟੈਲ ਯੂ ਵਾਟ ਆਰ ਦੇ, ਉਹਨਾਂ ਦੀ ਜੀ। ਜਿਹੜੀ ਪੈਸ਼ਨ ਹੈਗੀ ਹੈ, ਜੀ ਉਹਨਾਂ ਦਾ ਜਿਹੜਾ ਜਨੂਨ ਹੈਗਾ ਹੈ, ਜੀ ਉਹਨਾਂ ਦੀ ਜਿਹੜੀ ਆਸਥਾ ਹੈਗੀ ਹੈ, ਜੀ ਉਹਨਾਂ ਦੇ ਜਿਹੜੇ ਆਈਕਨ ਔਰ ਆਈਡੀਅਲ ਹੈਗੇ ਨੇ, ਜੀ ਉਹ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਨੇ। ਜੀ ਇਹੋ ਜਿਹੇ ਇਨਸਾਨਾਂ ਨੂੰ ਵਾਹਿਗੁਰੂ ਦੀ ਬਲੇਸਿੰਗ ਹੈਗੀ ਆ, ਪੈਸੇ ਨਹੀਂ ਹੈਗੀ ਹੈ। ਜੀ ਔਰ ਵੱਡੀ ਗੱਲ ਇਹ ਹੈਗੀ ਉਹਨਾਂ ਦਾ ਜਿਹੜਾ ਸੋਚ ਵਿਚਾਰ ਹੈਗਾ ਨਾ, ਹਾਂਜੀ ਉਹ ਪੂਰੇ ਬ੍ਰਹਮਾਂਡ ਤੋਂ ਸ਼ੁਰੂ ਹੁੰਦਾ ਹੈਗਾ, ਜੀ ਪੂਰਾ ਦੁਨੀਆ ਵਿੱਚ ਆਉਂਦਾ ਹੈਗਾ, ਜੀ। ਆਪਣੇ ਰਾਸ਼ਟਰ ਦੇ ਬਾਰੇ ਸੋਚਦੇ ਹੈਗੇ ਨੇ, ਆਪਣੇ ਜੀ। ਸਮਾਜ ਦੇ ਬਾਰੇ ਸੋਚਦੇ ਹੈਗੇ, ਔਰ ਹਰ ਭਾਰਤੀ ਦੇ ਬਾਰੇ ਸੋਚਦੇ ਨੇ। ਉਹਨਾਂ ਦੀ ਜਿਹੜੀ ਸੋਚ ਹੈ ਨਾ, ਉਹਦੇ ਹਾਂਜੀ। ਵਿੱਚ ਇੰਡੀਅਨ ਕਨਸਟੀਟਿਊਸ਼ਨ ਦੀ ਰਿਸਪੈਕਟ ਹੈਗੀ ਹੈ, ਰੈਵਰੈਂਸ ਹੈਗੀ ਆ, ਉਹਨਾਂ ਜੀ। ਨੂੰ ਡੈਮੋਕ੍ਰੇਸੀ ਵਿੱਚ ਫੇਥ ਹੈਗਾ ਹੈ, ਉਹ ਆਪੋਲੀਟੀਕਲ ਹੈਗੇ ਨੇ, ਉਹ ਸੈਕੂਲਰ ਨੇ, ਔਰ ਉਹਨਾਂ ਦਾ ਜਿਹੜਾ ਪ੍ਰੋਫੈਸ਼ਨਲਿਜ਼ਮ ਹੈਗਾ ਹੈ, ਉਹ ਬਹੁਤ ਹੀ ਉੱਚੇ ਸਤਰ ਦਾ ਹੈਗਾ। ਮੈਂ ਤੁਹਾਨੂੰ ਜੀ। ਇਹ ਦੱਸਣਾ ਚਾਹੁੰਦਾ ਹੈ ਕਿ ਅੰਦਰ ਜਿਹੜੀ ਪੈਸ਼ਨ ਹੈ ਨਾ, ਜੀ ਅੰਦਰ ਜਿਹੜੀ ਲਗਨ ਹੈ ਨਾ, ਜੀ ਅੰਦਰ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਵਾਸ ਹੈਗਾ ਨਾ, ਜੀ ਔਰ ਜਿਹੜੇ ਤੁਸੀਂ ਅਗਰ ਤੁਸੀਂ ਧਿਆਨ ਨਾਲ ਦੇਖੋ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਆਸ਼ੀਰਵਾਦ ਹੈਗਾ ਹੈ, ਜੀ ਜਿਹੜਾ ਉਹਨਾਂ ਦਾ ਡੀਐਨਏ ਔਰ ਬਲੱਡ ਹੈਗਾ ਹੈ, ਜੀ ਘਟੀਆ ਸੋਚ ਨਹੀਂ ਕਰ ਸਕਦਾ ਹੈਗਾ। ਜੀ ਮੈਂ ਤਾਂ ਇਹੀ ਕਹੂੰਗਾ, ਮੇਰੀ ਤਾਂ ਇਹੀ ਪ੍ਰੇਅਰ ਹੈਗੀ ਹੈ ਵਾਹਿਗੁਰੂ ਕੋਲ ਕਿ ਇਹ ਜਿਹੜੇ ਭਟਕੇ ਹੈਗੇ ਨੇ, ਜਿਹੜੇ ਛੋਟੀ ਸੋਚ ਰੱਖਦੇ ਹੈਗੇ, ਵਾਹਿਗੁਰੂ ਇਹਨਾਂ ਨੂੰ ਠੀਕ ਰਸਤੇ ਲਾਓ, ਵਾਹਿਗੁਰੂ ਇਹਨਾਂ ਨੂੰ ਉਹ ਇੱਕ ਮੌਕਾ ਦਿਓ, ਇੱਕ ਅਪਰਚੁਨਿਟੀ ਦਿਓ ਕਿ ਉਹ ਤੁਹਾਡੀ ਬਾਣੀ ਪੜ੍ਹਨ, ਉਹ ਤੁਹਾਡੇ ਸ਼ਬਦ ਪੜ੍ਹਨ, ਔਰ ਆਪਣੇ ਆਪ ਦਾ ਜਿਹੜਾ ਸਤਰ ਹੈਗਾ ਉਹਨਾਂ ਨੂੰ ਉੱਚਾ ਰੱਖਣ। ਮੈਨੂੰ ਤੇ ਸੋਚ ਕੇ ਵੀ ਨਾ ਸੁਖੀ ਜੀ, ਜਿਹੜਾ ਤੁਹਾਡਾ ਲਾਸਟ ਸਵਾਲ ਸੀਗਾ, ਆਈ ਫੀਲ ਬੈਡ ਕਿ ਸਾਡੇ ਹੀ ਪਰਿਵਾਰ ਦੇ ਲੋਕ ਇਸ ਤਰ੍ਹਾਂ ਬੋਲ ਸਕਦੇ ਨੇ। ਆਈ ਫੀਲ ਵੈਰੀ ਲੋ ਕਿ ਮੇਰੇ ਪਰਿਵਾਰ ਵਿੱਚ ਕੀ ਗਲਤੀ ਹੋ ਗਈ ਹੈ ਕਿ ਇਹਨਾਂ ਦੀ ਸੋਚ ਇੰਨੀ ਘਟੀਆ ਹੈਗੀ ਹੈ। ਇਹਨਾਂ ਦੀ ਕੀ ਸੋਚ ਹੈਗੀ ਕਿ ਜਿਹੜੇ ਸਾਡੇ ਦੁਸ਼ਮਣ ਹੈਗੇ ਨੇ ਭਾਰਤ ਦੇ, ਉਹਨਾਂ ਨਾਲ ਆਪਣੀ ਸੋਚ ਮਿਲਾ ਰਹੇ ਨੇ। ਮੈਨੂੰ ਐਵੇਂ ਲੱਗਦਾ ਹੈ, ਇਨ ਮਾਈ ਐਨਾਲਿਸਿਸ ਐਂਡ ਵਿਸ਼ਲੇਸ਼ਣ, ਐਵੇਂ ਲੱਗਦਾ ਹੈ ਕਿ ਆਰ ਦੇ ਪਾਰਟ ਆਫ ਚਾਈਨੀਜ਼ ਪ੍ਰੋਕਸੀ, ਆਰ ਦੇ ਪਾਰਟ ਆਫ ਐਂਟੀ ਇੰਡੀਆ, ਕਿ ਇਸ ਤਰ੍ਹਾਂ ਤੇ ਨਹੀਂ ਹੈਗਾ ਕਿ ਇਹਨਾਂ ਨੂੰ ਚਾਈਨਾ ਵਾਲੇ ਜਾਂ ਪਾਕਿਸਤਾਨ ISI ਮਤਲਬ ਚਾਈਨਾ ਦੇ ਲੋਕਾਂ ਦਾ ਪੈਸੇ ਦਾ ਖੂਨ ਜਿਹੜਾ ਚੂਸ ਰਹੇ ਹੈਗੇ ਨੇ ਚਾਈਨਾ ਵਿੱਚ, ਪਾਕਿਸਤਾਨ ਉਹੀ ਪੈਸੇ ਇਹਨਾਂ ਨੂੰ ਪਾ ਰਹੇ ਹੈਗੇ ਨੇ। ਮੇਰੇ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਹੈਗੀ ਹੈ, you know, the humbleness in me tells me to appeal to them, to request them, ਨਮਰਤਾਪੁਰ, ਮਤਲਬ ਜਿਹੜਾ ਗੁਰੂ ਨਾਨਕ ਦੇਵ ਜੀ ਅੰਦਰ ਵਾਸ ਕਰਦੇ ਨੇ, ਉਹੀ ਕਹਿ ਰਹੇ ਨੇ ਕਿ ਇਹਨਾਂ ਨੂੰ ਰਿਕੁਐਸਟ ਕਰੋ ਨਮਰਤਾਪੂਰਨ ਕਿ ਦੇਖੋ ਤੁਸੀਂ ਪਰਿਵਾਰ ਦੇ ਹਿੱਸੇ ਹੋ, ਗਲਤ ਰਸਤੇ ਤੋਂ ਹਟ ਜਾਓ, ਇਹ ਗਲਤ ਹੈਗਾ, ਆਪਣਾ ਰਸਤਾ ਠੀਕ ਕਰੋ, ਮਾਰਗ ਠੀਕ ਕਰੋ। ਵਾਹਿਗੁਰੂ ਦੇ ਦੱਸੇ ਹੋਏ ਸ਼ਬਦ, ਉਹਨਾਂ ਦੇ ਮਾਰਗ, ਮੈਂ ਬਾਬਾ ਨਹੀਂ ਹੈਗਾ, but I'm a soldier, I'm a state, and my humble request is that come on the right path. There are challenges for Sikhs and the Punjab. We must join together to solve all those challenges. और जिन्नियां चुनौतियां हैगियां साडे समाज दी, you know, we have socio-economic challenges, and we got challenge in the human resource of the coming generation of youth and the women. We must together in that arena. ਬਿਲਕੁਲ ਬਿਲਕੁਲ ਬਿਲਕੁਲ। ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਜੀ ਨਾਲ ਤੁਸੀਂ ਗੱਲ ਕਰ ਰਹੇ ਸੀ। ਦੋਸਤੋ, ਤੁਹਾਨੂੰ ਸਾਡੇ ਇਸ ਚੈਨਲ ਦੀ ਇੰਟਰਵਿਊ ਕਿਸ ਤਰ੍ਹਾਂ ਲੱਗੀ ਹੈਗੀ? ਤੁਸੀਂ ਇਹ ਜਿਹੜਾ ਚੈਨਲ ਹੈਗਾ ਸਬਸਕ੍ਰਾਈਬ ਕਰਵਾ ਸਕਦੇ ਹੈਗੇ ਹੋ, ਇੱਥੇ ਲਾਈਕ ਦਾ ਬਟਨ ਦਬ ਸਕਦੇ ਹੈਗੇ ਹੋ, ਔਰ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਹੋ। ਗੁਰਮੀਤ ਸਿੰਘ ਜੀ, ਤੁਸੀਂ ਆਪਣੇ ਬਿਜੀ ਸਕੈਜੂਲ ਦੇ ਵਿੱਚੋਂ ਸਾਡੇ ਨਾਲ ਟਾਈਮ ਕੱਢਿਆ ਔਰ ਬਹੁਤ ਹੀ ਅਹਿਮ ਮਸਲਿਆਂ ਦੇ ਉੱਤੇ ਚਾਨਣਾ ਪਾਇਆ, ਜਿਨ੍ਹਾਂ ਦੇ ਬਾਰੇ ਮੈਨੂੰ ਖੁਦ ਨੂੰ ਨੌਲੇਜ ਨਹੀਂ ਹੈਗਾ ਸੀ। ਮੈਨੂੰ ਲੱਗਦਾ ਵੀ ਮੈਂ ਆਮ ਬਲੈਸਡ ਬਣ ਕੇ ਤੁਹਾਡੇ ਤੋਂ ਇੰਨੀਆਂ ਚੰਗੀਆਂ ਚੀਜ਼ਾਂ ਔਰ ਗੱਲਾਂ ਜਿਹੜੀਆਂ ਸੁਣਨ ਨੂੰ ਪਤਾ ਚੱਲੀਆਂ। ਪਰਮਾਤਮਾ ਅੱਗੇ ਅਰਦਾਸ ਕਰਾਂਗੇ ਤੁਹਾਡੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਰਾਬਤਾ ਰੱਖਾਂਗੇ ਤਾਂ ਜੋ ਤੁਸੀਂ ਟਾਈਮ ਦੇ ਉੱਤੇ ਸਾਡੇ ਨਾਲ ਇੱਦਾਂ ਦੇ ਅੱਛੇ ਵਿਚਾਰ ਸਾਂਝੇ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।